ਹਰ ਸਿਮਰਤ ਮਨ ਤਨ ਸੁਖੀ। ਬਿਨਸੀ ਦੁਤੀਆ ਸੋਚ, ਨਾਨਕ ਟੇਕ ਗੋਪਾਲ ਕੀ। ਗੋਵਿੰਦ ਸੰਕਟ ਮੋਚ, ਬਾਣੀ ਗੁਰੂ। ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧि ਸਮਝਾਵ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਰਹਿਮਤ ਹੈ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਆਪ ਜੀ ਸ਼ਾਮ ਦੇ ਵਕਤ ਤੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਿਤਨੇਮ ਉਪਰੰਤ ਸਤਿਗੁਰੂ ਜੀ ਦੇ ਪਾਵਨ ਗੁਰਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਵਿਸ਼ੇਸ਼ ਰੂਪ ਵਿੱਚ ਹਫ਼ਤਾਵਰੀ ਦੀਵਾਨ ਸਜਾਏ ਜਾਂਦੇ ਹਨ, ਜਿਸ ਵਿੱਚ ਮਹੀਨੇ ਦੇ ਵਿੱਚ 2 ਦਿਨ 2 ਬੁੱਧਵਾਰ ਜਿਹੜੇ ਨੇ, ਇਸ ਲੜੀ ਦੇ ਵਿੱਚ ਨਾਲ ਨਾਲ ਸ਼ਬਦ ਵਿਚਾਰ ਜਿਹੜੀ ਹੈ, ਜੋ ਕਥਾ ਚੱਲ ਰਹੀ ਹੈ ਸਿੱਧ ਗੋਸ਼ਟ ਦੀ ਲੜੀਵਾਰ, ਉਹ ਵੀ ਇਸੇ ਲੜੀ ਦੇ ਵਿੱਚ ਸਾਂਝੀ ਕੀਤੀ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ। ਆਓ ਸਭ ਤੋਂ ਪਹਿਲਾਂ ਅਰਦਾਸ ਕਰੀਏ, ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਰੱਬੀ ਬਾਣੀ ਦੀ ਵਿਚਾਰ ਦੇ ਨਾਲ ਸਤਿਗੁਰੂ ਜੀ ਸਾਡੇ ਸਭਨਾਂ ਦੀ ਸਾਂਝ ਪਵਾ ਲੈਣ। ਸਿੱਧ ਗੋਸ਼ਟ ਸਰਲੇਖ ਹੇਠ ਇਹ ਵਿਚਾਰ ਚੱਲ ਰਹੀ ਹੈ। ਸਿੱਧ ਗੋਸ਼ਟ ਦੇ ਭਾਵ ਸੁਰਤ ਵਿੱਚ ਤਾਜ਼ਾ ਕਰ ਲਈਏ। ਸਿੱਧ ਦਾ ਅਰਥ ਹੁੰਦਾ ਹੈ ਕਾਮਯਾਬ, ਗੋਸ਼ਟ ਦਾ ਅਰਥ ਹੁੰਦਾ ਹੈ ਵਿਚਾਰ। ਕੁਛ ਲੋਕ ਜਿਹੜੇ ਧਰਮ ਦੇ ਆਗੂ ਮੁਖੀ ਅਖਵਾਉਂਦੇ ਸੀ, ਯੋਗੀ ਲੋਕ, ਕੁਛ ਲੋਕਾਂ ਦਾ ਮੰਨਣਾ ਹੈ ਉਹ ਲੋਕ ਕਾਮਯਾਬ ਨੇ ਰੱਬ ਦੇ ਨੇੜੇ ਹੋਣ ਦੇ ਵਿੱਚ। ਉਹਨਾਂ ਨੂੰ ਸਿੱਧ ਕਹਿ ਕੇ ਸੰਬੋਧਨ ਕੀਤਾ ਗਿਆ। ਉਹਨਾਂ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿਚਾਰ ਗੋਸ਼ਟੀ ਹੁੰਦੀ ਹੈ। ਪਰਮਾਤਮਾ ਦੇ ਨੇੜੇ ਜੀਵਨ ਕਿਹੜਾ ਹੈ, ਪਰਮਾਤਮਾ ਤੇ ਜੀਵਨ ਦਾ ਅਸਲ ਵਿੱਚ ਸਬਜੈਕਟ ਕੀ ਹੈ, ਇਸ ਗੋਸ਼ਟ ਵਿੱਚ ਹੈ। ਮੈਂ ਪਿਛਲੇ ਦਿਨੀ ਵੀ ਨੁਕਤਾ ਸਾਂਝਾ ਕੀਤਾ ਸੀ
ਇਹ ਜਿਨ੍ਹਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਚੱਲ ਰਹੀ ਹੈ, ਗੋਸ਼ਟੀ ਹੋ ਰਹੀ ਹੈ, ਉਹ ਜੋਗੀ ਲੋਕ ਨੇ ਜਿਹੜੇ। ਆਪਾਂ ਤੇ ਥੋੜ੍ਹੀਆਂ ਜਿਹੀਆਂ ਕਹਾਣੀਆਂ ਹੋਰ ਰੂਪ ਵਿੱਚ ਸੁਣੀਆਂ, ਕਿਉਂਕਿ ਕਈ ਹਰੇਕ ਕਹਿ ਲਓ ਮੱਤ ਦੇ ਵਿੱਚ, ਹਰੇਕ ਪੰਥ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਨੇ। ਸਾਡੇ ਵਿੱਚ ਵੀ ਬਹੁਤ ਸਾਰੇ ਨੇ। ਕੁਛ ਲੋਕ ਐਸੇ ਨੇ ਜੀਵਨ ਨਾਲ ਜੁੜੇ ਨੇ, ਕੁਛ ਭੇਖਧਾਰੀ ਵੀ ਨੇ। ਪਰ ਜਿਨ੍ਹਾਂ ਨਾਲ ਵਿਚਾਰ ਗੋਸ਼ਟੀ ਹੋਈ, ਉਹਨਾਂ ਦੇ ਸਵਾਲ ਕਿਹੋ ਜਿਹੇ ਆ, ਕਿੰਨੇ ਉੱਤਮ ਨੇ, ਕਿੰਨੇ ਠਹਿਰਾਅ ਵਾਲੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਸਵਾਲ ਕਰਨ ਲੱਗਿਆ ਕਹਿੰਦੇ ਨੇ ਕਿ ਅਸੀਂ ਸਵਾਲ ਕਰਨੇ ਆ, ਤੁਸੀਂ ਜਵਾਬ ਦੇਣੇ ਆ, ਪਰ ਇੱਕ ਗੱਲ ਦਾ ਖਿਆਲ ਰੱਖਣਾ, ਰੋਸ ਨਾ ਕੀਜੈ ਉੱਤਰ ਦੀਜੈ। ਗੁੱਸਾ ਨਹੀਂ ਆਪਾਂ ਕਰਨਾ, ਤਕਰਾਰ ਨਹੀਂ ਕਰਨੀ। ਕਾਸ਼ ਕਿਤੇ ਆਹ ਗੱਲ ਜਿਹੜੀ ਸਾਡੇ ਸਮਾਜ ਦੇ ਵਿੱਚ ਆ ਜਾਏ, ਵਿਚਾਰ ਜਿੱਥੇ ਉੱਥੇ ਤਕਰਾਰ ਨਹੀਂ ਹੁੰਦੀ, ਹੋਣੀ ਵੀ ਨਹੀਂ ਚਾਹੀਦੀ। ਸਾਡਾ ਅਫਸੋਸ ਹੈ ਜਦੋਂ ਵੀ ਵਿਚਾਰ ਦੀ ਗੱਲ ਆਈ, ਤਕਰਾਰ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਸੇ ਕਰਕੇ ਉੱਥੇ ਹੀ ਰਹਿ ਖੜ ਗਏ। ਗਾਂ ਜੀਵਨ ਜਿਹੜਾ ਅੱਗੇ ਵੱਧ ਹੀ ਨਹੀਂ ਸਕਿਆ ਸਾਡਾ। ਮੈਂ ਪਿਛਲੇ ਦਿਨ ਵੀ, ਸ਼ਾਇਦ ਪਿਛਲੇ ਵੀਕ ਮੈਂ ਵਿਚਾਰ ਸਾਂਝੀ ਕੀਤੀ ਸੀ ਕਿ ਅਸੀਂ ਚੱਲ ਤੇ ਰਹੇ ਹਾਂ, ਸਫ਼ਰ ਕਰ ਰਹੇ ਹਾਂ, ਪਰ ਖੜੇ ਉੱਥੇ ਹੀ ਹਾਂ, ਉੱਥੋਂ ਮੂਵ ਨਹੀਂ ਹੋ ਪਾ ਰਹੇ। ਕਿਉਂਕਿ ਜਿਹੜੀ ਵਿਚਾਰ, ਉਹ ਚੀਜ਼ ਸਾਡੇ ਅੰਦਰੋਂ ਖਤਮ ਹੋ ਗਈ। ਪਹਿਲਾਂ ਤਾਂ ਸਾਨੂੰ ਇਹ ਗੱਲ ਸਮਝਾਈ ਗਈ ਕਿ ਜਿੱਥੇ ਧਰਮ ਹੁੰਦਾ ਹੈ, ਰੱਬ ਦੀ ਗੱਲ ਹੈ, ਉੱਥੇ ਕੋਈ ਵਿਚਾਰ ਨਹੀਂ ਹੁੰਦੀ, ਕੋਈ ਸਵਾਲ ਨਹੀਂ ਹੁੰਦਾ, ਉੱਥੇ ਸ਼ਰਧਾ ਹੋਣੀ ਚਾਹੀਦੀ ਹੈ। ਅਸੀਂ ਵੀ ਇਸੇ ਗੱਲ ਨੂੰ ਮੰਨਿਆ। ਸਾਡੇ ਬਜ਼ੁਰਗ ਕਹਿ ਦਿੰਦੇ ਸ਼ਰਧਾ ਹੋਣੀ ਚਾਹੀਦੀ ਹੈ। ਮੈਨੂੰ ਖੁਦ ਨੂੰ ਪਤਾ ਹੈ, ਆਪਣੇ ਜਿਹੜੇ ਸਾਡੇ ਦਾਦੇ ਸੀ, ਦਾਦੀ ਜੀ ਹੋਣੀ ਸੀ, ਉਹ ਜਿਹੜੀਆਂ ਮਨੌਤਾਂ ਨੂੰ ਮੰਨਦੇ ਸੀ, ਜਿਵੇਂ ਜਿਵੇਂ ਗੁਰਬਾਣੀ ਦੀ ਸਮਝ ਆਈ, ਜਦੋਂ ਅਸੀਂ ਉਹਨਾਂ ਨੂੰ ਦੱਸਣਾ ਸ਼ੁਰੂ ਕਰ ਲਿਆ, ਤੁਸੀਂ ਕੱਲ੍ਹ ਉੱਠੇ ਹੋ ਅਤੇ ਅੱਜ ਸਾਨੂੰ ਦੱਸਣ ਲੱਗ ਪਏ ਹੋ। ਸ਼ਰਧਾ ਰੱਖੋ। ਜੇ ਕੋਈ ਕਿਸੇ ਰੁੱਖ ਨੂੰ ਪਾਣੀ ਪਾ ਰਿਹਾ, ਕਹਿੰਦੇ ਸਵਾਲ ਨਾ ਕਰੋ, ਸ਼ਰਧਾ ਰੱਖੋ। ਕੋਈ ਆਪਣੇ ਵੱਡੇ ਵਡੇਰਿਆਂ ਦੇ ਕੋਈ ਦੀਵਾ ਜਗਾ ਰਿਹਾ, ਕੋਈ ਕੁਛ ਕਰ ਰਿਹਾ, ਸ਼ਰਧਾ ਰੱਖੋ। ਜਦੋਂ ਗੁਰਬਾਣੀ ਪੜ੍ਹਾਂਗੇ ਆਪਾਂ, ਪਹਿਲੀ ਬਾਣੀ ਹੈ ਜਪ, ਜਿਹਨੂੰ ਜਪਜੀ ਸਾਹਿਬ ਕਹਿੰਦੇ ਆ। ਤੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਜਿੱਥੇ ਸਮਾਪਤ ਹੁੰਦੀ ਹੈ, ਸਵਾਲ ਹੀ ਤੇ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ, ਸਵਾਲ ਹੈ ਨਾ। ਸਵਾਲ ਤੋਂ ਹੀ ਤੇ ਅੱਗੇ ਫਿਰ ਜਵਾਬ ਆਇਆ ਹੈ। ਵਿਚਾਰ ਹੋਣੀ ਬਹੁਤ ਜ਼ਰੂਰੀ ਹੈ, ਤਕਰਾਰ ਨਹੀਂ ਹੋਣਾ ਚਾਹੀਦਾ। ਜਿੱਥੇ ਤਕਰਾਰ ਹੋਵੇਗੀ, ਇਹਦਾ ਅਰਥ ਹੈ ਕਿ ਅਸੀਂ ਕਿਤੇ ਨਾ ਕਿਤੇ ਕੁਰਾਹੇ ਚੱਲ ਰਹੇ ਹਾਂ। ਇਸ ਵਿਚਾਰ ਗੋਸ਼ਟੀ ਵਿੱਚ ਉਹ ਆਪਣੇ, ਜੋ ਉਹਨਾਂ ਦੀ ਵਿਚਾਰ ਹੈ, ਜਿਹੜੇ ਯੋਗੀ ਲੋਕ ਨੇ, ਉਹ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਦੱਸ ਰਹੇ ਨੇ। ਪਿਛਲੇ ਵੀ ਇੱਕ ਵਿਚਾਰ ਚੱਲੀ ਸੀ, ਉਹ ਕਹਿੰਦੇ ਜੀ ਅਸੀਂ ਹਾਟੀ ਬਾਟੀ ਜਿਹੜੀ ਹੈ, ਇਹਦੇ ਤੋਂ ਰਹੇ ਨਿਰਾਲੇ, ਇਹਦੇ ਤੋਂ ਵੱਖਰੇ ਰਹਿੰਦੇ ਹਾਂ। ਹਾਟੀ ਦਾ ਅਰਥ ਕੀ ਹੈ? ਸੰਸਾਰ। ਬਾਟੀ ਸੰਸਾਰ ਦੇ ਜਿਹੜੇ ਕੰਮਕਾਰ ਨੇ, ਝੰਬੇਲੇ ਕਹਿ ਲਓ, ਇਹਨਾਂ ਤੋਂ ਅਸੀਂ ਵੱਖਰੇ ਰਹਿੰਦੇ ਹਾਂ। ਕਿਉਂਕਿ ਉਹ ਇਹ ਮਹਿਸੂਸ ਕਰਦੇ ਨੇ ਕਿ ਇਹ ਚੀਜ਼ਾਂ ਰੱਬ ਦੇ ਰਸਤੇ ਵਿੱਚ ਰੁਕਾਵਟ ਹੈ। ਪਰ ਵੇਖੋ ਕਿੰਨਾ ਖੂਬਸੂਰਤ ਗੁਰੂ ਸਾਹਿਬ ਜੀ ਦਾ ਫਲਸਫਾ ਹੈ। ਬਾਣੀ ਦੇ ਵਿੱਚ ਹੀ ਆਪਾਂ ਪੜ੍ਹਦੇ ਹਾਂ ਨਾ, ਇਹ ਜਗ ਸੱਚੇ ਕੀ ਹੈ ਕੋਟੜੀ, ਸੱਚੇ ਕਾ ਵਿੱਚ। ਇਹਦਾ ਮਤਲਬ ਜਿੱਥੇ ਉਹ ਰਹਿੰਦਾ ਉੱਥੇ ਹੀ ਤਲਾਸ਼ ਕਰਾਂਗੇ ਤੇ ਮਿਲੇਗਾ ਨਾ। ਇਸ ਸੰਸਾਰ ਵਿੱਚ ਹੀ ਤੇ ਉਹ ਹੈ। ਕੁਦਰਤ ਕਰਕੇ ਵਸਿਆ ਸੋਏ। ਉਹਨੇ ਕੁਦਰਤ ਨੂੰ ਕੀਤਾ, ਉਹਦੇ ਵਿੱਚ ਵਸ ਰਿਹਾ ਹੈ। ਰੋਜ਼ ਤਾਂ ਆਪਾਂ ਪੜ੍ਹਦੇ ਹਾਂ, ਬਲਹਾਰੀ ਕੁਦਰਤ ਵਸੇ। ਬਲਹਾਰ ਐਸੇ ਪਰਮੇਸ਼ਰ ਤੋਂ ਜਿਹਨੇ ਕੁਦਰਤ ਨੂੰ ਬਣਾਇਆ। ਕੁਦਰਤ ਕੀ ਹੈ? ਆਪਾਂ ਸਾਰੇ ਕੁਦਰਤ ਹਾਂ। ਉਸ ਕਾਦਰ ਦੀ, ਰੱਬ ਦੀ ਕੁਦਰਤ ਹੈ ਆਪਾਂ ਸਾਰੇ। ਤੇ ਕੁਦਰਤ ਦੇ ਵਿੱਚ ਉਹ ਬੈਠਾ ਹੋਇਆ, ਉਹਨੂੰ ਪ੍ਰਗਟ ਕਰਨਾ ਹੈ। ਉਹ ਕੁਦਰਤ ਦੇ ਵਿੱਚ ਹੈ, ਸਾਡੇ ਅੰਦਰੋਂ ਹੈ,
ਉਹਨੂੰ ਪ੍ਰਗਟ ਕਰਨਾ ਹੈ। ਪ੍ਰਗਟ ਉਦੋਂ ਹੋਵੇਗਾ ਜਦੋਂ ਜਿਹੜੀਆਂ ਚੀਜ਼ਾਂ ਨੇ ਉਸ ਚੀਜ਼ ਨੂੰ ਢੱਕਿਆ ਹੋਇਆ ਹੈ, ਚਾਹੇ ਉਹ ਵਿਕਾਰਾਂ ਦੀ ਮੈਲ ਹੈ, ਚਾਹੇ ਉਹ ਅਗਿਆਨਤਾ ਦਾ ਅੰਧੇਰਾ ਹੈ, ਉਹਨੂੰ ਜਦੋਂ ਅਸੀਂ ਦੂਰ ਕਰ ਲਵਾਂਗੇ ਉਹ ਸਾਡੇ ਸਾਹਮਣੇ ਹੋਵੇਗੀ ਚੀਜ਼। ਮੈਂ ਪਿਛਲੇ ਦਿਨ ਵੀ ਨੁਕਤਾ ਸਾਂਝਾ ਕੀਤਾ ਸੀ, ਮਨੁੱਖ ਬਿਮਾਰ ਹੁੰਦਾ ਹੈ ਤੇ ਮਨੁੱਖ ਦੀ ਕੋਸ਼ਿਸ਼ ਹੁੰਦੀ ਮੈਂ ਤੰਦਰੁਸਤ ਹੋਵਾਂ, ਡਾਕਟਰ ਕੋਲ ਜਾਂਦਾ ਹੈ, ਦਵਾਈ ਲੈਂਦਾ ਹੈ। ਦੁਨੀਆ ਦਾ ਕੋਈ ਡਾਕਟਰ ਤੇ ਕੋਈ ਐਸੀ ਦਵਾਈ ਨਹੀਂ ਹੈ ਜਿਹੜੇ ਤੰਦਰੁਸਤੀ ਦੀ ਦਵਾਈ ਦੇ ਸਕਦਾ ਹੋਵੇ, ਜਾਂ ਡਾਕਟਰ ਜਿਹੜਾ ਤੰਦਰੁਸਤੀ ਦੇ ਸਕਦਾ ਹੋਵੇ ਕਿਸੇ ਨੂੰ। ਦਵਾਈ ਬਿਮਾਰੀ ਦੀ ਹੈ, ਬਿਮਾਰੀ ਫਿਨਿਸ਼ ਹੋ ਗਈ, ਬਿਮਾਰੀ ਖਤਮ ਹੋ ਗਈ, ਤੰਦਰੁਸਤ ਹੈ। ਅੰਧੇਰਾ ਖਤਮ ਹੋ ਗਿਆ, ਪ੍ਰਕਾਸ਼ ਹੈ। ਦੁੱਖ ਖਤਮ ਹੋ ਗਏ ਤੇ ਸੁੱਖ ਹੈ। ਦੁੱਖਾਂ ਦਾ ਖਾਤਮਾ ਹੀ ਸੁੱਖ ਹੈ। ਭੁੱਖ ਖਤਮ ਹੋ ਗਈ ਤੇ ਤ੍ਰਿਪਤੀ ਹੈ। ਪਿਆਸ ਖਤਮ ਹੋ ਗਈ ਹੈ, ਤ੍ਰਿਪਤ ਹੈ। ਬੜਾ ਖੂਬਸੂਰਤ ਨੁਕਤਾ ਹੈ। ਸਾਡੀ ਦੌੜ ਕੀ ਹੈ? ਅਸੀਂ ਦੁੱਖਾਂ ਨੂੰ ਜਾਂ ਬਿਮਾਰੀਆਂ ਨੂੰ ਜਾਂ ਅੰਧੇਰੇ ਨੂੰ ਖਤਮ ਕਰਨ ਵੱਲ ਕਦਮ ਨਹੀਂ ਪੁੱਟ ਰਹੇ। ਅਸੀਂ ਚਾਹੁੰਦੇ ਪ੍ਰਕਾਸ਼ ਆਵੇ, ਸੁੱਖ ਆਵੇ, ਤੰਦਰੁਸਤੀ ਮਿਲੇ। ਬਸ ਇਹੀ ਜੇ ਸਾਰੇ ਜੀਵਨ ਦੀ ਸਮੱਸਿਆ ਸਾਡੀ ਇਹੀ ਹੈ। ਕਿਤੇ ਇਕਾਂਤ ਵਿੱਚ ਬੈਠ ਕੇ ਤੁਸੀਂ ਇਸ ਚੀਜ਼ ਨੂੰ ਸੋਚਿਓ, ਤੁਸੀਂ ਮਹਿਸੂਸ ਕਰੋਗੇ ਗੱਲ ਬਿਲਕੁਲ ਇਹੀ ਹੈ। ਅਸੀਂ ਜੋ ਸਾਡੇ ਅੰਦਰ ਬਿਮਾਰੀਆਂ ਨੇ, ਚਾਹੇ ਉਹ ਵਿਕਾਰਾਂ ਦੀ ਬਿਮਾਰੀ ਹੈ, ਚਾਹੇ ਅਗਿਆਨਤਾ ਦਾ ਅੰਧੇਰਾ ਹੈ, ਚਾਹੇ ਜੋ ਵੀ ਹੈ, ਬਸ ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਪਰਮਾਤਮਾ ਤੇ ਕੁਦਰਤ ਜੋ ਉਹਨੇ ਬਣਾਇਆ ਉਹਦੇ ਵਿੱਚ ਉਹ ਬੈਠਾ ਹੋਇਆ। ਪੁਰਾਣੇ ਸਮਿਆਂ ਵਿੱਚ ਨਾ ਲਾਲਟਣ ਜਗਾਉਂਦੇ ਹੁੰਦੇ ਸੀ। ਸਾਡੇ ਮਾਝੇ ਵਿੱਚ ਲਾਲਟਣ ਕਹਿੰਦੇ, ਹੋਰ ਹੋ ਸਕਦਾ ਇਲਾਕਿਆਂ 'ਚ ਪਤਾ ਨਹੀਂ ਕੀ ਉਹਦਾ ਨਾਮ ਹੋਏਗਾ। ਉਹ ਜਦੋਂ ਜਗਦੀ ਸੀ ਨਾ ਤੇ ਉਹਦੇ ਤੇ ਇੱਕ ਕੱਚ ਦੇ ਸ਼ੀਸ਼ੇ ਦਾ ਕਵਰ ਹੁੰਦਾ ਹੈ ਜਿਹਨੂੰ ਚਿਮਨੀ ਕਹਿੰਦੇ ਆ, ਤੇ ਉਹਦੇ ਕਈ ਵਾਰ ਧੂਏ ਨਾਲ ਕਾਲੀ ਹੋ ਜਾਂਦੀ ਸੀ। ਤੇ ਸਿਆਣੇ ਜਿਹੜੇ ਮਾਤਾਵਾਂ ਜਾਂ ਸਾਡੇ ਬਜ਼ੁਰਗ ਹੁੰਦੇ ਸੀ, ਉਹ ਕੀ ਕਰਦੇ ਸੀ, ਉਹ ਚਿਮਨੀ ਸਾਫ਼ ਕਰਦੇ ਸੀ ਤਾਂ ਕਿ ਇਹ ਜਿਹੜੀ ਕਾਲਖ ਉਤਰ ਜਾਵੇ ਤੇ ਇਹਦੇ ਅੰਦਰ ਦੀ ਰੌਸ਼ਨੀ ਜਿਹੜੀ ਹੈ ਉਹ ਉਸੇ ਤਰੀਕੇ ਨਾਲ ਸਾਨੂੰ ਮਿਲੇ ਜਿਸ ਤਰ੍ਹਾਂ ਦੀ ਹੈ। ਬਸ ਇਹੀ ਚੀਜ਼ ਹੈ। ਇਸੇ ਚੀਜ਼ ਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਬੜਾ ਖੂਬਸੂਰਤ ਬਿਆਨ ਕੀਤਾ, ਮਨ ਮੈਲੇ ਸਭ ਕਿਛ ਮੈਲਾ। ਦੂਸਰਾ ਨੁਕਤਾ, ਇਸ ਤੁਹਾਨੂੰ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ ਨਾ ਇੱਕ ਚੀਜ਼ ਹੋਰ ਬੜੀ ਖੂਬਸੂਰਤ ਮਹਿਸੂਸ ਹੋ ਰਹੀ ਹੋਵੇਗੀ, ਕਿਉਂਕਿ ਮੈਂ ਨੁਕਤੇ ਤਾਂ ਖੋਲ੍ਹ ਰਿਹਾ ਤਾਂ ਕਿ ਸਾਨੂੰ ਇਹ ਜਿਹੜੀ ਸ਼ਬਦ ਦੀ ਵਿਚਾਰ ਸਮਝ ਵਿੱਚ ਆ ਜਾਏ। ਇਹਨਾਂ ਯੋਗੀ ਲੋਕਾਂ ਦੀ ਜਿੰਨੀ ਵਿਚਾਰ ਹੈ ਨਾ ਜਾਂ ਵਿਚਾਰਧਾਰਾ ਹੈ, ਉਹ ਸਾਰੀ ਦੀ ਸਾਰੀ ਸਰੀਰ ਨਾਲ ਜੁੜੀ ਹੋਈ ਹੈ, ਤਨ ਨਾਲ ਜੁੜੀ ਹੈ। ਕੰਨਾਂ 'ਚ ਮੁੰਦਰਾਂ ਪਾਉਣੀਆਂ, ਘਾਹ ਫੂਸ ਖਾਣਾ, ਸਵਾਹ ਮਲ ਲੈਣੀ, ਇਹ ਸਾਰਾ ਕੁਛ ਕੀ ਹੈ? ਤਨ ਨਾਲ ਜੁੜਿਆ ਹੋਇਆ। ਤੀਰਥ ਨਹਾਈਐ ਸੁਖ ਫਲ ਪਾਈਏ ਸ਼ਬਦ ਆਇਆ ਸੀ। ਨਹਾਉਣਾ ਕਾਹਦਾ? ਸਰੀਰ ਦਾ, ਤਨ ਦਾ, ਤਨ ਨਾਲ ਜੁੜਿਆ ਹੋਇਆ। ਤਨ ਕੀ ਹੈ? ਬਾਹਰ ਹੈ। ਉਹਨਾਂ ਦੀ ਜਿੰਨੀ ਵਿਚਾਰਧਾਰਾ ਹੈ ਉਹ ਤਨ ਤੱਕ ਸੀਮਤ ਹੈ, ਜਿਹੜੀ ਬਾਹਰ ਹੈ, ਜੀਵਨ ਦੇ ਨਾਲ ਨਹੀਂ ਹੈ ਸੰਬੰਧਿਤ। ਪਰ ਜਿੰਨੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਸਿੱਧ ਗੋਸ਼ਟ ਵਿੱਚ ਆਪਾਂ ਪੜ੍ਹਾਂਗੇ, ਸਮਝਾਂਗੇ, ਜਾਂ ਗੁਰਬਾਣੀ ਨੂੰ ਜਦੋਂ ਵੀ ਸਮਝਾਂਗੇ, ਬੜਾ ਖੂਬਸੂਰਤ ਬਚਨ ਆਸਾ ਦੀ ਵਾਰ 'ਚ ਆਉਂਦਾ ਹੈ, ਜੋ ਜੀਏ ਹੋਏ ਸੋ ਉਗਵੈ। ਜੀਏ ਦਾ ਅਰਥ ਹੈ ਜੋ ਸਾਡੇ ਅੰਦਰ ਹੈ। ਸਿੱਖ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਹੋਏ ਨੇ। ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਇਹ ਛੋਟੇ ਛੋਟੇ ਨੁਕਤੇ ਤਾਂ ਤੁਹਾਡੇ ਨਾਲ ਸਾਂਝੇ ਕਰਦਾ ਹੁੰਦਾ ਕਿ ਪਕੜ 'ਚ ਆ ਜਾਏ ਸਾਡੇ ਵਿਚਾਰ। ਜਿਹੜੇ ਗੁਰਦੁਆਰਾ ਸਾਹਿਬ ਦੇ ਅਸਥਾਨ ਤਿਆਰ ਕਰਦੇ, ਇਹਨਾਂ ਦੇ ਵਿੱਚੋਂ ਇੱਕ ਹੋਏ ਨੇ ਬਾਬਾ ਖੜਕ ਸਿੰਘ। ਤੁਹਾਡੇ 'ਚੋਂ ਸ਼ਾਇਦ ਕਈਆਂ ਨੇ ਦੇਖੇ ਹੋਣਗੇ। ਬੀੜ ਬਾਬਾ ਬੁੱਢਾ ਸਾਹਿਬ, ਉਹਨਾਂ ਨੇ ਉੱਥੇ ਕਾਰ ਸੇਵਾ ਕਰਾਈ ਹੈ। ਕਰੀਬਨ ਇਹ ਘਟਨਾ ਸ਼ਾਇਦ 1980 ਦੇ ਕਰੀਬ ਦੀ ਹੈ।
ਸਾਡੇ ਬਜ਼ੁਰਗ ਵੀ ਇਹ ਦੱਸਦੇ ਹੁੰਦੇ ਸੀ। ਮੈਂ ਬਾਬਾ ਲਫ਼ਜ਼ ਇੱਥੇ ਤਾਂ ਵਰਤਿਆ ਹੈ ਕਿ ਬਾਬਾ ਲਫ਼ਜ਼ ਬਜ਼ੁਰਗੀ ਦਾ ਨਾਂ ਹੈ। ਕਿਸੇ ਦੇਹਧਾਰੀ ਸਰੀਰ ਨੂੰ ਮਤ ਸਮਝ ਲੈਣਾ। ਇਸੇ ਲਈ ਗੁਰੂ ਸਾਹਿਬ ਜੀ ਦੇ ਬੱਚਿਆਂ ਨੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਗੁਰੂ ਸਾਹਿਬ ਜੀ ਦੇ ਪੁੱਤਰਾਂ ਨੂੰ। ਤੇ ਜਦੋਂ ਸਾਡੀ ਗੱਲ ਗੁਰਸਿੱਖਾਂ ਦੀ ਆਉਂਦੀ ਹੈ ਤੇ ਬੜੇ ਮਾਣ ਨਾਲ ਇਹ ਬਚਨ ਪੜ੍ਹਦੇ ਹਾਂ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ। ਅਸੀਂ ਵੀ ਗੁਰੂ ਦੇ ਬੱਚੇ ਹਾਂ, ਗੁਰੂ ਦੇ ਪੁੱਤਰ ਹਾਂ। ਆਪਾਂ ਜਿੰਨੇ ਵੀ ਹਾਂ ਪੁੱਤਰ ਧੀਆਂ। ਬਾਬਾ ਲਫ਼ਜ਼ ਇਸ ਲਈ। ਦੂਜਾ ਬਾਬਾ ਲਫ਼ਜ਼ ਜਿਹੜਾ ਹੈ, ਗੁਰੂ ਸਾਹਿਬ ਜੀ ਨੇ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੁੱਝੈ ਕੋਏ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਉਹਨਾਂ ਦੇ ਕੋਲ ਉਹਨਾਂ ਸਮਿਆਂ ਦੇ ਵਿੱਚ ਕੋਈ ਬਹੁਤ ਵਪਾਰੀ ਧਨਾੜ ਪੁਰਸ਼ ਸੀ, ਉਹ ਆਇਆ। ਉਹਨੇ ਨਾ ਆ ਕੇ ਉਹਨਾਂ ਦੇ ਉੱਥੇ ਦੀਵਾਨ ਹਾਲ ਬਣ ਰਿਹਾ ਸੀ ਉਦੋਂ। ਤੇ ਸ਼ਾਇਦ ਜਿਨ੍ਹਾਂ ਨੇ ਦੇਖਿਆ ਹੋਵੇਗਾ, ਕਿਉਂਕਿ ਸਾਡੇ ਨਗਰ ਤੋਂ ਨੇੜੇ, ਅਸੀਂ ਤਾਂ ਬਹੁਤ ਵਾਰ ਦੇਖਿਆ ਹੈ, ਉਸ ਦੀਵਾਨ ਹਾਲ ਦੀ ਇੱਕ ਖੂਬਸੂਰਤੀ ਹੈ, ਉਹਦੇ ਥੱਲੇ ਪਿੱਲਰ ਨਹੀਂ ਹੈ ਕੋਈ, ਵਿਚਕਾਰ ਉਹਦੇ ਬਹੁਤ ਵੱਡਾ ਦੀਵਾਨ ਹਾਲ ਹੈ। ਉਹਦੇ ਬੀਮ ਇਸ ਤਰੀਕੇ ਨਾਲ ਉਹਨਾਂ ਨੇ ਉੱਪਰ ਨੂੰ ਬਣਾ ਪਾਏ ਹੋਏ ਆ। ਉਹ ਜਦੋਂ ਦੀਵਾਨ ਹਾਲ ਤਿਆਰ ਹੋ ਰਿਹਾ ਸੀ ਨਾ, ਉਹ ਆਇਆ ਤੇ ਉਹ ਆ ਕੇ ਕਹਿਣ ਲੱਗਾ ਕਿ ਮੈਂ ਸੇਵਾ ਕਰਨੀ ਚਾਹੁੰਦਾ। ਕਹਿਣ ਲੱਗੇ ਵੀ ਕਰ। ਕਹਿਣ ਲੱਗਾ ਪਰ ਮੇਰੀ ਇੱਕ ਸ਼ਰਤ ਹੈ। ਕਹਿਣ ਲੱਗੇ ਕੀ? ਕਹਿਣ ਲੱਗਾ ਮੇਰੀਆਂ 3 ਮੰਗਾਂ ਨੇ, ਵੀ 3 ਗੱਲਾਂ ਨੇ, ਤੁਸੀਂ ਉਹ ਮੰਨ ਲਓ। ਉਹਨਾਂ ਸਮਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਲੱਖ ਰੁਪਈਆ ਹੋਵੇਗਾ। ਕਹਿਣ ਲੱਗੇ ਕੀ? ਕਹਿਣ ਲੱਗਾ ਕਿ ਇੱਕ ਤਾਂ ਹੈ ਵੀ ਮੈਂ ਜਿੰਨੀ ਮਾਇਆ ਦੇਵਾਂਗਾ ਉਹਦੀ ਰਸੀਦ ਚਾਹੀਦੀ ਹੈ। ਕਹਿਣ ਲੱਗੇ ਦੂਜੀ? ਕਹਿਣ ਲੱਗਾ ਉੱਥੇ ਜਦੋਂ ਦੇਸੀ ਮਹੀਨੇ ਦੀ ਆਰੰਭਤਾ ਵਾਲਾ ਦਿਨ ਹੁੰਦਾ ਹੈ ਨਾ, ਬੜੀ ਦੂਰ ਦਰੇਡੋਂ ਲੱਖਾਂ ਦੀ ਤਾਦਾਦ ਵਿੱਚ ਉੱਥੇ ਸਿੱਖ ਸੰਗਤਾਂ ਇਕੱਤਰ ਹੁੰਦੀਆਂ ਨੇ। ਕਹਿੰਦਾ ਵੀ ਉਦੋਂ ਦੀਵਾਨ ਜਿਹੜਾ ਹਾਲ ਹੁੰਦਾ ਹੈ, ਜਿੱਥੇ ਸੰਗਤ ਸਾਰੀ ਆ ਕੇ ਬੈਠਦੀ ਹੈ, ਉਹਨਾਂ ਦੇ ਵਿੱਚ ਸਰੋਪਾ ਦਿੱਤਾ ਜਾਵੇ। ਕਹਿਣ ਲੱਗੇ ਠੀਕ ਹੈ। ਤੀਜੀ ਸ਼ਰਤ ਇਹ ਹੈ ਕਿ ਜਦੋਂ ਇਹਦਾ ਮੇਨ ਗੇਟ ਬਣਨਾ ਹੈ ਨਾ, ਉੱਥੇ ਸਿਲ ਜਿਹੜੀ ਹੈ ਉਹ ਮੇਰੇ ਨਾਮ ਦੀ ਲੱਗਣੀ ਚਾਹੀਦੀ ਵੀ ਮੈਂ ਇੰਨੇ ਜਿਹੜੇ ਆ ਇੱਥੇ ਦਾਨ ਕੀਤੇ। ਇਹ ਬਹੁਤ ਪ੍ਰਚਲਨ ਹੁੰਦਾ ਸੀ ਆਪਣੇ ਇੰਡੀਆ ਵਿੱਚ ਪਹਿਲਾਂ। ਤੁਸੀਂ ਵੀ ਦੇਖਿਆ ਹੋਣਾ, ਜੇ ਕਿਸੇ ਨੇ ਪੱਖਾ ਚੜਾਇਆ ਤੇ ਸਾਰੇ ਪਰਿਵਾਰ ਦੇ ਨਾਂ ਲਿਖੇ ਹੁੰਦੇ ਸੀ ਉੱਤੇ, ਗੁਰਦੁਆਰਾ 'ਚ ਆਮ। ਉਦੋਂ ਪ੍ਰਚਲਨ ਬਹੁਤ ਹੁੰਦਾ ਸੀ ਇਹਨਾਂ ਚੀਜ਼ਾਂ ਦਾ। ਜਿਵੇਂ ਜਿਵੇਂ ਸਮਝ ਆਉਂਦੀ ਗਈ, ਲੋਕ ਇਹਨਾਂ ਚੀਜ਼ਾਂ ਤੋਂ ਅਵੇਅਰ ਹੁੰਦੇ ਗਏ ਨੇ। ਉਹ ਕਹਿਣ ਲੱਗੇ ਠੀਕ ਹੈ, ਤੇਰੀਆਂ 3 ਗੱਲਾਂ ਮੰਨਣ ਨੂੰ ਤਿਆਰ ਆ ਸੀ, ਪਰ ਸਾਡੀ ਇੱਕ ਗੱਲ, ਉਹ ਪਹਿਲਾਂ ਉਹਦਾ ਜਵਾਬ ਦੇ। ਕਹਿਣ ਲੱਗਾ ਜੀ ਦੱਸੋ। ਕਹਿਣ ਲੱਗੇ ਮੈਂ ਖੇਤੀਬਾੜੀ ਕਰਦਾ, ਇਸ ਪਾਸੇ ਆ ਗਿਆ, ਕਾਰ ਸੇਵਾ ਵਾਲੇ ਪਾਸੇ, ਮੈਨੂੰ ਜ਼ਿੰਮੇਵਾਰੀ ਦੇ ਦਿੱਤੀ। ਤੇ ਸਾਡੇ ਜਦੋਂ ਖੇਤੀ ਕਰਦੇ ਆ ਨਾ, ਤੇ ਬੀਜ ਬੀਜਿਆ ਜਾਂਦਾ ਹੈ। ਆਪਾਂ ਜੋ ਵੀ ਕਰਦੇ ਆ ਇਹ ਬੀਜ ਹੀ ਹੈ। ਚਾਹੇ ਦਾਨ ਕਰਨਾ, ਪੁੰਨ ਕਰਨਾ, ਸੇਵਾ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਆ ਸੰਗਤ ਕਰ ਰਹੇ, ਸਭ ਬੀਜ ਹੈ। ਬੀਜ ਬੀਜ ਰਹੇ ਆ। ਜੀਵਨ ਦਾ ਹਰ ਸਵਾਸ ਇੱਕ ਬੀਜ ਹੈ। ਇਸੇ ਲਈ ਬਾਣੀ ਵਿੱਚ ਆਉਂਦਾ ਹੈ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਬੀਜ ਬੀਜ ਰਹੇ ਆਪਾਂ। ਜੇ ਕੋਈ ਕਿਸੇ ਜੂਏ ਅੱਡੇ ਤੇ ਹੋਵੇਗਾ, ਉਹ ਵੀ ਬੀਜ ਬੀਜ ਰਿਹਾ ਹੈ। ਜੇ ਕੋਈ ਕਿਸੇ ਹੋਰ ਥਾਂ ਤੇ ਹੋਵੇਗਾ, ਉਹ ਬੀਜ ਬੀਜ ਰਿਹਾ ਹੈ। ਹਾਂ ਇਹ ਜ਼ਰੂਰ ਹੈ, ਜੇ ਹਾ ਬੀਜੈ ਸੋ ਲੁਣਾ ਹੈ। ਜਿਹੋ ਜਿਹਾ ਬੀਜ ਬੀਜਿਆ, ਫਲ ਤੇ ਉਹੋ ਜਿਹਾ ਮਿਲਦਾ ਹੈ। ਇਹ ਰਿਐਲਿਟੀ ਹੈ, ਇਹ ਕਦੇ ਨਹੀਂ ਬਦਲਦਾ। ਬੀਜ ਬੀਜ ਕੇ ਕੋਈ ਲੱਖ ਯਤਨ ਕਰੇ ਕਿ ਹੁਣ ਮੈਂ ਕੋਈ ਇਹੋ ਜਿਹਾ ਅਡੰਬਰ ਕਰ ਲਵਾਂ ਕਿ ਸ਼ਾਇਦ ਜਿਹੜਾ ਉਹ ਬੀਜ ਬੀਜਿਆ ਸੀ ਉਹਦਾ ਫਲ ਬਦਲ ਜਾਵੇ, ਇਹ ਕਦੇ ਨਹੀਂ ਹੁੰਦਾ। ਗੁਰਬਾਣੀ ਦਾ ਫੈਸਲਾ ਹੈ, ਇਹ ਕੁਦਰਤ ਦਾ ਨਿਯਮ ਹੈ, ਇਹ ਰੱਬੀ ਹੁਕਮ ਹੈ, ਇਹ ਕਦੇ ਨਹੀਂ ਬਦਲਦਾ। ਜੇ ਹਾ ਬੀਜੈ ਸੋ ਲੁਣੈ। ਇਸ ਲਈ ਕਿਹਾ ਜਾਂਦਾ ਬੀਜ ਬੀਜਣ ਤੋਂ ਪਹਿਲਾਂ ਦੇਖੋ ਬੀਜ ਕਿਹੜਾ ਬੀਜ ਰਹੇ ਹੋ। ਖੈਰ, ਉਹ ਕਹਿਣ ਲੱਗੇ ਅਸੀਂ ਬੀਜ ਬੀਜਦੇ ਹਾਂ, ਤੇ ਜਦੋਂ ਬੀਜ ਬੀਜਿਆ ਜਾਂਦਾ ਹੈ ਨਾ, ਤੇ ਕਿਸਾਨ ਕੋਸ਼ਿਸ਼ ਕਰਦਾ ਉਹਦੇ ਤੇ ਸੁਹਾਗਾ ਫੇਰਾਂ। ਸੁਹਾਗਾ ਕਿਉਂ ਫੇਰਨਾ ਹੈ? ਬੀਜ ਕਿਤੇ ਦਿਖਾਈ ਨਾ ਦੇਵੇ, ਬਾਹਰ ਨਾ ਰਹਿ ਜੇ। ਆਪਾਂ ਕਣਕ, ਧਾਨ, ਝੋਨਾ
ਜਦੋਂ ਕਟਾਈ ਕਰਦੇ ਆ, ਅਣਗਿਣਤ ਦਾਣੇ ਜਿਹੜੇ ਨੇ ਉਹ ਕਿਰ ਜਾਂਦੇ ਖੇਤ ਵਿੱਚ ਹੀ, ਪਰ ਉਹ ਉੱਗਦੇ ਨਹੀਂ ਹੈ। ਉੱਗਦੇ ਉਹੀ ਹੈ ਜਿਹੜੇ ਜ਼ਮੀਨ ਦੇ ਅੰਦਰ ਗਏ ਹੁੰਦੇ ਸੀ। ਜਿਹੜੇ ਬਾਹਰ ਹੁੰਦੇ ਨੇ ਨਾ, ਉਹਨਾਂ ਨੂੰ ਤੇ ਘੁੱਗੀਆਂ ਕਾਂ ਚੁੱਕ ਕੇ ਲੈ ਜਾਂਦੇ। ਮੈਂ ਕਈ ਵਾਰ ਸੋਚਦਾ ਹੁੰਦਾ, ਜਦੋਂ ਅਸੀਂ ਜਿੰਨਾ ਵੀ ਦਾਅਵਾ ਕਰਨ ਵਾਲੇ ਲੋਕ ਨੇ, ਚਾਹੇ ਉਹ ਡੇਰੇਦਾਰ, ਚਾਹੇ ਕਮੇਟੀਆਂ, ਚਾਹੇ ਕੋਈ ਵੀ ਆ, ਇੰਨਿਆਂ ਨੂੰ ਅਸੀਂ ਅੰਮ੍ਰਿਤ ਛਕਾਤਾ, ਇੰਨਿਆਂ ਨੂੰ ਅਸੀਂ ਗੁਰਸਿੱਖ ਬਣਾਤਾ, ਇੰਨਿਆਂ ਨੂੰ ਅਸੀਂ ਜਿਹੜਾ ਵੀ ਬਣਾ ਦਿੱਤਾ, ਪਰ ਜਦੋਂ ਅਸਲੀਅਤ ਵਿੱਚ ਝਾਤ ਮਾਰਦੇ ਆ ਤੇ ਦਿਸਦਾ ਹੀ ਕੁਛ ਨਹੀਂ ਹੈ। ਉਹ ਸਾਰੇ ਕਿੱਥੇ ਗਏ? ਉਹਦਾ ਰੀਜ਼ਨ ਇਹੀ ਹੈ ਕਿ ਛੱਟਾ ਦਿੱਤਾ, ਛੱਟਾ ਦੇ ਹੀ ਗਏ, ਛੱਟਾ ਦੇ ਹੀ ਗਏ ਤੇ ਘੁੱਗੀਆਂ ਕਾਂ ਚੁੱਕ ਕੇ ਲੈ ਗਏ। 2-4 ਮਹੀਨੇ ਦਾ ਬੜਾ ਚਾਅ ਸੀ ਤੇ ਉਸ ਤੋਂ ਬਾਅਦ ਫਿਰ ਜੀਵਨ ਉਸੇ ਰੰਗ 'ਚ ਚਲੇ ਗਿਆ। ਕਿਉਂਕਿ ਜਿਹੜਾ ਜੀਵਨ ਦੇ ਵਿੱਚ ਅੰਮ੍ਰਿਤ ਦਾ ਬੀਜ ਬੀਜਣਾ ਸੀ, ਉਹ ਬੀਜਿਆ ਨਹੀਂ ਗਿਆ। ਉਹ ਗੱਲ ਸਮਝਾਈ ਨਹੀਂ ਗਈ। ਉਹ ਸ਼ਬਦ ਦੀ ਵਿਚਾਰ ਜਿਹੜੀ ਸੀ ਜੀਵਨ ਦੇ ਵਿੱਚ ਪਹਿਲਾਂ ਲਿਆਂਦੀ ਨਹੀਂ ਗਈ। ਇਸੇ ਕਰਕੇ ਉੱਪਰ ਸਾਰਾ ਕੁਝ ਰਹਿ ਗਿਆ। ਖੈਰ, ਸਮਾਂ ਜਿਹੜਾ ਸੀਮਤ ਜਿਹਾ ਹੁੰਦਾ, ਮੈਂ ਆਪਣੀ ਵਿਚਾਰ ਵਰਨਾਵਾਂ। ਉਹ ਕਹਿੰਦੇ ਸੁਹਾਗਾ ਫੇਰ ਦੇ ਤਾਂ ਕਿ ਬੀਜ ਬਾਹਰ ਦਿਖਾਈ ਨਾ ਦੇਵੇ। ਜਿਹੜਾ ਬੀਜ ਬਾਹਰ ਰਹਿ ਜਾਂਦਾ, ਘੁੱਗੀਆਂ ਕਾਂ ਨਾ ਵੀ ਚੱਕਣ ਉਹਨੂੰ, ਤਾਂ ਵੀ ਉਹ ਉੱਗਦਾ ਨਹੀਂ ਹੈ। ਰਸੀਦ ਦੇਣੀ, ਹਿਸਾਬ ਕਿਤਾਬ ਠੀਕ ਹੈ, ਕਲੀਅਰ ਰਹਿੰਦਾ ਹੈ। ਬਾਕੀ ਦੀਆਂ ਜਿਹੜੀਆਂ 2 ਗੱਲਾਂ ਨੇ, ਕੀ ਤੂੰ ਚਾਹੁੰਦਾ ਕਿ ਤੈਨੂੰ ਉੱਥੇ ਜਿਹੜਾ ਦਿੱਤਾ ਜਾਵੇ ਸਰੋਪਾ ਤੇ ਤੇਰੀ ਸਿੱਲ ਲਾਈ ਜਾਵੇ? ਉਹ ਸੱਜਣ ਉੱਠ ਕੇ ਚਲੇ ਗਿਆ। ਕੁਛ ਦਿਨਾਂ ਬਾਅਦ ਸੇਵਾਦਾਰਾਂ ਨੇ ਆ ਕੇ ਕਿਹਾ, ਕਹਿਣ ਲੱਗੇ ਜੀ ਬਾਹਰ ਇੱਕ ਟਰੱਕ ਖੜਾ ਹੈ ਨਵਾਂ, ਤੇ ਟਰੱਕ ਖੜੇ ਨੂੰ ਕਈ ਦਿਨ ਹੋ ਗਏ ਆ ਤੇ ਸਰੀਏ ਨਾਲ ਭਰਿਆ ਹੋਇਆ ਹੈ, ਪਰ ਪਤਾ ਨਹੀਂ ਹੈ ਵੀ ਉਹ ਟਰੱਕ ਕੌਣ ਖੜਾ ਕਰਕੇ ਗਿਆ, ਵਾਪਸ ਲੈਣ ਹੀ ਨਹੀਂ ਆਇਆ। ਪੁਲਿਸ ਨੂੰ ਬੁਲਾਇਆ, ਟਰੱਕ ਖੋਲ੍ਹਿਆ, ਉਹਦੀ ਖਿੜਕੀ ਜਦੋਂ ਅੰਦਰ ਪੇਪਰ ਉਹਦੇ ਵੇਖੇ ਤੇ ਉਹ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ, ਤੇ ਹੱਸ ਕੇ ਕਹਿਣ ਲੱਗੇ ਡੂੰਘਾ ਬੀਜ ਬੀਜ ਗਿਆ ਸੱਜਣਾ। ਜਿਹੜੀ ਚੀਜ਼ ਬਾਹਰ ਮੁਖੀ ਹੈ ਨਾ, ਉਹਦਾ ਫਲ ਨਹੀਂ ਹੁੰਦਾ। ਚਾਹੇ ਸਨਾਤਨ ਮਤ, ਚਾਹੇ ਇਸਲਾਮੀਜ਼ਮ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਭੇਖ ਨੂੰ ਮੁੱਖ ਰੱਖਿਆ ਗਿਆ ਨਾ, ਉੱਥੇ ਜੀਵਨ ਦੇ ਵਿੱਚ ਰਸ ਨਹੀਂ ਰਿਹਾ, ਫਲ ਨਹੀਂ ਲੱਗਾ ਉਸ ਜੀਵਨ। ਜਿੱਥੇ ਭੇਖ ਨਾਲੋਂ ਜ਼ਿਆਦਾ ਤਰਜੀਹ ਜੀਵਨ ਨੂੰ ਦਿੱਤੀ ਗਈ, ਅੰਦਰ ਨੂੰ ਦਿੱਤੀ ਗਈ, ਉੱਥੇ ਫਲ ਲੱਗਾ। ਉਹ ਜੀਵਨ ਏਡੇ ਖੂਬਸੂਰਤ ਫਲਦਾਰ ਹੋਏ ਕਿ ਉਹ ਜੀਵਨ ਜਿਸ ਨੇ ਵੀ ਦੇਖਿਆ, ਉਹਨਾਂ ਨੂੰ ਦੇਖ ਕੇ ਹੀ ਦੂਸਰੇ ਜੀਵਨ ਜਿਹੜੇ ਸੀ ਉਹ ਸੁਧਰ ਗਏ। ਜੀਵਨ ਨੂੰ ਦੇਖ ਕੇ ਜੀਵਨ ਬਦਲ ਗਏ। ਇੱਕ ਬਚਨ ਨਹੀਂ ਪਪਾ ਅਰਦਾਸ ਵਿੱਚ ਕਰਦੇ ਹੁੰਦੇ ਸਾਂਝਾ, ਸੇ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ। ਜਿਨ੍ਹਾਂ ਨੂੰ ਮਿਲੀਏ, ਉਹਨਾਂ ਦੇ ਕਹਿਣ ਨਾਲ ਨਹੀਂ, ਉਹਨਾਂ ਨੂੰ ਮਿਲਣ ਦੇ ਨਾਲ ਹੀ ਵਾਹਿਗੁਰੂ ਚੇਤੇ ਆ ਜਾਏ, ਰੱਬ ਚੇਤੇ ਆ ਜਾਏ। ਉਹਨਾਂ ਨੂੰ ਮਿਲਣ ਨਾਲ, ਮਿਲਣ ਦਾ ਮਤਲਬ ਕੀ? ਜਦੋਂ ਉਹਨਾਂ ਦੇ ਜੀਵਨ ਨੂੰ ਦੇਖਿਆ ਜਾਵੇਗਾ, ਜੀਵਨ ਦੀ ਖੂਬਸੂਰਤੀ ਦੇਖੀ ਜਾਵੇ। ਅੱਜ ਦਾ ਜਿਹੜਾ ਪ੍ਰਕਰਨ ਹੈ, ਇਹ ਇਸੇ ਚੀਜ਼ ਨਾਲ ਜੁੜਿਆ ਹੋਇਆ ਹੈ। ਉਹ ਯੋਗੀ ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਮੱਤ ਦੀ ਜਦੋਂ ਖੂਬਸੂਰਤੀ ਦੱਸਦੇ ਨੇ ਤੇ ਨਾਲ ਕਹਿੰਦੇ ਨੇ ਕਿ ਸਾਡਾ ਮੱਤ ਧਾਰਨ ਕਰੋ। ਅੱਜ ਦੇ ਪਹਿਲਾਂ ਬਚਨ ਸਾਂਝੇ ਕਰ ਲਈਏ ਬਾਣੀ ਦੇ। 8ਵੀਂ ਪੌੜੀ ਦੀ ਸਮਾਪਤੀ ਹੋ ਚੁੱਕੀ ਸੀ, 9ਵੀਂ ਪੌੜੀ ਅੱਜ ਆਰੰਭ ਹੈ। 8ਵੀਂ ਪੌੜੀ ਸੀ ਜਦੋਂ ਉਹਨਾਂ ਨੇ ਕਿਹਾ ਸੀ ਅਸੀਂ ਸੰਸਾਰ ਤੇ ਸੰਸਾਰ ਦੇ ਝੰਬੇਲਿਆਂ ਤੋਂ ਵੱਖਰੇ ਰਹਿੰਦੇ ਹਾਂ, ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਜੰਗਲਾਂ 'ਚ ਰਹਿੰਦੇ ਹਾਂ, ਰੁੱਖਾਂ ਦੇ ਥੱਲੇ ਰਹਿੰਦੇ ਹਾਂ। ਤੇ ਗੁਰੂ ਸਾਹਿਬ ਜੀ ਨੇ ਫਿਰ ਉਹਦਾ ਜਵਾਬ ਦਿੱਤਾ ਸੀ ਵੀ ਨਹੀਂ, ਜਿਹੜੀ ਗੁਰਮਤਿ ਹੈ ਉਹ ਇਹ ਹੈ, ਹਾਟੀ ਬਾਟੀ ਨੀਂਦ ਨਾ ਆਵੇ ਸੰਸਾਰ, ਤੇ ਸੰਸਾਰ ਦੇ ਕਾਰ ਵਿਹਾਰਾਂ ਵਿੱਚ ਰਹਿੰਦਿਆਂ ਹੋਇਆਂ ਇਨਸਾਨ ਜਿਹੜਾ ਹੈ ਉਹ ਕਿਤੇ ਵਿਕਾਰਾਂ ਦੀ ਨੀਂਦ ਵਿੱਚ ਨਾ ਡੁੱਬਿਆ ਰਹੇ, ਉਹ ਅਗਿਆਨਤਾ ਦੀ ਨੀਂਦ ਵਿੱਚ ਹੀ ਨਾ ਸੁੱਤਾ ਰਹੇ। ਸੁਚੇਤ ਹੋਣਾ ਚਾਹੀਦਾ ਹੈ, ਜਾਗਦਾ ਹੋਣਾ ਚਾਹੀਦਾ ਹੈ, ਸਤਰਕ ਹੋਣਾ ਚਾਹੀਦਾ ਹੈ। ਸਾਨੂੰ ਤੇ ਬਾਣੀ ਵੀ ਕਹਿੰਦੀ ਸਾਵਧਾਨ ਹੋਏ
ਇਕਾਗਰ ਜੀ। ਸਾਵਧਾਨ, ਸੁਚੇਤ, ਢਿੱਲੇ ਨਹੀਂ ਪੈਣਾ, ਸੁਚੇਤ ਹੋ ਕੇ ਰਹਿਣਾ, ਸਾਵਧਾਨ ਹੋ ਕੇ ਰਹਿਣਾ। ਗੁਰੂ ਬਖਸ਼ਿਸ਼ ਕਰੇ ਨੁਕਤੇ ਸਮਝ ਵਿੱਚ ਆ ਜਾਣ ਸਾਡੇ। ਤੇ ਬਚਨ ਆਇਆ ਸੀ, ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੋਲਾਏ। ਚਿੱਤ ਜਿਹੜਾ ਸਾਡਾ ਭਟਕੇ ਨਾ, ਪਰਾਏ ਘਰ ਵੱਲ ਧੱਕੇ ਨਾ। ਪਰਾਏ ਘਰ ਦਾ ਮਤਲਬ ਕੀ ਹੈ? ਜਿੱਥੇ ਅਸੀਂ ਸੰਸਾਰਕ ਪੱਧਰ ਤੇ ਪਰਾਏ ਘਰ, ਪਰਾਇਆ ਤਨ, ਧਨ, ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਹਾਂ। ਇਸੇ ਤਰ੍ਹਾਂ ਧਾਰਮਿਕ ਪੱਖ ਵਿੱਚ ਵੀ ਤੁਸੀਂ ਕਦੇ ਮਹਿਸੂਸ ਕਰੋ, ਕਈ ਬੜੇ ਸੱਜਣ ਗੁਰਦੁਆਰਾ ਸਾਹਿਬ ਆਉਂਦੇ ਨੇ, ਬਾਣੀ ਪੜ੍ਹਦੇ, ਅਰਦਾਸ ਬੇਨਤੀ ਸਾਰਾ ਕੁਛ ਹੈ। ਕੁਛ ਦਿਨਾਂ ਬਾਅਦ ਹੀ ਉਹਨਾਂ ਨੂੰ ਦੇਖੋ, ਕੋਈ ਕਿਸੇ ਥਾਂ ਤੇ ਦੀਵਾ ਜਗਾ ਰਿਹਾ ਹੈ, ਕੋਈ ਕਿਸੇ ਥਾਂ ਤੇ ਕੁਛ ਕਰ ਰਿਹਾ, ਕੋਈ ਇਹ ਵੀ ਪਰ ਘਰ ਚਿੱਤ ਡਲਾਉਣ ਵਾਲੀ ਗੱਲ ਹੈ। ਪਰ ਇੱਕ ਥਾਂ ਟਿਕਣਾ ਨਹੀਂ। ਉਹਨਾਂ ਦੀ ਹਾਲਤ ਫਿਰ ਜਿਹੜੀ ਹੈ ਨਾ, ਗੁਰੂ ਸਾਹਿਬ ਜੀ ਨੇ ਬਾਣੀ 'ਚ ਇਸ ਤਰ੍ਹਾਂ ਕਿਹਾ ਹੈ, ਦੁਆਰ ਹੈ ਦੁਆਰ ਸੁਆਣ ਜਿਉਂ ਡੋਲਤ। ਸੁਆਣ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ, ਕੁੱਤੇ ਨੂੰ ਕਿਹਾ ਹੈ। ਦੁਆਰ ਹੈ ਦੁਆਰ, ਦਰ ਦਰ ਤੇ ਭਟਕਣ ਵਾਲਾ। ਖੈਰ, ਉਹਦੇ 'ਚ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਸੀ ਕਿ ਨਹੀਂ, ਸੰਸਾਰ ਵਿੱਚ ਰਹਿੰਦੇ ਆ, ਸੰਸਾਰ ਦੇ ਕਾਰ ਵਿਹਾਰ ਕਰਦੇ ਆ, ਚਿੱਤ ਜਿਹੜਾ ਉਹ ਪਰਮੇਸ਼ਰ ਨਾਲ ਜੋੜਨਾ ਹੈ, ਅਕਾਲ ਪੁਰਖ ਨਾਲ ਜੋੜਨਾ ਹੈ। ਸਾਂਝ ਚਿੱਤ ਦੀ ਹੈ ਵਾਹਿਗੁਰੂ ਪਰਮਾਤਮਾ ਨਾਲ, ਕਿਉਂਕਿ ਜਿਹੜੀ ਚੀਜ਼ ਟੁੱਟੀ ਹੁੰਦੀ ਹੈ ਨਾ, ਜੋੜਨੀ ਉਹੀ ਚਾਹੀਦੀ ਹੈ। ਤੇ ਰੱਬ ਨਾਲੋਂ ਟੁੱਟਿਆ ਕੀ ਹੈ? ਇਹ ਤਨ ਨਹੀਂ ਟੁੱਟਿਆ, ਇਹ ਅੱਜ ਵੀ ਰੱਬ ਨਾਲ ਜੁੜਿਆ ਹੈ। ਆਪਾਂ ਸਾਹ ਲੈਂਦੇ ਹਾਂ ਨਾ, ਤੇ ਸਾਹ ਹਵਾ ਦੀ ਲੈਂਦੇ ਹਾਂ ਨਾ। ਹਵਾ ਕੀ ਹੈ? ਰੱਬ ਦੀ ਕੁਦਰਤ। ਪਾਣੀ ਪੀਂਦੇ ਹਾਂ, ਪਾਣੀ ਕੀ ਹੈ? ਰੱਬ ਦੀ ਕੁਦਰਤ। ਭੋਜਨ ਖਾਂਦੇ ਹਾਂ, ਭੋਜਨ ਕੀ ਹੈ? ਰੱਬ ਦੀ ਕੁਦਰਤ। ਤਨ ਦਾ ਸੰਬੰਧ ਵਾਹਿਗੁਰੂ ਨਾਲੋਂ ਨਹੀਂ ਜੇ ਟੁੱਟਿਆ। ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨਾ ਵੀ ਸਰੀਰ ਹੈ ਸਾਡਾ, ਸਰੀਰ ਦਾ ਜਿਹੜਾ ਹਿੱਸਾ ਅੰਗ ਜਿਉਂਦਾ ਹੈ, ਸਮਝ ਲੈਣਾ ਉੱਥੇ ਵਾਹਿਗੁਰੂ ਬੈਠਾ ਹੋਇਆ ਹੈ। ਉਹ ਨਹੀਂ ਟੁੱਟਿਆ। ਟੁੱਟਿਆ ਕੀ? ਸਾਡਾ ਧਿਆਨ, ਸਾਡੀ ਸੁਰਤ, ਸਾਡਾ ਚਿੱਤ, ਸਾਡੀ ਲਿਵ। ਇਸ ਲਈ ਬਾਣੀ ਵਿੱਚ ਬਚਨ ਹੁੰਦਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰਵਤ ਆਇਆ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਚਿੱਤ ਟੁੱਟਿਆ। ਚਿੱਤ ਨੂੰ ਜੋੜਨਾ ਹੈ। ਅਸੀਂ ਆਪਣੇ ਚਿੱਤ ਨੂੰ, ਆਪਣੇ ਧਿਆਨ ਨੂੰ ਜੋੜਨਾ ਹੈ ਪਰਮੇਸ਼ਰ ਨਾਲ। ਸਾਡੀ ਸੁਰਤ ਵਿੱਚ, ਸਾਡੇ ਧਿਆਨ ਵਿੱਚ ਰੱਬ ਨਹੀਂ ਹੈ, ਬਾਕੀ ਸਭ ਥਾਂ ਤੇ ਹੈ। ਸਾਡੇ ਧਿਆਨ ਵਿੱਚ, ਸੁਰਤ ਵਿੱਚ ਵਾਹਿਗੁਰੂ ਨਾ ਹੋਣ ਕਰਕੇ ਸਾਡੇ ਧਿਆਨ, ਸੁਰਤ ਵਿੱਚ ਜਿਹੜੀ ਚੀਜ਼ ਹੈਗੀ ਹੈ, ਉਹਦੇ ਅਧੀਨ ਫਿਰ ਅਸੀਂ ਕਰਮ ਕਰਦੇ ਹਾਂ। ਇਹ ਚੀਜ਼ ਜਿਹੜੀ ਹੈ ਸਾਨੂੰ ਫਿਰ ਪਰਮਾਤਮਾ ਤੋਂ ਦੂਰੀ ਦਾ ਕਾਰਨ ਬਣਦੀ ਹੈ। ਅੱਜ ਦਾ ਜਿਹੜਾ ਬਚਨ ਹੈ, 9ਵੀਂ ਪੌੜੀ। ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਥਾ, 12 ਅੰਤਰ ਏਕ ਸਰੇਵੋ, ਖਟ ਦਰਸ਼ਨ ਇੱਕ ਪੰਥਾ, ਇਨ ਬਿਦ ਮਨ ਸਮਝਾਈਐ ਪੁਰਖਾ, ਬਾਹੁੜ ਚੋਟ ਨਾ ਖਾਈਐ, ਗੁਰ ਨਾਨਕ ਬੋਲੇ ਗੁਰਮੁਖ ਬੁੱਝੈ, ਜੋਗ ਜੁਗਤ ਇਹ ਵਪਾਈਐ। ਇਹ ਜਿਹੜੀਆਂ ਪਹਿਲੀਆਂ 3 ਪੰਕਤੀਆਂ ਨੇ, ਇਨ ਬਿਦ ਮਨ ਸਮਝਾਈਐ ਪੁਰਖਾ, ਇੱਥੋਂ ਵਾਲੀ ਜਿਹੜੀ ਪੰਕਤੀ ਤੱਕ, ਇਹ ਉਹ ਜਿਹੜੇ ਯੋਗੀ ਨੇ ਉਹਨਾਂ ਦੀ ਵਿਚਾਰਧਾਰਾ ਹੈ। ਅਖੀਰਲੀ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਆਪ ਜਵਾਬ ਦਿੰਦੇ ਆ। ਉਹ ਕੀ ਕਹਿੰਦੇ ਨੇ? ਗੁਰੂ ਨਾਨਕ ਸਾਹਿਬ ਜੀ ਲਿਖ ਰਹੇ ਨੇ, ਦੱਸ ਰਹੇ ਨੇ। ਕਹਿੰਦੇ ਨੇ, ਉਹ ਕਹਿੰਦੇ ਨੇ, ਦਰਸ਼ਨ ਭੇਖ ਕਰੋ ਜੋਗਿੰਦਰਾ। ਜੋਗਿੰਦਰਾ ਦਾ ਅਰਥ ਹੈ ਜਿਹੜਾ ਸੁਪਰੀਮ, ਜਿਸ ਤਰ੍ਹਾਂ ਰਾਜਾ ਹੁੰਦਾ ਹੈ, ਜੋਗੀਆਂ ਵਿੱਚੋਂ ਜਿਹੜਾ ਸੁਪਰੀਮ ਇਹਨਾਂ ਦਾ ਮੱਤ ਹੈ, ਜਿਹਨੂੰ ਵੱਡਾ ਮੱਤ ਕਹਿ ਲਓ। ਜਿਸ ਤਰ੍ਹਾਂ ਆਪਾਂ ਕਹਿੰਦੇ ਜਥੇਬੰਦੀਆਂ ਵਿੱਚੋਂ ਵੱਡੀ ਜਥੇਬੰਦੀ, ਆਪਾਂ ਆਮ ਕਹਿ ਦਿੰਦੇ ਨਾ। ਹੋਰ ਵੀ ਬਹੁਤ ਗੁਰਦੁਆਰਾ ਕਮੇਟੀਆਂ, ਪਰ ਸ਼੍ਰੋਮਣੀ ਕਮੇਟੀ ਸਭ ਤੋਂ ਵੱਡੀ ਹੈ। ਆਮ ਇਹ ਲਫ਼ਜ਼ ਆਪਾਂ ਵਰਤਦੇ ਹਾਂ। ਸੁਪਰੀਮ ਜਿਹੜਾ ਮੱਤ ਇਹਨਾਂ ਦਾ। ਦਰਸ਼ਨ ਦਾ ਅਰਥ ਹੁੰਦਾ ਹੈ ਮੱਤ। ਭੇਖ ਦਾ ਅਰਥ ਹੈ ਜਿਹੜਾ ਉਸ ਕਹਿ ਲਓ ਮੱਤ ਦੇ ਅੱਗੇ ਪੰਥ ਬਣੇ ਹੋਏ ਨੇ, ਰਸਤੇ ਬਣੇ ਹੋਏ ਨੇ। ਇਹ ਜਿਹੜੇ ਜੋਗੀਆਂ ਦੇ ਮੱਤ ਨੇ ਨਾ, 12 ਅੰਤਰ ਏਕ ਸਰੇਵੋ,
12 ਦਾ ਅਰਥ ਕੀ? ਗਿਣਤੀ ਦੇ 12। ਇਹਨਾਂ ਦੇ 12 ਮੱਤ ਨੇ। ਉਹਨਾਂ ਵਿੱਚੋਂ ਇੱਕ ਸੁਪਰੀਮ ਮੱਤ ਹੈ, ਜਿਹਨੂੰ ਵੱਡਾ ਮੱਤ ਕਿਹਾ ਗਿਆ, ਉਹ ਹੈ ਆਈ ਪੰਥੀ, ਜਿਹਦੇ ਬਾਰੇ ਗੁਰਬਾਣੀ 'ਚ ਬਚਨ ਵੀ ਹੁੰਦਾ, ਆਈ ਪੰਥੀ ਸਗਲ ਜਮਾਤੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਿੰਨੀ ਵਿਚਾਰ ਗੋਸ਼ਟੀ ਹੋਈ ਜ਼ਿਆਦਾਤਰ ਉਹਨਾਂ ਨਾਲ ਹੋਈ ਹੈ। ਉਹ ਵੱਡਾ ਮੱਤ ਹੈ, ਸਭ ਤੋਂ ਵੱਡਾ ਮੱਤ ਉਹ ਹੈ। ਉਹਦੇ ਗਾਂਹ ਫਿਰ 6 ਪੰਥ ਨੇ, ਜਿਵੇਂ ਜੋਗੀ, ਜੰਗਮ, ਸੰਨਿਆਸੀ, ਬੈਰਾਗੀ, ਜੈਨੀ, ਇਸ ਤਰ੍ਹਾਂ ਇਹਨਾਂ ਦੇ ਗਾਂਹ ਫਿਰ 6 ਨੇ। ਵੈਸ਼ਨੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੱਸਦੇ ਨੇ, ਕਹਿੰਦੇ ਉਹ ਯੋਗੀ ਕਹਿੰਦੇ ਨੇ, ਸਾਡੇ ਮੱਤ ਦੇ ਪੰਥ ਨੂੰ ਧਾਰਨ ਕਰੋ, ਦਰਸ਼ਨ ਭੇਖ ਕਰੋ ਯੋਗਿੰਦਰਾ। ਜਿਹੜਾ ਸਾਡਾ ਸਭ ਤੋਂ ਵੱਡਾ ਪੰਥ ਹੈ ਨਾ, ਉਹਨੂੰ ਧਾਰਨ ਕਰੋ ਤੁਸੀਂ, ਉਹਦੇ ਵਿੱਚ ਪ੍ਰਵੇਸ਼ ਕਰੋ ਤੁਸੀਂ। ਉਹਨੂੰ ਧਾਰਨ ਕਰਨ ਵਾਸਤੇ ਮੁੰਦਰਾ, ਝੋਲੀ, ਖਿੰਥਾ, ਕੰਨਾਂ 'ਚ ਮੁੰਦਰਾ ਪਾਉਣੀਆਂ ਨੇ, ਝੋਲੀ ਧਾਰਨ ਕਰਨੀ ਹੈ, ਗੋਦੜੀ ਪਹਿਨਣੀ ਹੈ, ਇਹ ਲਿਬਾਸ ਹੈ, ਭੇਖ ਹੈ। ਇੱਕ ਚੀਜ਼ ਇੱਥੇ ਹੋਰ ਸਾਂਝੀ ਕਰ ਲਵਾਂ, ਕਈ ਵਾਰ ਨਾ ਸਵਾਲ ਆਉਂਦਾ ਹੈ, ਮੇਰੇ ਅੱਗੇ ਬਹੁਤ ਸਵਾਲ ਇਹੋ ਜਿਹੇ ਆਉਂਦੇ ਨੇ। ਉਹ ਕਹਿੰਦੇ ਭਾਈ ਸਾਹਿਬ, ਜੋ ਤੁਸੀਂ ਦੂਜੇ ਮੱਤਾਂ ਦੀ ਗੱਲ ਕਰਦੇ ਹੋ, ਕਹਿੰਦੇ ਭੇਖ ਆ, ਤੇ ਜਿਹੜੇ ਆ ਕਕਾਰ ਪਹਿਨਦੇ ਆ, ਤੇ ਇਹ ਵੀ ਤੇ ਫਿਰ ਸਾਡਾ ਇੱਕ ਭੇਖ ਹੈ ਨਾ, ਵੀ ਬਾਹਰ ਧਾਰਨ ਕੀਤੇ। ਮੈਂ ਇਹ ਨੁਕਤਾ ਥੋੜ੍ਹਾ ਜਿਹਾ ਸਾਂਝਾ ਕਰ ਲਵਾਂ। ਇਹ ਭੇਖ ਨਹੀਂ ਹੈ, ਇਹ ਅਸਲ ਦੇ ਵਿੱਚ ਇੱਕ ਸਰਟੀਫਿਕੇਟ ਹੈ, ਜਿਹੜਾ ਇਹ ਦੱਸ ਰਿਹਾ ਹੈ, ਗਵਾਹੀ ਦੇ ਰਿਹਾ ਹੈ ਕਿ ਜਿਸ ਬੰਦੇ ਨੇ ਪਾਇਆ ਹੈ, ਇਹ ਇੰਨਾ ਕੁਆਲੀਫਾਈਡ ਹੈ, ਇਹਦੇ ਅੰਦਰ ਆਹ ਯੋਗਤਾ ਹੈ। ਉਹ ਵੱਖਰੀ ਗੱਲ ਹੈ ਕਿ ਅਸੀਂ ਉਸ ਯੋਗਤਾ ਨੂੰ ਜਾਂ ਉਸ ਜਿਹੜੀ ਉਹਦੇ ਵਿਚਲੀ ਫਿਲਾਸਫੀ ਹੈ, ਉਹਨੂੰ ਧਾਰਨ ਨਹੀਂ ਅਗਰ ਕੀਤਾ ਹੋਇਆ, ਉਹ ਇੱਕ ਵੱਖਰੀ ਗੱਲ ਹੈ। ਪਰ ਰਿਐਲਿਟੀ ਇਹ ਹੈ, ਇਹ ਦੱਸਦਾ ਹੈ ਕਿ ਜਿਹੜੇ 5 ਕਕਾਰ ਪਹਿਨਣ ਦਾ ਮਤਲਬ ਕੀ ਹੈ, ਇਹ ਧਾਰਨ ਕਰਨ ਦਾ ਮਤਲਬ ਕੀ। ਇਹ ਵੇਖੋ ਕਿੰਨਾ ਖੂਬਸੂਰਤ ਨੁਕਤਾ ਹੈ, ਧਾਰਨ ਕਰਨਾ। ਲਫ਼ਜ਼ ਬੜੇ ਕੀਮਤੀ ਨੇ, ਅਸੀਂ ਕਦੇ ਸਮਝੇ ਨਹੀਂ। ਜਿਸ ਤਰ੍ਹਾਂ ਅੰਮ੍ਰਿਤ ਧਾਰੀ, ਅੰਮ੍ਰਿਤ ਪੀਣੇ ਨਹੀਂ ਕਦੀ ਕਿਹਾ ਜਾਂਦਾ, ਵੈਸੇ ਆਪਾਂ ਪੀਂਦੇ ਹਾਂ ਨਾ, ਛਕਦੇ ਹਾਂ, ਪਰ ਕਦੀ ਕਿਹਾ ਕਿ ਅੰਮ੍ਰਿਤ ਪੀਣੇ, ਅੰਮ੍ਰਿਤ ਪੀਣਾ ਆ ਗਿਆ। ਅੰਮ੍ਰਿਤ ਧਾਰੀ, ਧਾਰਨ ਕਰਨਾ, ਧਾਰਨ ਦਾ ਅਰਥ ਹੈ ਗ੍ਰਹਿਣ ਕਰਨਾ ਉਸ ਚੀਜ਼ ਨੂੰ, ਅਪਣਾ ਲੈਣਾ ਉਸ ਚੀਜ਼ ਨੂੰ, ਉਹਨੂੰ ਅਪਲਾਈ ਕਰਨਾ ਆਪਣੇ ਅੰਦਰ। ਧਾਰਨ ਕਰਨ ਦਾ ਅਰਥ ਇਹ ਹੁੰਦਾ ਹੈ। ਅੰਮ੍ਰਿਤ ਧਾਰੀ, ਅੰਮ੍ਰਿਤ ਨੂੰ ਧਾਰਨ ਕਰਨਾ ਹੈ। ਤੇ ਅੰਮ੍ਰਿਤ ਕੀ ਹੈ? ਬਾਣੀ, ਸ਼ਬਦ। ਇਹਨੂੰ ਧਾਰਨ ਕਰਨਾ ਜੀਵਨ ਦੇ ਵਿੱਚ, ਅਪਣਾਉਣਾ ਜੀਵਨ ਵਿੱਚ, ਅਪਲਾਈ ਕਰਨਾ ਆਪਣੇ ਜੀਵਨ ਵਿੱਚ, ਕਿਤੇ ਵਿਚਾਰਾਂ ਸਾਡੀ ਪਕੜ ਵਿੱਚ ਆ ਜਾਣ। ਇਹ ਕਕਾਰ ਇਹ ਚੀਜ਼ ਦੱਸਦੇ ਨੇ ਦੇਖਣ ਵਾਲੇ ਨੂੰ ਕਿ ਇਹ ਜਿਸ ਸ਼ਖਸ ਨੇ ਆਹ ਚੀਜ਼ ਪਹਿਨੀ ਹੋਈ ਹੈ ਨਾ, ਇਹਦੇ ਅੰਦਰ ਆਹ ਕੁਆਲੀਫਿਕੇਸ਼ਨ ਹੈ। ਜਿਸ ਤਰ੍ਹਾਂ ਹੁਣ ਕੇਸਾਂ ਦੀ ਗੱਲ ਕਰ ਲਈਏ, ਕੇਸ ਸਿੱਖ ਦੀ ਨਿਸ਼ਾਨੀ ਨਹੀਂ ਹੈ। ਵਿਚਾਰ ਨੂੰ ਪਹਿਲਾਂ ਬਰੀਕੀ ਨਾਲ ਸਮਝ ਲਿਓ, ਕਈ ਵਾਰ ਆਪਾਂ ਨਾ ਛਿਲਕੇ ਤੇ ਫਿਸਲ ਜਾਂਦੇ ਹਾਂ। ਤੁਸੀਂ ਬਹੁਤ ਸਾਰੇ ਗੋਰੇ ਦੇਖੋਗੇ, ਹੋਰ ਵੀ ਬਹੁਤ ਸਾਰੇ ਦੇਖੋਗੇ, ਰਿਸ਼ੀ ਮੁਨੀ ਵੀ ਦੇਖੇ ਹੋਣਗੇ, ਬਹੁਤ ਸਾਰੇ ਲੋਕਾਂ ਦੇ ਕੇਸ ਹੁੰਦੇ ਆ, ਵੈਸੇ ਸਭਨਾਂ ਦੇ ਕੇਸ ਹੁੰਦੇ ਆ। ਕੇਸ ਮਨੁੱਖ ਦੀ ਨਿਸ਼ਾਨੀ ਹੈ, ਸਿੱਖ ਦੀ ਨਿਸ਼ਾਨੀ ਨਹੀਂ ਹੈ, ਮਨੁੱਖ ਦੀ ਨਿਸ਼ਾਨੀ ਹੈ। ਜੇ ਕੇਸਾਂ ਨੂੰ ਕੰਪਲਸਰੀ ਕੀਤਾ, ਉਹਦਾ ਮਤਲਬ ਇਹ ਹੈ ਕਿ ਮਨੁੱਖਤਾ ਜਿਹੜੀ ਹੈ ਨਾ, ਉਹ ਸਾਡੇ ਕੋਲ ਹੋਣੀ ਚਾਹੀਦੀ ਹੈ। ਮਨੁੱਖਤਾ ਜ਼ਰੂਰੀ ਹੈ। ਰੱਬ ਦਾ ਮਿਲਾਪ ਵੀ ਮਨੁੱਖ ਦੇ ਨਾਲ ਹੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ, ਤੁਮਰੀ ਕਿਰਪਾ ਤੇ ਮਾਨੁਖ ਦੇਹ। ਕਿਉਂਕਿ ਅਸੀਂ ਐਜ਼ ਏ ਮਨੁੱਖ ਦੀ ਜ਼ਿੰਦਗੀ ਨਹੀਂ ਜੀ ਰਹੇ, ਕੋਈ ਕਿਸੇ ਹੋਰ ਦੀ ਜ਼ਿੰਦਗੀ ਜੀ ਰਿਹਾ, ਕੋਈ ਕਿਸੇ ਹੋਰ ਦੀ ਜੀ ਰਿਹਾ, ਹਿੰਦੂ ਦੀ ਜ਼ਿੰਦਗੀ ਜੀ ਰਿਹਾ, ਮੁਸਲਮ ਦੀ ਜ਼ਿੰਦਗੀ ਜੀ ਰਿਹਾ, ਸਿੱਖ ਦੀ ਜ਼ਿੰਦਗੀ ਜੀ ਰਿਹਾ, ਸਭ ਇੱਕ ਵੱਖਰੀ ਵੱਖਰੀ ਜ਼ਿੰਦਗੀ ਜੀ ਰਹੇ। ਐਜ਼ ਏ ਮਨੁੱਖ ਦੀ ਜ਼ਿੰਦਗੀ ਕੋਈ ਨਹੀਂ ਜੀ ਰਿਹਾ।
ਜੇ ਐਜ ਏ ਮਨੁੱਖ ਦੀ ਜ਼ਿੰਦਗੀ ਜੀਏ ਤਾਂ ਸਾਡੇ ਵਖਰੇਵੇਂ ਕਿਤੇ ਨਹੀਂ, ਸਾਡੀ ਲੜਾਈ ਫਾਈਟ ਹੀ ਖਤਮ ਹੋ ਜੇ ਸਾਰੀ, ਈਰਖਾ ਨਫ਼ਰਤ ਰਵੇ ਹੀ ਕੁਛ ਨਾ ਉੱਥੇ। ਲੜਾਈ ਕਿਹਦੇ ਵਿੱਚ ਹੈ? ਹਿੰਦੂ ਤੇ ਮੁਸਲਿਮ ਵਿੱਚ, ਸਿੱਖ ਤੇ ਹਿੰਦੂ 'ਚ ਜਾਂ ਸਿੱਖ ਤੇ ਮੁਸਲਿਮ ਵਿੱਚ। ਮਨੁੱਖ ਵਿੱਚ ਤਾਂ ਲੜਾਈ ਹੈ ਹੀ ਨਹੀਂ। ਵਿਤਕਰਾ ਕਿਹਦੇ ਵਿੱਚ ਹੈ? ਉਹਨਾਂ ਮਜ਼ਹਬਾਂ ਦੇ ਵਿੱਚ। ਗੁਰੂ ਸਾਹਿਬ ਜੀ ਨੇ ਕੰਪਲਸਰੀ ਕੀਤਾ ਸੀ, ਮਨੁੱਖਤਾ ਨਹੀਂ ਖਤਮ ਕਰਨੀ। ਜਿਹਦੇ ਇਹ ਸਰੂਪ ਹੈ, ਇਹਦਾ ਮਤਲਬ ਇਹਦੇ ਅੰਦਰ ਮਨੁੱਖਤਾ ਜਿਉਂਦੀ ਹੈ। ਮੈਂ ਨਾ ਕਕਾਰਾਂ ਦੇ ਉੱਤੇ ਵੀ ਨਾ ਕਿਸੇ ਵਿਸ਼ੇਸ਼ ਫਿਰ ਕਿਤੇ ਆਪਾਂ ਪ੍ਰੋਗਰਾਮ ਜਿਹੜਾ ਹੈ, ਇਹ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਾਂ ਨੁਕਤੇ ਸਾਰੇ ਖੋਲਾਂਗੇ ਜ਼ਰੂਰ। ਚਾਹੇ ਕੜਾ ਹੈ, ਚਾਹੇ ਕੰਘਾ ਹੈ, ਚਾਹੇ ਕਸ਼ਹਿਰਾ ਹੈ, ਇਹ ਜਿੰਨੇ ਵੀ ਸਾਨੂੰ, ਚਾਹੇ ਕਿਰਪਾਨ ਦੀ ਗੱਲ ਹੈ, ਇਹ ਅਸਲ ਦੇ ਵਿੱਚ ਬੜੇ ਖੂਬਸੂਰਤ ਫਲਸਫੇ ਨੇ ਜਿਹੜੇ ਅਸੀਂ ਜੀਵਨ ਵਿੱਚ ਧਾਰਨ ਕਰਨੇ ਆ। ਤੇ ਜਦੋਂ ਅਸੀਂ ਉਹਨਾਂ ਵਿੱਚ ਕਾਮਯਾਬ ਹੋ ਜਾਂਦੇ ਧਾਰਨ ਕਰਨ ਵਿੱਚ, ਫਿਰ ਇਹਨੂੰ ਜਿਹੜਾ ਤਨ ਦੇ ਉੱਤੇ ਤਾਂ ਪਹਿਨਿਆ ਜਾਂਦਾ ਹੈ ਕਿ ਜਿਵੇਂ ਜਦੋਂ ਕੋਈ ਡਾਕਟਰ ਬਣ ਜਾਂਦਾ ਹੈ, ਉਹਦੇ ਕੋਲ ਉਹਦਾ ਇੱਕ ਸਰਟੀਫਿਕੇਟ ਹੁੰਦਾ ਕਿ ਹਾਂ ਮੈਂ ਡਾਕਟਰੀ ਸਿੱਖੀ ਹੈ ਤੇ ਡਾਕਟਰ ਬਣ ਚੁੱਕਿਆ ਹਾਂ। ਇਸੇ ਤਰ੍ਹਾਂ ਮੈਂ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਕਮਾਇਆ ਹੈ ਤੇ ਮੈਂ ਆਪ ਬਣ ਚੁੱਕਿਆ ਹਾਂ। ਇੱਕ ਵਾੜ, ਇਹਨੂੰ ਵਾੜ ਵੀ ਕਹਿ ਸਕਦੇ ਆਪਾਂ, ਜਿਸ ਤਰ੍ਹਾਂ ਨਾ ਖੇਤ ਹੁੰਦਾ ਹੈ, ਖੇਤ ਦੇ ਚੁਫੇਰੇ, ਤਾਂ ਕਿ ਅਹਿਸਾਸ ਰਵੇ, ਮੈਂ ਝੂਠ ਨਹੀਂ ਬੋਲਣਾ, ਅਹਿਸਾਸ ਰਵੇ ਮੈਂ ਈਰਖਾ ਨਹੀਂ ਕਰਨੀ, ਮੈਂ ਵਿਕਾਰਾਂ ਵਿੱਚ ਨਹੀਂ ਪੈਣਾ। ਇਹ ਜਿਹੜੇ ਬੁਰਾਈਆਂ ਵਿਕਾਰਾਂ ਰੂਪੀ ਜਾਨਵਰ ਹੈ, ਜੀਵਨ ਰੂਪੀ ਖੇਤ ਦੇ ਵਿੱਚ ਨਾ ਕਿਤੇ ਆ ਜਾਣ। ਇਹ ਵਾੜ ਹੈ। ਫਲ ਕਦੇ ਵਾੜ ਨੂੰ ਨਹੀਂ ਲੱਗਦਾ, ਫਲ ਜਿਹੜਾ ਖੇਤ ਵਿੱਚ ਬੀਜ ਬੀਜਿਆ ਉਹਨੂੰ ਲੱਗਦਾ ਹੈ। ਸਾਡਾ ਬਹੁਤ ਸਾਰਾ ਤਬਕਾ ਐਸਾ ਹੈ ਜਿਹੜਾ ਵਾੜ ਦੇ ਵਿੱਚੋਂ ਫਲ ਲੱਭਣ ਦੀ ਕੋਸ਼ਿਸ਼ ਵਿੱਚ ਹੀ ਉਲਝ ਗਿਆ, ਜਿਵੇਂ ਉਹ ਜੋਗੀ ਲੋਕ ਸੀ, ਜਾਂ ਕਹਿ ਲਓ ਜਿਹੜੇ ਹੋਰ ਕੋਈ ਹੋਣਗੇ ਕਰਮਕਾਂਡੀ ਲੋਕ। ਇਹ ਵਿਚਾਰਾਂ ਕਿਤੇ ਸਾਡੀ ਪਕੜ 'ਚ ਆ ਜਾਣ। ਖੈਰ, ਉਹ ਕਹਿੰਦੇ ਤੁਸੀਂ ਮੁੰਦਰਾ ਪਹਿਨੋ, ਝੋਲੀ ਪਾਓ, ਗੋਦੜੀ ਜਿਹੜੀ ਹੈ ਉਹ ਪਾਓ, 12 ਅੰਤਰ ਏਕ ਸਿਰੇਵੋ ਖਟ ਦਰਸ਼ਨ ਇੱਕ ਪੰਥਾ। 12 ਮੱਤਾਂ ਦੇ ਵਿੱਚ ਜਿਹੜਾ ਇਹ ਸਾਡਾ ਸਾਰਾ ਚੱਲ ਰਿਹਾ, ਉਹਦੇ ਵਿੱਚੋਂ ਇੱਕ ਮੱਤ ਜਿਹੜਾ ਹੈ ਉਹ ਆਈ ਪੰਥੀ ਹੈ। ਉਹਦੇ ਗਾਂ ਫਿਰ 6 ਕਹਿ ਲਓ ਤੁਸੀਂ ਕਿ 12 ਫਿਰਕਿਆਂ ਵਿੱਚੋਂ ਇੱਕ ਫਿਰਕਾ ਆਈ ਪੰਥੀ, ਉਹਦੇ ਗਾਂ ਫਿਰ 6 ਕਹਿ ਲਓ ਉਹਦੇ ਵਿੱਚੋਂ ਨਿਕਲੇ ਹੋਏ ਨੇ ਪੰਥ, ਜੋਗੀ, ਜੰਗਮ, ਵੈਸ਼ਨੋ, ਜੈਨੀ, ਸੰਨਿਆਸੀ, ਇਸ ਤਰੀਕੇ ਦੇ ਨਾਲ। ਇਨ ਬਿਦ ਮਨ ਸਮਝਾਈਐ ਪੁਰਖਾ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ, ਜਦੋਂ ਤੁਸੀਂ ਇਹਨੂੰ ਧਾਰਨ ਕਰੋਗੇ ਨਾ, ਭਾਵ ਇਸ ਮੱਤ ਵਿੱਚ ਆ ਜਾਓਗੇ, ਤੁਸੀਂ ਆਹ ਕੁਛ ਪਹਿਨ ਲਓਗੇ, ਮੁੰਦਰਾ ਪਾ ਲਓਗੇ, ਝੋਲੀ ਪਾ ਲਓਗੇ, ਗੋਦੜੀ ਪਹਿਨ ਲਵੋਗੇ, ਇਸ ਤਰੀਕੇ ਦੇ ਨਾਲ ਫਿਰ ਮਨ ਨੂੰ ਸਮਝਾਇਆ ਜਾਂਦਾ ਹੈ। ਮਨ ਜਿਹੜਾ ਇਹ ਕੰਟਰੋਲ ਵਿੱਚ ਆਉਂਦਾ ਹੈ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਰੱਬੀ ਮਿਲਾਪ ਦਾ ਸੰਬੰਧ ਹੀ ਮਨ ਨਾਲ, ਇਸੇ ਲਈ ਗੁਰਬਾਣੀ ਵਿੱਚ ਕਹੋ ਨਾਨਕ ਸੁਨ ਰੇ ਮਨਾ, ਮਨ ਨੂੰ ਹੀ ਕਿਹਾ ਗਿਆ ਹੈ। ਕਹੋ ਨਾਨਕ ਹਰ ਭਜ, ਮਨੁੱਖ ਲਫ਼ਜ਼ ਵੀ ਤੇ ਮਨ ਦੇ ਨਾਲ ਹੀ ਤੇ ਜੁੜਿਆ ਹੋਇਆ ਹੈ। ਮਨੁੱਖ ਮਨ ਨਾਲ ਹੀ ਤੇ ਜੁੜਿਆ ਹੋਇਆ ਹੈ। ਇਸੇ ਵਾਸਤੇ ਤੇ ਕਿਹਾ ਗਿਆ ਮਨ ਸਮਝਾਵਨ ਕਾਰਨੇ ਕਛੂਕ ਪੜ੍ਹਿਆ ਗਿਆਨ। ਮਨ ਨੂੰ ਸਮਝਾਉਣ, ਮਨ ਜੀਤੈ ਜਗ ਜੀਤ। ਉਹ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਮਨ ਨੂੰ ਸਮਝਾਇਆ ਜਾਂਦਾ ਹੈ ਜਦੋਂ ਅਸੀਂ ਤਨ ਦੇ ਉੱਤੇ ਆ ਕੁਛ ਧਾਰਨ ਕਰ ਲੈਂਦੇ ਹਾਂ। ਤੇ ਜਦੋਂ ਅਸੀਂ ਤਨ ਤੇ ਧਾਰਨ ਕਰਕੇ ਸੰਸਾਰ ਨੂੰ ਛੱਡ ਦਿੰਦੇ ਹਾਂ, ਸੰਸਾਰ ਦੇ ਕੰਮਕਾਰ ਛੱਡ ਕੇ ਵੱਖਰੀਆਂ ਥਾਵਾਂ ਤੇ ਜਾ ਕੇ ਬੈਠ ਜਾਂਦੇ ਹਾਂ, ਫਿਰ ਕੀ ਹੁੰਦਾ ਹੈ? ਦੁਬਾਰਾ ਮਾਇਆ ਦੀ ਚੋਟ, ਬਾਹੜ ਚੋਟ ਨਾ ਖਾਈਏ। ਮਾਇਆ ਦੀ ਠੋਕਰ ਨਹੀਂ ਵੱਜਦੀ, ਮਾਇਆ ਦੀ ਚੋਟ ਨਹੀਂ ਵੱਜਦੀ ਸਾਨੂੰ। ਉਹ ਕਹਿੰਦੇ ਨੇ ਕਿ ਇਹ ਸਾਡਾ ਮੱਤ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਜਵਾਬ ਦਿੰਦੇ ਨੇ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ
ਕਹਿੰਦੇ ਨਾਨਕ ਬੋਲੇ, ਗੁਰੂ ਨਾਨਕ ਸਾਹਿਬ ਜੀ ਹੁਣ ਅੱਗੋਂ ਆਖ ਰਹੇ ਨੇ, ਗੁਰਮੁਖ ਬੁੱਝੈ ਜੋਗ ਜੁਗਤ ਇਹ ਪਾਈਐ। ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਜਾਂ ਗੁਰੂ ਦੇ ਰਾਹੀਂ ਜੀਵਨ ਦੀ ਜੁਗਤੀ ਨੂੰ ਸਮਝ ਲੈਣਾ, ਜੀਵਨ ਜਿਉਣ ਦੀ ਮਰਿਆਦਾ ਸਮਝ ਲੈਣੀ, ਇਹ ਹੈ ਅਸਲ ਵਿੱਚ ਯੋਗ ਦੀ ਜੁਗਤ, ਇਹ ਹੈ ਅਸਲੀ ਯੋਗ ਜੁਗਤ। ਗੁਰਮੁਖ ਬੁੱਝੈ, ਗੁਰੂ ਦੇ ਰਾਹੀਂ ਜਾਂ ਗੁਰੂ ਦੇ ਕੋਲੋਂ, ਗੁਰੂ ਦੇ ਸਨਮੁਖ ਰਹਿ ਕੇ। ਤੇ ਗੁਰੂ ਕੀ ਯੋਗ ਦੀ ਜੁਗਤ ਸਮਝਾਉਂਦਾ ਹੈ ਕਿ ਕੀ ਮਰਿਆਦਾ ਹੈ, ਕੀ ਯੋਗ ਦੀ ਜੁਗਤ ਹੈ, ਉਹ ਅਗਲੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਖੋਲਿਆ। ਅਗਲੀ ਪੌੜੀ ਹੈ, ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਮੁੰਦਰਾਂ ਦੀ ਗੱਲ ਕਰਦੇ ਹੋ, ਗੁਰੂ ਇਹ ਸਮਝਾਉਂਦਾ ਹੈ ਇਹ ਕੱਚ ਦੀਆਂ ਮੁੰਦਰਾਂ, ਇਹ ਹੋਰ ਕਿਸੇ ਧਾਤੂ ਦੀਆਂ ਮੁੰਦਰਾਂ ਨਹੀਂ, ਅੰਤਰ ਸ਼ਬਦ ਨਿਰੰਤਰ ਮੁੰਦਰਾਂ। ਨਿਰੰਤਰ ਦਾ ਹੁੰਦਾ ਅਰਥ ਹੁੰਦਾ ਇੱਕ ਰਸ, ਇਹ ਨਹੀਂ ਕਿ ਸਵੇਰੇ ਇੰਨਾ ਚਿਰ, ਦੁਪਹਿਰੇ ਇੰਨਾ ਚਿਰ ਤੇ ਸ਼ਾਮ ਨੂੰ ਨਹੀਂ, ਬਾਕੀ ਸਾਰਾ ਦਿਨ ਜਿਹੜਾ ਬਾਕੀ ਹੋਰ ਝੂਠ ਵੀ ਰੱਜ ਕੇ ਬੋਲੀ ਜਾਣਾ ਤੇ ਸਾਰੇ ਗਲਤ ਕੰਮ ਵੀ ਕਰੀ ਜਾਣੇ। ਜਿਸ ਤਰ੍ਹਾਂ ਕਈ ਨਾ ਦੁਕਾਨਦਾਰ, ਮੈਂ ਦਿੱਲੀ ਦੇਖਦਾ ਹੁੰਦਾ ਸੀ, ਉਹਨਾਂ ਨੇ ਸਵੇਰੇ ਉੱਠਣਾ, ਜਦੋਂ ਦੁਕਾਨ ਖੋਲ੍ਹਣੀ, ਧੂਪ ਵੱਟੀ ਕਰਨੀ, ਸਾਰਾ ਕੁਛ ਕਰਨਾ ਸਾਰਾ ਦਿਨ, ਬਾਕੀ ਫਿਰ ਉਹਨਾਂ ਨੇ ਆਪਣਾ ਉਸੇ ਤਰੀਕੇ ਨਾਲ 5 ਰੁਪਏ ਦੀ ਚੀਜ਼ 15 'ਚ ਹੀ ਵੇਚਣੀ। ਸਾਡੇ ਵੀ ਇਸ ਤਰ੍ਹਾਂ ਹੀ ਹੁੰਦਾ। ਕਈ ਭਾਈ ਸਾਹਿਬ ਮੈਂ ਸਵੇਰੇ 2 ਘੰਟੇ 2.5 ਘੰਟੇ ਚੌਂਕੜਾ ਲਾਉਣਾ, 3 ਘੰਟੇ ਚੌਂਕੜਾ ਲਾਉਣਾ, ਮੁਬਾਰਕ ਹੋਵੇ ਜੀ। ਫਿਰ ਬਾਕੀ ਸਾਰਾ ਦਿਨ ਝੂਠ ਵੀ ਉਹੀ, ਛਲ ਫਰੇਬ ਵੀ ਉਹੀ। ਕਈ ਤੇ ਲੋਕ ਕਹਿੰਦੇ ਵੀ ਆ ਭਾਈ ਸਾਹਿਬ ਜਿਹੜੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਾਂ ਜਿਹੜੇ ਬਾਣੀ ਜ਼ਿਆਦਾ ਪੜ੍ਹਦਾ ਦਾਅਵਾ ਕਰਦੇ ਨੇ, ਤੇ ਝੂਠ ਦੂਜਿਆਂ ਨਾਲੋਂ ਵੀ ਜ਼ਿਆਦਾ ਬੋਲਦੇ ਆ। ਕਈ ਕਹਿੰਦੇ ਨੇ ਲੋਕ, ਫਿਰ ਉਹ ਐਗਜ਼ਾਮਪਲਾਂ ਸਾਡੇ ਸਾਹਮਣੇ ਪੇਸ਼ ਕਰਦੇ। ਕਿੰਨੇ ਕਿੰਨੇ ਵੱਡੇ ਧਰਮ ਦੇ ਨਾਂ 'ਤੇ, ਧਰਮ ਦੇ ਵੱਡੇ ਵੱਡੇ ਅਲੰਬੜਦਾਰ, ਜਦੋਂ ਉਹਨਾਂ ਦੇ ਪੋਲ ਖੁੱਲ੍ਹਦੇ ਨੇ, ਉਹਨਾਂ ਦੇ ਅੰਦਰ ਦੀਆਂ ਹਕੀਕਤਾਂ ਬਾਹਰ ਆਉਂਦੀਆਂ ਨੇ, ਉਦੋਂ ਫਿਰ ਜਵਾਬ ਨਹੀਂ ਦੇ ਹੁੰਦੇ ਸਾਡੇ ਲੋਕਾਂ ਕੋਲ ਵੀ ਹਾਂ ਰਿਐਲਿਟੀ ਹੈ। ਨਿਰੰਤਰ ਦਾ ਅਰਥ ਹੁੰਦਾ ਹੈ ਇੱਕ ਰਸ ਸਦਾ। ਜੇ ਸਵੇਰੇ ਬਾਣੀ ਪੜ੍ਹੀਏ ਤਾਂ ਸਾਰਾ ਦਿਨ ਉਹ ਬਾਣੀ ਸਾਡੇ ਅੰਦਰ ਹੈ, ਸਾਡੀ ਸੁਰਤ ਦੇ ਵਿੱਚ ਹੈ। ਮੈਂ ਤੁਹਾਡੇ ਨਾਲ ਬੋਲਣ ਲੱਗਾ ਤਾਂ ਮੇਰੀ ਸੁਰਤ ਦੇ ਵਿੱਚ ਹੈ ਬਾਣੀ। ਉਹ ਮੂੰਹੋਂ ਕੇ ਬੋਲਣ ਬੋਲੀ ਹੈ। ਕਿਹੜੇ ਬੋਲ ਬੋਲਣੇ ਆ? ਜਿਤ ਸੁਣ ਧਰੇ। ਜੇ ਮੈਂ ਤੁਹਾਡੇ ਨਾਲ ਤੱਕਣ ਲੱਗਾ, ਦੇਖਣ ਲੱਗਾ, ਤੇ ਸੁਰਤ ਦੇ ਵਿੱਚ ਉਹ ਸ਼ਬਦ ਹੈ। ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖ। ਕੰਨਾਂ ਨਾਲ ਮੈਂ ਕੁਝ ਸੁਣਨ ਲੱਗਾ ਵਾਂ ਤੇ ਉਹ ਸ਼ਬਦ ਉਹ ਸੁਰਤ ਵਿੱਚ ਹੈ। ਇਹ ਸਰਵਣੋ ਮੇਰੇ ਹੋ ਹਰ ਸਾਚੈ ਸੁਣਨਾ ਨੂੰ। ਮੈਂ ਕੁਝ ਹੱਥਾਂ ਨਾਲ ਕਰਮ ਕਰਨ ਲੱਗਾ ਵਾਂ ਤੇ ਸੁਰਤ ਦੇ ਵਿੱਚ ਉਹ ਸ਼ਬਦ ਹੈ। ਸੋ ਕਿਛ ਕਰ ਜਿਤ ਮੈਲ ਨਾ ਲੱਗੇ। ਇਹੋ ਜਿਹੀ ਕਰਨੀ ਕਰਕੇ ਦਾਗ ਨਾ ਲੱਗੇ। ਸ਼ਬਦ ਹਰ ਵੇਲੇ ਸਾਡੇ ਅੰਦਰ ਹੋਵੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਵਾ ਅਸਲ ਵਿੱਚ ਯੋਗ ਦੀ ਮਰਿਆਦਾ, ਜਿਹੜੀ ਗੁਰਮਤ ਦੇ ਮੁਤਾਬਕ ਹੈ। ਅੰਤਰ ਸ਼ਬਦ ਨਿਰੰਤਰ, ਇੱਕ ਰਸ, ਇੱਕ ਸਾਰ। ਇਹ ਨਹੀਂ ਕਿ ਸਵੇਰੇ ਤੇ ਪੜ੍ਹਿਆ ਸੀ ਬੜਾ ਝੂਮ ਝੂਮ ਕੇ, ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਥੋੜ੍ਹੀ ਦੇਰ ਬਾਅਦ ਹੀ ਜੇ ਕਿਤੇ 3-4 ਸਾਲ ਬੱਚੇ ਦੇ ਵਿਆਹ ਨੂੰ ਹੋਏ ਆ ਤੇ ਨਹੀਂ ਗਾਂ ਔਲਾਦ ਹੋਈ ਤੇ ਬਾਬਾ ਜੀ ਦੇ ਕੋਲ ਲੈ ਜਾਈਏ, ਝੋਲੀ 'ਚ ਫਲ ਪਵਾ ਲਿਆਈਏ, ਉਦੋਂ ਭੁੱਲ ਜਾਈਦਾ। ਸਭਨਾ ਜੀਆਂ ਕਾ ਇੱਕ ਦਾਤਾ, ਉਦੋਂ ਵੀ ਯਾਦ ਰਵੇ, ਉਦੋਂ ਵੀ ਸ਼ਬਦ ਸਾਡੀ ਸੁਰਤ ਵਿੱਚ ਹੋਵੇ। ਨਹੀਂ ਮਾਨਸ ਦਾਤ ਨਾ ਹੋਈ, ਮਨੁੱਖ ਦਾਤਾ ਨਹੀਂ ਹੋ ਸਕਦਾ। ਮਾਨੋ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ, ਜਿਸ ਕੈ ਦੀਐ ਰਹਿ ਅਕਾਏ ਬਹੁੜ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ। ਪੜੋ ਅਗਲੀ ਪੰਕਤੀ, ਮਾਨੁਖ ਕੈ ਕਿਛ ਨਾਹੀ। ਇਹ ਸੁਰਤ ਵਿੱਚ ਵੀ ਤੇ ਯਾਦ ਰਹਿਣਾ ਚਾਹੀਦਾ ਨਾ। ਸਾਨੂੰ ਤਾਂ ਬਾਬੇ ਕਹਿੰਦੇ 40-40 ਦਿਨ ਸੁਖਮਨੀ ਸਾਹਿਬ ਦਾ ਪਾਠ ਕਰੋ, ਕਰਦੇ ਵੀ ਆ, ਮੁਬਾਰਕ ਹੋਵੇ, ਕਰਨਾ ਵੀ ਚਾਹੀਦਾ, ਸਾਨੂੰ ਰੋਜ਼ ਕਰਨਾ ਚਾਹੀਦਾ ਹੈ। 40 ਦਿਨ ਕਿਉਂ ਕਰਨਾ ਚਾਹੀਦਾ? ਪਰ ਇਹ ਸੁਰਤ ਦੇ ਵਿੱਚ ਵੀ ਤੇਰੇ ਯਾਦ ਰਹਿਣਾ ਚਾਹੀਦਾ ਨਾ ਵੀ ਜੋ ਪੜ੍ਹਿਆ ਸੀ ਸਵੇਰੇ ਉੱਠ ਕੇ, ਉਹਦੇ ਵਿੱਚ ਆਹ ਕੁਛ ਕਿਹਾ ਹੈ ਗੁਰੂ ਸਾਹਿਬ ਨੇ। ਇਹ ਹੈ ਮੁੰਦਰਾ।
ਕੰਨਾਂ ਦੇ ਵਿੱਚ ਕੰਨਾਂ ਦਾ ਸੰਬੰਧ ਹੁੰਦਾ ਨਾ ਮੁੰਦਰਾਂ ਨਾਲ, ਕੰਨਾਂ 'ਚ ਪਾਈ ਜਾਂਦੀਆਂ ਨਾ, ਕੰਨਾਂ ਵਿੱਚ ਹਰ ਵੇਲੇ ਗੁਰੂ ਦਾ ਸ਼ਬਦ ਗੂੰਜਦਾ ਰਵੇ। ਦੇਖਣ ਲੱਗਿਆਂ, ਬੋਲਣ ਲੱਗਿਆਂ, ਸੁਣਨ ਲੱਗਿਆਂ, ਕਰਨ ਲੱਗਿਆਂ, ਸੋਚਣ ਲੱਗਿਆਂ, ਵਿਚਾਰਨ ਲੱਗਿਆਂ ਗੁਰੂ ਦਾ ਸ਼ਬਦ ਇੱਕ ਰਸ ਗੂੰਜਦਾ ਰਵੇ। ਇਹਨੂੰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੰਜ ਵੀ ਬਿਆਨ ਕੀਤਾ ਹੈ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ। ਚੌਂਕੀ ਦਾ ਅਰਥ ਆਪਾਂ ਜਾਣਦੇ ਹੀ ਹਾਂ। ਚੌਂਕੀ ਦਾ ਅਰਥ ਹੈ ਜਿਸ ਤਰ੍ਹਾਂ ਕਹਿ ਲਓ ਪੁਲਿਸ ਦੀਆਂ ਚੌਂਕੀਆਂ ਹੁੰਦੀਆਂ ਸੀ, ਜਿਹੜਾ ਪਿੰਡ ਦੇ ਅੰਦਰ ਰਸਤਾ ਜਿੱਥੋਂ ਪ੍ਰਵੇਸ਼ ਕੀਤਾ ਜਾਂਦਾ ਹੈ ਨਾ, ਉਸ ਰਾਹ ਦੇ ਉੱਤੇ ਚੌਂਕੀ ਬਣੀ ਹੁੰਦੀ ਸੀ ਤਾਂ ਕਿ ਕੋਈ ਚੋਰ ਡਾਕੂ ਮਾੜਾ ਅੰਦਰ ਨਾ ਆ ਜਾਏ। ਗੁਰੂ ਦਾ ਸ਼ਬਦ ਇਸੇ ਤਰ੍ਹਾਂ ਹਰ ਵੇਲੇ ਸਾਡੇ ਜੀਵਨ ਦੀ ਅਗਵਾਈ ਕਰਨ ਵਾਲਾ ਹੋਵੇ। ਸਰੀਰ ਦੇ ਜਿੰਨੇ ਇੰਦਰੇ ਨੇ ਸਭਨਾਂ ਤੇ ਪਹਿਰਾ ਹੋਵੇ ਸ਼ਬਦ ਦਾ। ਸ਼ਬਦ ਦਾ ਪਹਿਰਾ, ਪਹਿਰੇ ਦਾ ਅਰਥ ਇਹ ਨਹੀਂ ਹੁੰਦਾ ਵੀ ਅੱਖਾਂ ਬੰਦ ਕੀਤੀਆਂ ਝੂਮੀ ਜਾ ਚ ਫਲਾਣੇ ਦਾ ਪਹਿਰਾ ਆ ਗਿਆ ਇਹਦੇ ਤੇ, ਨਾ ਨਾ। ਪਹਿਰੇ ਦਾ ਮਤਲਬ ਹੁੰਦਾ ਰਖਵਾਲੀ ਕਰਨ ਵਾਲਾ, ਪਹਿਰੇਦਾਰ। ਜ਼ਬਾਨ ਦੇ ਰਾਹੀਂ, ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਸੋਚ ਦੇ ਰਾਹੀਂ, ਕਰਨੀ ਦੇ ਰਾਹੀਂ ਕੋਈ ਗਲਤ ਵਿਕਾਰ ਸਾਡੇ ਜੀਵਨ ਦੇ ਵਿੱਚ ਪ੍ਰਵੇਸ਼ ਨਾ ਕਰ ਜੇ। ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਰਸ ਸ਼ਬਦ ਜਿਹੜਾ ਸਾਡੀ ਸੁਰਤ ਦੇ ਵਿੱਚ ਵਸਣਾ ਹੈ ਨਾ, ਇਹ ਮੁੰਦਰਾ ਨੇ। ਅੰਤਰ ਸ਼ਬਦ ਨਿਰੰਤਰ ਮੁੰਦਰਾ। ਇਹਦੇ ਨਾਲ ਹੁੰਦਾ ਕੀ ਹੈ? ਇਹਦੇ ਨਾਲ ਜਿਹੜੇ ਵਿਕਾਰ ਨੇ ਉਹ ਫਿਰ ਸਾਡੇ ਜੀਵਨ ਨੂੰ ਪੋਹ ਨਹੀਂ ਸਕਦੇ, ਸਾਡੇ ਜੀਵਨ ਦੇ ਨੇੜੇ ਨਹੀਂ ਆ ਸਕਦੇ। ਹਉਮੈ ਮਮਤਾ ਦੂਰ ਕਰੀ। ਜਿੱਥੇ ਸ਼ਬਦ ਹੋਵੇਗਾ ਨਾ ਉੱਥੇ ਫਿਰ ਹਉਮੈ ਨਹੀਂ ਆਉਂਦੀ। ਗੁਰ ਸ਼ਬਦ ਹੈ ਹਉਮੈ ਭੀਤ ਖੋਈ। ਗੁਰੂ ਸਾਹਿਬ ਦਾ ਇਹ ਸ਼ਬਦ ਹੈ, ਸ਼ਾਇਦ ਸੋਰ ਰਾਗ ਵਿੱਚ ਹੈ, ਗੁਰੂ ਅਰਜਨ ਸਾਹਿਬ ਜੀ ਦਾ। ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਇੱਕ ਬੜਾ ਖੂਬਸੂਰਤ ਸਾਡੇ ਸਾਹਮਣੇ ਫਲਸਫਾ ਬਿਆਨ ਕਰਦੇ ਹੋ। ਕਹਿੰਦੇ ਪਰਮਾਤਮਾ ਸਾਡੇ ਅੰਦਰ ਹੈ। ਫਰਕ ਇੰਨਾ ਹੈ, ਪਰਮਾਤਮਾ ਦੇ ਵਿੱਚ ਤੇ ਸਾਡੀ ਸੁਰਤ ਦੇ ਵਿੱਚ ਛੋਟਾ ਜਿਹਾ ਇੱਕ ਕੰਧ ਆ ਗਈ ਹੈ, ਜਿਹਨੂੰ ਕਿਹਾ ਗਿਆ ਪਾ ਭੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਤਿਤਲੀ ਦੇ ਪੰਖ ਜਿੰਨਾ ਬਰੀਕ ਜਿਹਾ, ਪਰ ਉਹ ਤਾਂ ਕਹਿੰਦੇ ਕੰਧੋਲੇ ਪ੍ਰਦੇਸ਼। ਉਹ ਜਿਹੜਾ ਕੰਧ ਆਉਣ ਬਣਨ ਨਾਲ, ਉਹ ਦੀਵਾਰ ਬਣਨ ਦੇ ਨਾਲ ਉਹ ਪਰਮਾਤਮਾ ਦਿਖਾਈ ਨਹੀਂ ਦਿੰਦਾ ਸਾਨੂੰ ਅੰਦਰੋਂ। ਇਸ ਲਈ ਬਾਹਰ ਤਲਾਸ਼ ਕਰ ਰਹੇ ਹਾਂ, ਬਾਹਰੋਂ ਲੱਭ ਰਹੇ ਹਾਂ, ਕਿਉਂਕਿ ਅੰਦਰੋਂ ਦਿਖਾਈ ਨਹੀਂ ਦਿੰਦਾ। ਅੰਦਰ ਅੰਧੇਰਾ ਹੈ। ਜਦੋਂ ਸਕੂਲੇ ਪੜ੍ਹਦਾ ਹੁੰਦਾ ਸੀ ਨਾ ਮੈਂ, ਤੁਹਾਡੇ ਵੀ ਜਿਹੜੇ ਆਪਾਂ ਜਿੰਨੇ ਪੜ੍ਹੇ ਆ ਤੁਹਾਨੂੰ ਯਾਦ ਆ ਜਾਏਗਾ, ਇੱਕ ਲੈਸਨ ਆਉਂਦਾ ਹੁੰਦਾ ਸੀ। ਉਹਦੇ ਵਿੱਚ ਨਾ ਇੱਕ ਕੀ ਹੁੰਦਾ ਸੀ ਕਿ ਬੁੱਕ ਦੇ ਉੱਤੇ ਨਾ ਇੱਕ ਤਸਵੀਰ ਹੁੰਦੀ ਸੀ ਤੇ ਥੱਲੇ ਉਹਦੀ ਸਟੋਰੀ ਲਿਖੀ ਹੁੰਦੀ ਸੀ। ਤਸਵੀਰ ਵਿੱਚ ਕੀ ਸੀ ਕਿ ਇੱਕ ਰੋਡ ਹੈ, ਸੜਕ ਹੈ, ਉਹਦੇ ਤੇ ਲਾਈਟ ਜਗ ਰਹੀ ਹੈ ਤੇ ਥੱਲੇ ਬੰਦਾ ਬੈਠਾ ਹੈ ਤੇ ਕੁਛ ਲੱਭ ਰਿਹਾ ਹੈ ਤੇ ਕੋਲ ਦੀ ਕੋਈ ਮਨੁੱਖ ਦੂਜਾ ਤੁਰਿਆ ਜਾ ਰਿਹਾ ਹੈ ਤੇ ਸਵਾਲ ਕਰਦਾ ਹੈ ਤੇ ਸਟੋਰੀ ਉਹਦੀ ਅੱਗੇ ਲਿਖੀ ਹੁੰਦੀ ਸੀ। ਉਹ ਪੁੱਛਦਾ, ਕਹਿੰਦਾ ਕੀ ਕਰ ਰਿਹਾ? ਕਹਿੰਦਾ ਮੇਰਾ ਕਮੀਜ਼ ਪਾਟ ਗਿਆ ਤੇ ਮੈਨੂੰ ਗੰਢ ਲਾਉਣੇ, ਤੋਪਾ ਲਾਉਣਾ ਹੈ ਤੇ ਸੂਈ ਲੱਭ ਰਿਹਾ। ਉਹ ਕਹਿੰਦਾ ਚੱਲ ਮੈਂ ਵੀ ਤੇਰੀ ਹੈਲਪ ਕਰ ਦਿੰਦਾ, ਕਿਉਂਕਿ ਮਿੱਟੀ ਵਿੱਚ ਕਿਤੇ ਹੋ ਸਕਦਾ ਡਿੱਗ ਪਈ ਹੋਵੇ, ਬਰੀਕ ਜੀ ਤੇ ਹੁੰਦੀ ਹੈ, ਚੱਲ ਮੈਂ ਵੀ ਹੈਲਪ ਕਰਾਂ, ਛੇਤੀ ਸ਼ਾਇਦ ਲੱਭ ਜੇ। ਉਹ ਕਹਿੰਦਾ ਦੱਸ ਸਕਦਾ ਕਿੱਥੇ ਕੁ ਡਿੱਗੀ ਹੈ, ਕਿੱਥੇ ਕੁ ਗਵਾਚੀ ਹੈ? ਕਹਿਣ ਲੱਗਾ ਹਾਂ। ਕਹਿਣ ਲੱਗਾ ਕਿੱਥੇ ਗਵਾਚੀ ਹੈ? ਕਹਿਣ ਲੱਗਾ ਮੇਰੇ ਘਰ ਦੇ ਕਮਰੇ ਦੇ ਵਿੱਚ। ਉਹ ਹੈਰਾਨ ਹੋ ਕੇ ਕਹਿੰਦਾ ਕਮਰੇ ਵਿੱਚ ਗਵਾਚੀ? ਲੱਭ ਤੂੰ ਸੜਕ ਤੇ ਰਿਹਾ ਹੈ, ਇਹ ਕਿਉਂ? ਕਹਿੰਦਾ ਇੱਥੇ ਇਸ ਕਰਕੇ ਲੱਭ ਰਿਹਾ ਕਿ ਇੱਥੇ ਚਾਨਣ ਹੈ, ਲਾਈਟ ਹੈ ਨਹੀਂ ਘਰ ਵਿੱਚ, ਉੱਥੇ ਅੰਧੇਰਾ, ਇਸ ਕਰਕੇ ਉੱਥੋਂ ਲੱਭਣੀ ਨਹੀਂ ਗਈ। ਹੈ ਤੇ ਇੱਕ ਲਤੀਫਾ, ਰਿਐਲਿਟੀ ਹੈ। ਮੈਂ ਪਿਛਲੇ ਦਿਨ ਇੱਕ ਨੁਕਤਾ ਸਾਂਝਾ ਕੀਤਾ ਸੀ, ਜਿੰਨੀਆਂ ਰੱਬ ਕੋਲ ਖੁਸ਼ੀਆਂ ਨੇ, ਜਿੰਨੇ ਰੱਬ ਕੋਲ ਸੁੱਖ ਹੈ, ਜਿੰਨੀਆਂ ਬਖਸ਼ਿਸ਼ਾਂ ਰਹਿਮਤਾਂ ਰੱਬ ਦੇ ਕੋਲ, ਉਹ ਸਾਰੀਆਂ ਉਹਨੇ ਸਾਡੇ ਜੀਵਨ ਵਿੱਚ ਪਾ ਕੇ ਸਾਨੂੰ ਭੇਜਿਆ। ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਕੋਈ ਘੱਟ ਵੱਧ ਨਹੀਂ ਹੁੰਦਾ। ਪਰ ਅਸੀਂ ਆਪਣੇ ਅੰਦਰ ਉਹਨਾਂ ਨੂੰ ਲੱਭਦੇ ਨਹੀਂ, ਅਸੀਂ ਦੂਜਿਆਂ ਦੇ ਵਿੱਚੋਂ ਲੱਭ ਰਹੇ ਹਾਂ, ਦੂਜਿਆਂ ਕੋਲੋਂ ਚਾਹ ਰਹੇ ਹਾਂ। ਮੈਂ ਤਾਂ ਕਈ ਵਾਰ
गल करदा ना, वाइफ हसबैंड की तकरार होंदी है तो की बेना मारदे एक दूजे को। वाइफ कहेगी अपने हसबैंड में, जे मैनूं पता होंदा ना तेरे कोलों जीवन की खुशी नहीं सी मिलनी, मैं तेरे नाल विआह ही ना करांदी। तो हसबैंड कहेगा जे मैनूं पता होंदा तू कोई सुख नहीं सी मैनूं इत्थे आके देना, मैं तेरे नाल विआह ही ना करांदा। हुण दोनों नूं पुछे बंदा, तुसीं एक दूजे कोलों सुख खुशियां मंग रहे हो, एक्सैप्ट कर रहे हो, तुहाडे अपने सुख दे खुशियां कित्थे? तुहाडियां अपनियां खुशियां कित्थे गईयां? हर इंसान किसी दूजी चीज़ चों खुशी लभ रहा है, चाहे वह औलाद है, चाहे वह पदार्थ है, चाहे वह घर है, चाहे वह पैसा है, चाहे वह कोई अहुदा है, चाहे कुछ भी है, दूजे कोलों सुख लभ रहा है कि वह चीज़ मैनूं सुख दवे। जे मैं कोई गड्डी लैंदी उहदे चों मैनूं सुख मिले, जे मैं आ चीज़ लैंदी सुख, इसदा मतलब साडे कोल अपना सुख है नहीं है, साडे कोल अपनी खुशियां है नहीं, इसदा अर्थ होया। पर गुरबाणी कहती है कि परमेश्वर परमात्मा जो सुखां का दाता है तो उन्हें जिस तरह का वह आप है, जेवड़ आप तेवड़ तेरी दात, तो उन्हें फिर जिस तरह जो कुछ वो कोल सारा कुछ तो उन्हें दात जिहड़ा जीव भेजे उहदे पाई हुई है। सानू अपने विचों खुशियां सुख इसलिए नहीं मिल रहे क्योंकि साडे अंदर अंधेरा है। बाहर चानण जिथे दिखाई देता, कितने किरण आस जी लगती है ना, उधर दौड़ रहे, इधरों सुख मिल जाएगा, शायद इधरों खुशी मिलेगी, अपने अंदरों नहीं। वो तो एक लैसन सी, कहानी सी, उदों आप पढ़ी, पर जीवन का तत्त बहुत वड्डा उहदे विच सी। वो कहन लगा भलिया इत्थों सूई नहीं मिलनी, इत्थों की सूई ने तेरा पाटा होया कमीज जिहड़ा वो नहीं सीना, जे अपना पाटा है कमीज सीना चाहुंदा है तो सूई फिर अंदर चानण कर, उत्थों लभ। मैं शुरू च यही बेनती तुहानूं कीती सी ना, अंधेरे का खत्म हो जाना चानण आपे ही है, दुखों का खत्म हो जाना ही सुख हुंदा है, क्योंकि सारा कुछ साडे अंदर है। रब दे विच जिन्नी शक्ति कही जाती ना, बड़ा शक्तिवान है, वो सारी शक्ति साडे अंदर है। हो ही नहीं सकता कि रब ने कोई चीज़ साडे अंदर घट पाई हो, सारी शक्ति सारा कुछ, क्यों? क्योंकि वो आप ही तो साडे अंदर हैगा। तो जे वो आप है तो उसकी शक्ति भी उहदे नाल ही है, उसकी बख्शिश, उसकी रहमत, उसका सुख, सारा कुछ उहदे नाल ही है। अफसोस है असी अपने अंदरों उन्होंने नहीं महसूस कर रहे, नहीं उन्होंने अपने अंदरों कह लो कि मानने की कोशिश कर रहे, असी बाहर दौड़ रहे, बाहरों कोई किसी तीर्थ स्थान वाल दौड़ रहा, उतों कोई किसी बाबे वाल दौड़ रहा, शायद उतों खैर पै जाऊगी, उतों कुछ मिल जाएगा, उतों सुख मिल जाएगा, उतों इंज हो जाएगा। फिर मैं बेनती करा, जिन्ना निज नाल जुड़ांगे, जिन्ना अंतर्मुखी होकर जिंदगी जीवांगे, जिन्ना अपने अंदर की गहराई में जावांगे, उन्ना सुकून, उन्नी शांति ते उन्ना ही सुख महसूस करांगे। जिन्ना दूजे दे उत्ते आस रखांगे, दूजे दे कोलों लैण की कोशिश करांगे, हो सकता है थोड़े बहुते रस ते मिल जाण दूजे दे कोलों, पर मैं बेनती करा सदीवी सुख, सदीवी खुशी नहीं जे मिलती, नहीं मिलती। गुरु बख्शिश करे ये चीज़ां साडी समझ आ जाण। हाँ, शरीर संसार की उपज है, शरीर दियां जिहड़ियां जरूरतां ने वो सानूं संसार चों मिलदियां ने। शरीर नूं रोटी चाहिदी है संसार चों, पानी चाहिए है संसार चो, साह लैण लई हवा चाहिए वो संसार चो, पर जिहड़ा साडे मन नूं खुशी, मन नूं सुकून, शांति, जिहड़ा मन का रस है, मन का खेड़ा है, आनंद है, वो सानूं साडे अंदरों ही मिलना है, वो बाहरों नहीं लभना। कई कई साल कईयां दे गुजर गए इसे तलाश विच। भाई साहब जिंदगी बीत चली है, बड़े थावां ते गए, बहुत कुछ किया, दान पुण्य हर तरह के काम करके वेख ले, जो जो जिन्हें कहो सारा कुछ किया, पर जीवन में सुकून नहीं आ रहा, शांति नहीं है मन दे विच। हर वेले हालत पता किहो जी है साडी, बहुत कुछ है साडे कोल संसार दा,
ਘਰ ਬੜਾ ਸੋਹਣਾ ਹੈ, ਪਰ ਘਰ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ, ਜੀ ਕਰਦਾ ਬਾਹਰ ਦੌੜੀਏ, ਬਾਹਰ ਜਾਈਏ ਕਿਤੇ। ਮੈਂ ਤੇ ਕਿਉਂਕਿ ਸਰੀ 'ਚ ਰਹਿਣਾ, ਉੱਥੇ ਨਾ ਆਮ ਵੇਖੀਦਾ ਪਾਰਕਾਂ ਵਿੱਚ ਜਾਂ ਜਿਹੜੇ ਮੌਲ ਬਣੇ ਉੱਥੇ ਸੋਫੇ ਲੱਗੇ ਹੁੰਦੇ, ਉੱਥੇ ਸਾਡੇ ਬਜ਼ੁਰਗ ਬੈਠੇ ਹੁੰਦੇ ਆ। ਮੈਂ ਜਦੋਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਮੈਂ ਮਹਿਸੂਸ ਕਰਦਾ ਹੈ ਇਨਸਾਨ ਘਰ ਬਣਾਉਂਦਾ ਕਿ ਘਰ ਜਾ ਕੇ ਸਕੂਨ ਨਾਲ ਰਹਿਣਾ ਹੈ, ਪਰ ਇਹ ਵਿਚਾਰੇ ਸਵੇਰ ਹੋਣ ਦੀ ਆਸ ਵਿੱਚ ਵਹਿੰਦੇ ਰਹਿੰਦੇ ਕਦੋਂ ਥੋੜ੍ਹੀ ਜਿਹੀ ਬਾਹਰ ਧੁੱਪ ਹੁੰਦੀ ਤੇ ਬਾਹਰ ਜਾਈਏ, ਸੁੱਖ ਦਾ ਸਾਹ ਲਈਏ ਜਾ ਕੇ। ਘਰ ਸਿਰਫ ਸ਼ਾਮ ਨੂੰ ਸੌਣ ਦੇ ਆਉਂਦੇ ਨੇ, ਸਾਰਾ ਦਿਨ ਬਾਹਰ ਰਹਿੰਦੇ। ਕਿਉਂ ਨਹੀਂ ਘਰ ਵਿੱਚੋਂ ਸਾਨੂੰ ਸਕੂਨ ਮਿਲ ਰਿਹਾ? ਘਰ 'ਚ ਕਿਉਂ ਨਹੀਂ ਟਿਕ ਰਹੇ? ਕਿਉਂ ਨਹੀਂ ਸ਼ਾਂਤੀ ਮਿਲ ਰਹੀ? ਕਿਉਂਕਿ ਮਨ ਵਿੱਚ ਸਕੂਨ ਨਹੀਂ ਹੈ, ਸ਼ਾਂਤੀ ਨਹੀਂ ਹੈ। ਘਰ ਦਾ ਮਾਹੌਲ ਹੀ ਇਹੋ ਜਿਹਾ ਬਣਿਆ ਹੋਇਆ ਹੈ, ਉੱਥੇ ਜੀ ਨਹੀਂ ਕਰ ਲੱਗਦਾ। ਬਾਹਰ ਜਿੱਥੇ ਜਾਂਦੇ ਥੋੜ੍ਹੇ ਦਿਨਾਂ ਬਾਅਦ ਉੱਥੇ ਵੀ ਨਹੀਂ ਜੀ ਲੱਗਦਾ। ਕਈ ਐਸੇ ਸੱਜਣ ਮਿਲਦੇ, ਕਹਿੰਦੇ ਭਾਈ ਸਾਹਿਬ ਜੀ ਕਰਦਾ ਕਿਤੇ ਦੂਰ ਚਲੇ ਜਾਈਏ। ਕਿੱਥੇ ਚਲੇ ਜਾਈਏ? ਕਹਿੰਦੇ ਪਤਾ ਕੋਈ ਨਹੀਂ। ਗੁਰੂ ਬਖਸ਼ਿਸ਼ ਕਰੇ, ਫਿਰ ਬੇਨਤੀ ਕਰਾਂ, ਆਪ ਨਿੱਜ ਨਾਲ ਜੁੜੀਏ, ਅੰਤਰਮੁਖੀ ਹੋਈਏ। ਜਿਹੜਾ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਸਾਡੇ ਕਣ ਕਣ ਜ਼ਰੇ ਜ਼ਰੇ ਰੋਮ ਰੋਮ ਵਿੱਚ ਵਸਿਆ ਹੈ, ਉਹਨੂੰ ਮਹਿਸੂਸ ਕਰੀਏ, ਉਹਨੂੰ ਜਿਉਣ ਦੀ ਕੋਸ਼ਿਸ਼ ਕਰੀਏ। ਉਸ ਪਰਮੇਸ਼ਰ ਪ੍ਰਮਾਤਮਾ ਨੂੰ ਜਿਉਣ ਦੀ ਕੋਸ਼ਿਸ਼ ਕਰੀਏ। ਫਿਰ ਭਾਵੇਂ ਜੰਗਲ 'ਚ ਬੈਠੇ ਹਾਂ, ਭਾਵੇਂ ਘਰ 'ਚ ਬੈਠੇ, ਜਿੱਥੇ ਬੈਠੇ ਬੜਾ ਸਕੂਨ ਹੋਵੇਗਾ, ਬੜਾ ਰਸ ਹੋਵੇਗਾ, ਬੜੀ ਖੁਸ਼ਹਾਲੀ ਹੋਵੇਗੀ ਸਾਡੇ ਜੀਵਨ ਵਿੱਚ। ਫਿਰ ਤਾਂ ਰੁੱਖੀ ਰੋਟੀ ਦੇ ਵਿੱਚ ਵੀ ਰਸ ਆਏਗਾ ਅੰਮ੍ਰਿਤ ਦਾ। ਰਿਐਲਿਟੀ ਹੈ। ਕਿਤੇ ਉਸ ਰੱਬ ਨੂੰ ਜਿਉਣ ਦੀ ਕੋਸ਼ਿਸ਼ ਕਰੀਏ, ਰੱਬ ਨੂੰ ਜੀ ਕੇ ਵੀ। ਇਸੇ ਲਈ ਤੇ ਪਰਮੇਸ਼ਰ ਨੂੰ ਜਗ ਜੀਵਨ ਕਿਹਾ ਜਾਂਦਾ ਹੈ, ਕਿਉਂਕਿ ਉਹਨੂੰ ਜਿਉਣਾ ਹੈ ਅਸੀਂ। ਜਗ ਜੀਵਨ ਤਾਂ ਹੀ ਤੈਨੂੰ ਕਿਹਾ ਜਾਂਦਾ ਹੈ। ਅਸੀਂ ਰੱਬ ਨੂੰ ਜੀਂਦੇ ਨਹੀਂ ਆ। ਰੱਬ ਨੂੰ ਤੇ ਛੱਡੋ, ਅਸੀਂ ਤੇ ਜ਼ਿੰਦਗੀ ਵੀ ਨਹੀਂ ਜਿਉਂਦੇ, ਭੋਗਦੇ ਆ। ਜ਼ਿੰਦਗੀ ਭੋਗ ਰਹੇ ਆ, ਜੀ ਨਹੀਂ ਰਹੇ। ਰੱਬ ਨੇ ਜੀਵਨ ਜਿਉਣ ਲਈ ਦਿੱਤਾ ਹੈ। ਭੋਗੇ ਤੇ ਦੁੱਖ ਜਾਂਦੇ ਆ, ਸਜ਼ਾ ਭੋਗੀ ਜਾਂਦੀ ਹੈ। ਜ਼ਿੰਦਗੀ ਜਿਉਣ ਲਈ ਹੁੰਦੀ ਹੈ, ਇਹਨੂੰ ਜਿਉਣਾ ਹੈ। ਗੁਰੂ ਬਖਸ਼ਿਸ਼ ਕਰੇ। ਖੈਰ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਅੰਤਰ ਸ਼ਬਦ ਨਿਰੰਤਰ ਮੁੰਦਰਾ। ਨਿਰੰਤਰ ਸ਼ਬਦ ਜਿਹੜਾ ਸਾਡੇ ਅੰਦਰ ਹੈ, ਅੰਤਰ ਸ਼ਬਦ ਨਿਰੰਤਰ ਮੁੰਦਰਾ, ਇਹ ਮੁੰਦਰਾ ਹੈ। ਹਉਮੈ ਮਮਤਾ ਦੂਰ ਕਰੀ। ਹਉਮੈ ਦਾ ਅਰਥ ਕੀ ਹੈ? ਜਿਹੜੀ ਉਹ ਦੀਵਾਰ ਬਣੀ ਹੋਈ ਹੈ, ਕੰਧ, ਪ੍ਰਮਾਤਮਾ ਤੋਂ ਦੂਰੀ ਜਿਹਨੇ ਬਣਾਈ ਹੈ। ਵੱਖਰੀ ਹਸਤੀ, ਅਸੀਂ ਪ੍ਰਮਾਤਮਾ ਦਾ ਅੰਗ ਹਾਂ, ਪਰ ਆਪਣੇ ਆਪ ਨੂੰ ਵੱਖਰਾ ਸਮਝੀ ਬੈਠੇ ਹਾਂ, ਵੱਖਰੀ ਹਸਤੀ। ਤੇ ਗੁਰੂ ਸਾਹਿਬ ਜੀ ਨੇ ਇਸ ਲਈ ਬਾਣੀ ਵਿੱਚ ਬਚਨ ਕੀਤਾ ਸੀ, ਗੁਰ ਸ਼ਬਦੈ, ਗੁਰੂ ਸ਼ਬਦ ਦੇ ਰਾਹੀਂ ਹਉਮੈ ਭੀਤ ਖੋਈ। ਉਹ ਹਉਮੈ ਦੀ ਕੰਧ ਜਿਹੜੀ ਹੈ, ਜਦੋਂ ਖੋਈ ਦਾ ਅਰਥ ਹੁੰਦਾ ਢਾਹ ਦਿੱਤੀ, ਖਤਮ ਕਰ ਦਿੱਤੀ, ਤਾਂ ਉਹ ਦਇਆਰ ਬੀਠ ਲੋ ਪਾਇਓ। ਉਹ ਦਇਆ ਦਾ ਘਰ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਸਾਨੂੰ ਸਾਡੇ ਅੰਦਰ ਮਿਲ ਗਿਆ। ਇੱਕ ਸ਼ਬਦ ਆਉਂਦਾ ਹੈ, ਭਗਤ ਕਬੀਰ ਜੀ ਦਾ ਸ਼ਲੋਕ ਹੈ, ਸੋਈ ਫਿਰਕੈ ਤੂੰ ਭਇਆ, ਜਾਂ ਕੋ ਕਹਿਤਾ ਔਰ। ਜਿਹਨੂੰ ਕਹਿੰਦੇ ਸੀ ਨਾ ਵੀ ਹੋਰ ਹੈ ਕੋਈ ਰੱਬ, ਸੋਈ ਫਿਰਕੈ ਤੂੰ ਭਇਆ। ਜਦੋਂ ਅਸਲ ਵਿੱਚ ਉਸ ਪਰਮੇਸ਼ਰ ਨਾਲ ਗੁਰੂ ਦੇ ਰਾਹੀਂ ਜੁੜੇ, ਉਹਨੂੰ ਜੀ ਕੇ ਵੇਖਿਆ, ਉਦੋਂ ਪਤਾ ਲੱਗਾ ਅਸਲ ਦੇ ਵਿੱਚ ਮੈਂ ਆਪਣੇ ਆਪ ਨੂੰ ਹੀ ਬਾਹਰੋਂ ਲੱਭ ਰਿਹਾ ਸੀ। ਸੋਈ ਫਿਰਕੈ ਤੂੰ ਭਇਆ, ਜਾਂ ਕੋ ਕਹਿਤਾ ਔਰ। ਜਿਹਨੂੰ ਹੋਰ ਸਮਝੀ ਬੈਠਾ ਸੀ, ਹੋਰ ਕਹਿੰਦਾ ਸੀ। ਕਿਉਂਕਿ ਸਾਡੇ ਧਰਮ ਦੇ ਵਿੱਚ ਜਿਨ੍ਹਾਂ ਦਾ ਜ਼ਿਆਦਾ ਬੋਲਬਾਲਾ ਰਿਹਾ ਹੈ, ਉਹਨਾਂ ਦੀ ਕੋਸ਼ਿਸ਼ ਇਹ ਰਹੀ ਹੈ, ਜਦੋਂ ਕਿ ਪਾੜੋ ਤੇ ਰਾਜ ਕਰੋ, ਕਿ ਮਨੁੱਖ ਦੇ ਗੁਲਾਮ ਬਣਾ ਕੇ ਰੱਖਣਾ ਹੈ। ਤੇ ਇਹਨੂੰ ਇਹ ਗੱਲ ਸਮਝਾ ਦਿਓ, ਰੱਬ ਇੱਕ ਵੱਖਰੀ ਹੈ, ਹਸਤੀ ਹੈ, ਤੇ ਤੂੰ ਇੱਕ ਵੱਖਰੀ ਚੀਜ਼ ਹੈ। ਇਸ ਲਈ ਉਹਦੇ ਤੱਕ ਪਹੁੰਚ ਕਰਨ ਵਾਸਤੇ ਤੇਰੇ ਵਿੱਚ ਸਮਰੱਥਾ ਨਹੀਂ ਹੈਗੀ, ਤੇ ਤੈਨੂੰ ਸਹਾਰੇ ਦੀ ਲੋੜ ਹੈ। ਉਹ ਸਹਾਰਾ ਤੇਰੇ ਲਈ ਅਸੀਂ ਲੋਕ ਬਣਾਂਗੇ। ਵਿਚੋਲੇ ਦੀ ਲੋੜ ਹੈ, ਉਹ ਵਿਚੋਲੇ ਅਸੀਂ ਬਣਾਂਗੇ ਤੇਰੇ ਲਈ। ਮਨੁੱਖ ਫਿਰ ਉਹਨਾਂ ਦੇ ਗੁਲਾਮ ਹੋ ਗਿਆ।
उन्होंने ਜਿਹੋ ਜਿਹੀ ਰੱਬ ਦੇ ਬਾਰੇ ਪਰਿਭਾਸ਼ਾ ਤੇ ਕਹਾਣੀਆਂ ਜੋ ਲਿਖੀਆਂ, ਮਨੁੱਖ ਨੇ ਉਹਨੂੰ ਰੱਬੀ ਇਲਹਾਮ ਸਮਝ ਕੇ ਧਰਮ ਮੰਨ ਲਿਆ ਵੀ ਇਹ ਸੱਚ ਹੈ। ਗੁਰੂ ਸਾਹਿਬ ਜੀ ਨੇ ਸਾਰੀਆਂ ਚੀਜ਼ਾਂ ਖਤਮ ਕੀਤੀਆਂ, ਤੋੜੀਆਂ। ਇਸ ਲਈ ਬਚਣਾ ਹੈ ਪੰਡਤ ਮੁੱਲਾ ਜੋ ਲਿਖ ਦਿਆ ਛੋੜ ਚੱਲੇ ਹਮ ਕਿਛੂ ਨਾ ਲਿਆ। ਸਾਰਾ ਕੁਝ ਛੱਡਤਾ, ਇਹ ਚ ਕੁਛ ਨਹੀਂ ਲੈਣਾ। ਕਿਉਂ? ਕਿਉਂਕਿ ਮਨੁੱਖ ਨੂੰ ਰੱਬ ਦੇ ਨਾਂ ਦੇ ਉੱਤੇ ਗੁਲਾਮ ਬਣਾਉਣ ਵਾਲੀ ਕਹਾਣੀ ਹੈ। ਖੈਰ, ਮਮਤਾ ਦਾ ਅਰਥ ਹੁੰਦਾ ਹੈ ਅਟੈਚਮੈਂਟ, ਮੋਹ, ਜਿਹੜੀ ਸਾਨੂੰ ਆਪਣੇ ਵੱਲ ਖਿੱਚਦੀ ਚੀਜ਼, ਉਹ ਚੀਜ਼ ਜਿਹੜੀ ਸਾਨੂੰ ਆਪਣੇ ਵੱਲ ਖਿੱਚਦੀ ਹੈ। ਜਿਹੜੀ ਚੀਜ਼ ਸਾਨੂੰ ਖਿੱਚੇਗੀ ਨਾ, ਪ੍ਰਭਾਵਿਤ ਕਰੇਗੀ, ਇਹਦਾ ਅਰਥ ਹੈ ਕਿ ਉਹ ਸਾਨੂੰ ਭਟਕਣਾ ਵਿੱਚ ਪਾਵੇਗੀ। ਅਸੀਂ ਪਰਮਾਤਮਾ ਦੇ ਸਫ਼ਰ ਕਰਨਾ ਹੈ ਤੇ ਪਰਮਾਤਮਾ ਵਿੱਚ ਲੀਨ ਹੋਣਾ ਹੈ। ਤੇ ਜਿਹੜੀ ਚੀਜ਼ ਸਾਨੂੰ ਆਪਣੇ ਵੱਲ ਖਿੱਚ ਰਹੀ ਹੈ, ਇੱਕ ਬਚਨ ਆਉਂਦਾ ਨਾ ਸਲੋਕਾਂ ਵਿੱਚ ਹੀ ਆਉਂਦਾ ਸ਼ਾਇਦ, ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ। ਤੁਰੇ ਸੀ ਰੱਬ ਨੂੰ ਮਿਲਣ ਦੀ, ਚਿੱਤ ਰਸਤੇ 'ਚ ਹੀ ਅਟਕ ਗਿਆ। ਕਿਉਂਕਿ ਜਿਹੜੀਆਂ ਚੀਜ਼ਾਂ ਖਿੱਚਦੀਆਂ ਨੇ ਨਾ, ਆਪਣੇ ਵੱਲ ਖਿੱਚ ਰਹੀਆਂ ਨੇ ਸਾਨੂੰ, ਇਹਦਾ ਮਤਲਬ ਹੈ ਉਹ ਸਾਨੂੰ ਬੰਨ੍ਹਣਾ ਚਾਹੁੰਦੀਆਂ ਨੇ, ਉਹ ਰੋਕਣਾ ਚਾਹੁੰਦੀਆਂ ਨੇ। ਚਾਹੇ ਉਹ ਸੁੰਦਰਤਾ ਹੈ, ਚਾਹੇ ਉਹ ਪਦਾਰਥ ਹੈ, ਚਾਹੇ ਉਹ ਸਵਾਦ ਨੇ, ਕੋਈ ਚੀਜ਼ ਵੀ ਹੈ, ਜਿਹੜੀ ਚੀਜ਼ ਸਾਨੂੰ ਆਪਣੇ ਵੱਲ ਖਿੱਚੇ, ਸਮਝ ਲੈਣਾ ਇਹ ਸਾਨੂੰ ਰੱਬ ਦੇ ਮਾਰਗ ਤੋਂ ਪਾਸੇ ਕਰ ਰਹੀ ਹੈ, ਇਹ ਆਪਣੇ ਵੱਲ ਖਿੱਚ ਰਹੀ ਹੈ। ਉਹਨੂੰ ਉਹ ਜਿਹੜੀ ਅਟੈਚਮੈਂਟ ਹੈ ਖਿੱਚਣ ਵਾਲੀ, ਉਹਨੂੰ ਕਹਿੰਦੇ ਮੋਹ। ਜਿਸ ਤਰ੍ਹਾਂ ਚਾਹੇ ਔਲਾਦ ਦਾ ਹੋਵੇ, ਚਾਹੇ ਸਰੀਰ ਦਾ ਮੋਹ ਹੋਵੇ। ਕਈਆਂ ਨੂੰ ਅਹੁਦੇ ਦਾ ਮੋਹ ਬਹੁਤ ਹੁੰਦਾ ਆਪਣੇ ਦਾ, ਕਈਆਂ ਨੂੰ ਪਦਾਰਥਾਂ ਦਾ ਮੋਹ ਹੁੰਦਾ ਹੈ, ਘਰ ਦਾ, ਇਹਨਾਂ ਚੀਜ਼ਾਂ ਦਾ, ਉਹਨਾਂ ਨਾਲ ਜੁੜੇ ਹੁੰਦੇ ਨੇ। ਉਹ ਉਹਨਾਂ ਨੂੰ ਛੱਡਣ ਲਈ ਤਿਆਰ ਹੀ ਨਹੀਂ ਹੁੰਦੇ। ਜੀਵਨ ਦੀ ਮਰਿਆਦਾ ਛੱਡ ਦੇਣਗੇ ਪਰ ਉਹਨੂੰ ਨਹੀਂ ਛੱਡਣਗੇ। ਇਸੇ ਲਈ ਫਿਰ ਸਮਝਾਉਣ ਲਈ ਗੁਰੂ ਸਾਹਿਬ ਜੀ ਨੇ ਬਚਨ ਬਾਣੀ 'ਚ ਵੀ ਵਰਤੇ, ਭਲਿਓ ਜੇ ਤੁਸੀਂ ਜੀਵਨ ਦੀ ਮਰਿਆਦਾ ਨੂੰ ਸਮਝਣਾ, ਪੰਛੀਆਂ ਕੋਲੋਂ ਹੀ ਸਿੱਖ ਲਓ। ਕਿਤੇ ਰਹਿਰਾਸ ਸਾਹਿਬ ਦਾ ਪਾਠ ਹੋਇਆ, ਤੁਸੀਂ ਵੀ ਨਿਤਨੇਮ ਕਰਦੇ ਹੋ, ਸ਼ਾਮ ਨੂੰ ਕਰਿਆ ਕਰੋ ਜਿਹੜੇ ਨਹੀਂ ਕਰਦੇ। ਬਚਨ ਆਉਂਦਾ ਹੈ, ਊਡੈ ਊਡ ਆਵੈ ਸੈ ਕਰੋ ਰਸਨਾ ਸਾਂਝੀ ਤਿਸ ਪਾਤਸ਼ਾਹ ਬਚਰੇ। ਇਹ ਕਿਹਦੀ ਗੱਲ ਹੈ ਭਲਾ? ਕੂੰਜਾਂ ਦੀ। ਕੂੰਜਾਂ ਵੇਖੀਆਂ ਆਪਾਂ ਸਾਰਿਆਂ ਨੇ, ਪੰਜਾਬ 'ਚ ਬਹੁਤ ਵੇਖਦੇ ਹੁੰਦੇ ਸਾਂ ਅਸੀਂ। ਇਸ ਤਰ੍ਹਾਂ ਇੱਕ ਡਾਰ ਹੁੰਦੀ ਹੈ, ਇੱਕ ਮੁੱਖ ਕੂੰਜ ਅੱਗੇ ਹੁੰਦੀ ਹੈ ਤੇ ਬਾਕੀ ਦੋਨੋਂ ਪਾਸੇ ਉਹਦੇ ਹੁੰਦੀਆਂ ਨੇ, ਲੰਬੀ ਡਾਰ ਹੁੰਦੀ ਹੈ। ਤੇ ਜਿਹੜੇ ਪਾਸੇ ਦਾ ਪਰ ਮੁੱਖ ਕੂੰਜ ਥੱਲੇ ਕਰਦੀਆਂ ਨਾ, ਸਾਰੀਆਂ ਕੂੰਜਾਂ ਉਸੇ ਪਾਸੇ ਦਾ ਕਰਦੀਆਂ ਨੇ, ਇਕੱਠੀਆਂ ਜਾਂਦੀਆਂ ਨੇ। ਰਾਤ ਪਈ, ਕੂੰਜਾਂ ਨੇ ਰੈਣ ਬਸੇਰਾ ਕੀਤਾ। ਗਰਭਵਤੀ ਕੂੰਜ ਨੇ ਅੰਡੇ ਦਿੱਤੇ। ਉਹ ਅੰਡੇ ਦਿੰਦੀਆਂ ਨੇ ਰੁੱਖ ਦੀ ਖੋਲ ਵਿੱਚ, ਪਰ ਉਹਦੇ ਜੀਵਨ ਦੀ ਮਰਿਆਦਾ ਹੈ, ਉਹ ਬਹੁਤਾ ਸਮਾਂ ਰਹਿ ਨਹੀਂ ਸਕਦੀ। ਉਹਨੇ ਆਪਣੀ ਡਾਰ ਦੇ ਨਾਲ, ਆਪਣੇ ਮੁੱਖ ਜਿਹੜੀ ਹੈ ਨਾ ਆਗੂ ਹੈ, ਉਹਦੇ ਨਾਲ ਹੀ ਚੱਲਣਾ ਹੈ। ਸਮਾਂ ਪਿਆ, ਇਹ ਪਹਿਲੇ ਨੇ ਐਸੇ, ਕੁਦਰਤ ਦਾ ਸਿਸਟਮ ਵੇਖੋ ਕੈਸਾ ਹੈ ਕਿ ਜਿਨ੍ਹਾਂ ਨੂੰ ਅੰਡਿਆਂ ਨੂੰ ਮਾਂ ਦੀ ਹੀਟ ਨਹੀਂ ਬਾਅਦ 'ਚ ਮਿਲਦੀ, ਉਹਨਾਂ ਅੰਡਿਆਂ ਦੇ ਵਿੱਚੋਂ ਬੱਚਿਆਂ ਦਾ ਜਨਮ ਹੋਇਆ। ਪਹਿਲੇ ਬੱਚੇ ਐਸੇ ਨੇ ਜਿਨ੍ਹਾਂ ਨੂੰ ਪਹਿਲੀ ਖੁਰਾਕ ਮਾਂ ਦੇ ਰਾਹੀਂ ਨਹੀਂ ਮਿਲਦੀ। ਆਪਾਂ ਹੋਰ ਵੀ ਪੰਛੀ ਵੇਖੀਏ ਨਾ, ਜਦੋਂ ਅੰਡਿਆਂ 'ਚੋਂ ਬੱਚੇ ਨਿਕਲਦੇ ਨੇ, ਉਹ ਮੂੰਹ ਖੋਲ੍ਹਦੇ ਨੇ, ਉਹਨਾਂ ਦੀ ਮਾਂ ਉਹਨਾਂ ਦੇ ਮੂੰਹ 'ਚ ਚੋਗਾ ਪਾਉਂਦੀ ਹੈ। ਤੁਸੀਂ ਵੇਖੇ ਹੋਣਗੇ ਰੁੱਖਾਂ ਦੇ ਉੱਤੇ ਟਹਿਣੀਆਂ ਤੇ ਆਲਣੇ ਬਣੇ ਹੁੰਦੇ ਨੇ। ਇਸੇ ਤਰ੍ਹਾਂ ਜੇ ਆਪਣੇ ਪਸ਼ੂ ਕਹਿ ਲਈਏ ਜਾਂ ਆਪਣੇ ਮਨੁੱਖ ਕਹਿ ਲਈਏ, ਪਹਿਲੀ ਖੁਰਾਕ ਮਾਂ ਦੇ ਰਾਹੀਂ ਹੈ, ਚਾਹੇ ਦੁੱਧ ਦੇ ਰੂਪ ਵਿੱਚ ਹੈ। ਪਰ ਉਹਨਾਂ ਦੀ ਮਾਂ ਉਹਨਾਂ ਦੇ ਕੋਲ ਨਹੀਂ ਹੈ। ਉਹ ਆਪਣੀ ਮਰਿਆਦਾ ਨੂੰ ਮੁੱਖ ਰੱਖਦੇ ਆ, ਉਡਾਰੀ ਭਰ ਕੇ ਅੱਗੇ ਚਲੇ ਗਈ, ਉਹਨੇ ਮਰਿਆਦਾ ਨੂੰ ਨਹੀਂ ਛੱਡਿਆ। ਇਸੇ ਕਰਕੇ ਬਚਨ ਹੁੰਦਾ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ। ਹੁਣ ਬੱਚੇ ਨੂੰ ਭੁੱਖ ਲੱਗਦੀ ਹੈ, ਜਦੋਂ ਭੁੱਖ ਲੱਗਦੀ ਹੈ ਤਾਂ ਮੂੰਹ ਖੁੱਲ੍ਹਦਾ ਹੈ। ਜਦੋਂ ਭੁੱਖ ਲੱਗਦੀ ਹੈ ਨਾ, ਮੂੰਹ ਖੁੱਲ੍ਹਦਾ ਹੈ। ਸਾਰਾ ਦਿਨ ਮੂੰਹ ਖੁੱਲ੍ਹਾ, ਰਾਤ ਪੈ ਗਈ, ਖਾਣ ਨੂੰ ਕੁਛ ਨਹੀਂ ਮਿਲਿਆ,
ਜਦੋਂ ਮੂੰਹ ਖੁੱਲਿਆ ਨਾ, ਕੂੰਜ ਦੇ ਬੱਚੇ ਦੀ ਬਣਤਰ ਐਸੀ ਰੱਬ ਨੇ ਬਣਾਈ ਹੋਈ ਹੈ ਕਿ ਉਹਦੇ ਅੰਦਰ ਇੱਕ ਲਾਲ ਰੰਗ ਦੀ ਨਾੜੀ ਹੈ। ਜਦੋਂ ਮੂੰਹ ਖੋਲ੍ਹਦੇ ਉਹ ਸਾਹਮਣੇ ਆ ਜਾਂਦੀ ਹੈ। ਉਹ ਦੂਰੋਂ ਇੰਝ ਲੱਗਦਾ ਜਿਵੇਂ ਦੀਵਾ ਜਗ ਰਿਹਾ ਹੈ, ਅੱਗ ਦੀ ਲਾਟ ਹੈ, ਚਮਕਦੀ ਹੈ ਰਾਤ। ਤੇ ਜਦੋਂ ਆਪਾਂ ਵਹਿੰਦੇ ਰਹੇ ਪੰਜਾਬ ਦੇ ਵਿੱਚ, ਰਾਤ ਨੂੰ ਕੋਈ ਦੀਵਾ ਜਗਦਾ ਹੁੰਦਾ ਸੀ ਜਾਂ ਬਲਬ ਜਗਦਾ ਹੁੰਦਾ ਸੀ, ਨਿੱਕੇ ਨਿੱਕੇ ਭਬੱਕੜ ਜਿਹੇ ਹੁੰਦੇ ਸੀ, ਇਹ ਭਬੀਰੀਆਂ ਜਿਹੀਆਂ ਘੁੰਮਦੀਆਂ ਰਹਿੰਦੀਆਂ ਸੀ। ਉਹ ਆ ਕੇ ਤੇ ਕਈ ਵਾਰ ਜਿਹੜਾ ਦੀਵਾ ਜਗਦਾ ਤੇ ਉਹਦੇ ਆਲੇ ਦੁਆਲੇ ਸਵੇਰ ਤੱਕ ਮਰੇ ਪਏ ਹੁੰਦੇ ਸੀ, ਸੜੇ ਹੁੰਦੇ ਸੀ, ਪਤੰਗੇ ਕਹਿ ਦਿੰਦੇ ਆਪਾਂ ਉਹਨਾਂ ਨੂੰ। ਉਹ ਇਸ ਭੁਲੇਖੇ 'ਚ ਆਉਂਦੇ ਨੇ ਕਿ ਸਾਹਮਣੇ ਸ਼ਮਾ ਬਲ ਰਹੀ ਹੈ, ਲਾਹਟ ਹੈ ਅੱਗ ਦੀ, ਕਿਉਂਕਿ ਰਾਤ ਨੂੰ ਚਮਕ ਰਹੀ ਹੈ। ਉਹ ਸਿੱਧਾ ਆ ਕੇ ਉਹਦੇ ਅੰਦਰ ਜਾਂਦੇ ਨੇ ਤੇ ਉਹਦੀ ਖੁਰਾਕ ਬਣ ਰਹੀ ਹੈ, ਕਿਉਂਕਿ ਜਿਹਨੇ ਪੈਦਾ ਕੀਤਾ ਹੈ ਉਹਨੇ ਸਿਸਟਮ ਹੀ ਐਸਾ ਤਿਆਰ ਕੀਤਾ ਸਭ ਨੂੰ ਭੋਜਨ ਦੇਣ ਦਾ। ਪਰਮੇਸ਼ਰ ਦੀ ਬਣਤਰ, ਉਹਦੀ ਖੁਰਾਕ ਬਣ ਰਹੇ ਨੇ, ਉਹਦਾ ਭੋਜਨ ਬਣ ਰਹੇ ਨੇ, ਪਰ ਉਹਨੂੰ ਜਨਮ ਦੇਣ ਵਾਲੀ ਜਿਹਨੇ ਆਪਣੀ ਮਰਿਆਦਾ ਨਹੀਂ ਛੱਡੀ। ਇਹ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਈ, ਮੋਹ ਦੇ ਵਿੱਚ ਨਾ ਫਸੋ। ਸਾਡੀ ਇੱਥੇ ਨਾ, ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ, ਜਿਹੜੇ ਪਹਿਲਾਂ ਦੇ ਆਏ ਨਾ ਪੁੱਛੀਏ, ਉਹ ਕਹਿੰਦੇ ਭਾਈ ਸਾਹਿਬ ਜਦੋਂ ਅਸੀਂ ਆਏ ਸੀ, ਕੋਈ ਕਹਿੰਦਾ ਸੱਜਣ ਮੇਰੇ ਕੋਲ $20 ਸੀ, ਕੋਈ ਕਹਿੰਦਾ $10 ਸੀ, ਕੋਈ ਕਹਿੰਦਾ ਜੀ ਬਸ ਖਾਲੀ ਰਹਿ ਗਏ ਸਾਂ, ਅਸੀਂ ਬੜੇ ਜੰਗਲਾਂ ਵਿੱਚ ਦੀ ਧੱਕੇ ਧੁੱਕੇ ਖਾਂਦੇ ਮਸਾਂ ਹੀ ਪਹੁੰਚੇ ਸਾਂ। ਹੁਣ ਕੋਈ ਕਹਿੰਦਾ ਮੇਰੇ ਕੋਲ 5 ਮਿਲੀਅਨ ਦੀ ਪ੍ਰੋਪਰਟੀ, ਕਿਸੇ ਕੋਲ 10 ਮਿਲੀਅਨ ਦੀ ਪ੍ਰੋਪਰਟੀ, ਬਹੁਤ ਕੁਛ ਹੈ। ਅਸੀਂ ਤਾਂ ਆਪਣੇ ਬੱਚਿਆਂ ਲਈ ਵੀ ਘਰ ਬੜੇ ਬੜੇ ਵਧੀਆ ਬਣਾ ਲਏ ਨੇ। ਤੇ ਮੈਂ ਸੋਚੀ ਪੈ ਜਾਂਦਾ ਵੀ ਜਿਹੜੇ ਉਹ ਬੱਚੇ ਨੇ ਜਿਨ੍ਹਾਂ ਲਈ ਅਸੀਂ ਸਾਰਾ ਕੁਛ ਇਹ ਕਰ ਰਹੇ ਹਾਂ, ਜੇ ਅਸੀਂ ਆਪ, ਸਾਡੇ ਕੋਲ ਇੰਨੀ ਪੜ੍ਹਾਈ ਵੀ ਨਹੀਂ ਸੀ, ਇੰਨਾ ਕੁਛ ਸਾਡੇ ਕੋਲ ਸੀ ਨਹੀਂ, ਸਾਡੇ ਕੋਲ ਤਾਂ ਡਾਲਰ ਵੀ 20 ਕੀ ਮਸਾਂ ਬਚੇ ਸੀ, ਅਸੀਂ ਇੱਥੇ ਆ ਕੇ 5 ਮਿਲੀਅਨ 10 ਮਿਲੀਅਨ ਦੇ ਮਾਲਕ ਬਣ ਗਏ। ਸਾਰਾ ਕੁਝ ਅੱਜ ਸਾਡੇ ਕੋਲ ਹੈ। ਤੇ ਜਿਹੜੇ ਸਾਡੇ ਬੱਚੇ ਯੂਨੀਵਰਸਿਟੀਆਂ 'ਚ ਪੜ੍ਹੇ ਨੇ, ਇੰਨੇ ਨੇ ਇੰਟੈਲੀਜੈਂਟ ਨੇ, ਕਿ ਉਹ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਕਰ ਸਕਦੇ? ਅਸੀਂ ਉਹਨਾਂ ਲਈ ਸਾਰਾ ਕੁਝ ਬਣਾ ਰਹੇ ਹਾਂ। ਇੱਕ ਇਹ ਮੋਹ ਹੈ ਸਾਡਾ। ਉਹਨੂੰ ਇੰਨਾ ਲਾਇਕ ਬਣਾ ਦਿਓ, ਇੰਨਾ ਲਾਇਕ ਬਣਾ ਦਿਓ ਕਿ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਸਕੇ। ਪਰ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਅਪਾਹਜ ਕਰ ਰਹੇ ਹਾਂ। ਅਪਾਹਜ ਦਾ ਮਤਲਬ ਕੀ ਹੈ? ਕਿ ਉਹਨਾਂ ਦੇ ਜੋ ਕਿਰਤ ਉਹਨਾਂ ਨੇ ਕਰਨੀ ਸੀ ਨਾ, ਕਿਰਤ ਵਾਲੀ ਚੀਜ਼ ਉਹਨਾਂ ਦੇ ਜੀਵਨ ਵਿੱਚੋਂ ਅਸੀਂ ਖੋਹ ਰਹੇ ਹਾਂ। ਇਸੇ ਕਰਕੇ ਉਹਨਾਂ ਦੇ ਅੰਦਰ ਕਿਰਤ ਦੀ ਅਹਿਮੀਅਤ, ਕਿਸੇ ਚੀਜ਼ ਦੀ ਅਹਿਮੀਅਤ ਨਹੀਂ ਰਹਿ ਗਈ। ਰਿਸ਼ਤਿਆਂ ਦੀ ਅਹਿਮੀਅਤ ਵੀ ਖਤਮ ਹੋ ਗਈ। ਇਹ ਬੜੇ ਨੁਕਤੇ ਬਰੀਕੀ ਵਾਲੇ ਸਮਝਣ ਵਾਲੇ ਨੇ ਸਾਡੇ ਲਈ। ਸਾਡਾ ਸਮਾਜ ਜਿਹੜਾ ਨਾ, ਇਹਨਾਂ ਚੀਜ਼ਾਂ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਦੁਖੀ ਹੋਇਆ ਤੇ ਪਰੇਸ਼ਾਨ ਹੋਇਆ ਪਿਆ ਹੈ, ਇਹਨਾਂ ਚੀਜ਼ਾਂ ਕਰਕੇ। ਖੈਰ, ਗੁਰੂ ਸਾਹਿਬ ਜੀ ਕਹਿੰਦੇ, ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੈ ਸ਼ਬਦ ਸੋ ਸਮਝ ਪਰੀ। ਗੁਰੂ ਦੇ ਸ਼ਬਦ, ਜਿਹੜਾ ਅੰਤਰ ਸਾਡੇ ਸ਼ਬਦ ਚੱਲ ਰਿਹਾ ਹੈ, ਉਹਦੇ ਨਾਲ ਇਹ ਸਮਝ ਆਈ। ਜਦੋਂ ਉਹਦੇ ਨਾਲ ਸਮਝ ਆਈ ਜੀਵਨ ਦੀ, ਫਿਰ ਇਹ ਜਿਹੜੇ ਵਿਕਾਰ ਸੀ, ਕਾਮ, ਕ੍ਰੋਧ, ਹੰਕਾਰ, ਹਉਮੈ ਜਿਹੜੀ ਹੈ, ਤੇ ਮਮਤਾ, ਇਹ ਜੋ ਵੀ ਸਾਡੇ ਅੰਦਰ ਵਿਕਾਰ ਨੇ, ਇਹ ਸਾਰੇ ਫਿਰ ਦੂਰ ਹੋਏ। ਸਮਝ ਆਈ, ਇਹ ਸਾਡੇ ਜੀਵਨ ਦਾ ਆ ਨਹੀਂ ਹੈ ਮਾਰਗ, ਸਾਡੇ ਜੀਵਨ ਦਾ ਹੋਰ ਮਾਰਗ ਹੈ। ਖਿੰਥਾ ਝੋਲੀ ਭਰਪੁਰ ਰਹਿਆ, ਨਾਨਕ ਤਾਰੈ ਏਕ ਹਰੀ। ਗੁਰੂ ਸਾਹਿਬ ਜੀ ਕਹਿੰਦੇ ਨੇ, ਜੋਗੀ ਲੋਕਾਂ ਨੂੰ ਦੱਸ ਰਹੇ ਨੇ, ਕਹਿੰਦੇ ਤੁਸੀਂ ਵੀ ਤਾਂ ਕਹਿੰਦੇ ਹੋ ਨਾ ਵੀ ਖਿੰਥਾ ਧਾਰਨ ਪਾਓ, ਗੋਦੜੀ ਪਾਓ ਤੇ ਝੋਲੀ ਪਾਓ। ਜਿਹੜਾ ਪਰਮੇਸ਼ਰ ਗੁਰੂ ਦੇ ਸ਼ਬਦ ਵਿੱਚ ਜੁੜਿਆ, ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾਉਂਦਾ ਹੈ, ਤਾਰਨ ਦਾ ਅਰਥ ਕੀ? ਬਚਾ ਲੈਣਾ, ਡੁੱਬਣ ਨਾ ਦੇਣਾ ਇਹਨਾਂ ਵਿੱਚ। ਜਿਹੜਾ ਪਰਮੇਸ਼ਰ ਡੁੱਬਣ ਨਹੀਂ ਦਿੰਦਾ, ਉਹ ਹਰ ਥਾਂ ਤੇ ਪਰਿਪੂਰਨ ਹੈ, ਹਰ ਥਾਂ ਤੇ ਰਮਿਆ ਹੋਇਆ ਹੈ, ਕਣ ਕਣ ਵਿੱਚ, ਜ਼ਰੇ ਜ਼ਰੇ ਵਿੱਚ। ਉਹ ਸਾਡੇ ਅੰਦਰ ਵੀ ਹੈ, ਸਾਹਮਣੇ ਵਾਲੇ ਦੇ ਅੰਦਰ ਵੀ, ਹਰ ਥਾਂ ਤੇ ਹੈ। ਇਹ ਆ ਅਸਲ ਦੇ ਵਿੱਚ ਸਾਡੀ ਗੋਦੜੀ, ਇਹ ਹੈ ਝੋਲੀ। ਉਹਨੂੰ ਹਰ ਥਾਂ ਤੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਮਹਿਸੂਸ ਕਰਨਾ, ਰੱਬ ਨੂੰ ਮਹਿਸੂਸ ਕਰਨਾ। ਸੌਖਾ ਹੋ ਜਾਏ ਥੋੜਾ ਜਿਹਾ ਅਰਥ। ਇੱਕ ਬੜੀ ਗਾਥਾ ਪ੍ਰਸਿੱਧ ਹੈ, ਢਾਡੀ ਜਥਿਆਂ ਕੋਲੋਂ ਆਪਾਂ ਬਹੁਤ ਵਾਰ ਸੁਣੀ, ਪ੍ਰਚਾਰਕਾਂ ਕੋਲੋਂ ਵੀ।
ਉਹ ਕਹਿੰਦੇ ਕਿ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਜਦੋਂ ਜੰਗ ਚੱਲ ਰਹੀ ਸੀ ਤੇ ਗੁਰੂ ਸਾਹਿਬ ਜੀ ਕੋਲ ਗੁਰਸਿੱਖ ਆ ਗਏ। ਕਹਿਣ ਲੱਗੇ ਮਹਾਰਾਜ, ਇੱਕ ਆਪਣਾ ਗੁਰਸਿੱਖ ਹੈ ਸੇਵਾਦਾਰ, ਅਸੀਂ ਦੁਸ਼ਮਣ ਨਾਲ ਲੜਦੇ ਹਾਂ ਤੇ ਦੁਸ਼ਮਣ ਨੂੰ ਕਮਜ਼ੋਰ ਕਰਕੇ ਸੁੱਟਦੇ ਆ, ਉਹਨਾਂ ਨੂੰ ਪਾਣੀ ਪਿਲਾਉਂਦਾ ਹੈ। ਭਾਈ ਕਨ੍ਹਈਆ ਜੀ, ਬਹੁਤ ਵਾਰ ਆਪਾਂ ਪੜ੍ਹਿਆ ਸੁਣਿਆ, ਉਹਨਾਂ ਦੇ ਨਾਂ 'ਤੇ ਸਭਾ ਸੁਸਾਇਟੀਆਂ ਵੀ ਬਣੀਆਂ ਹੋਈਆਂ। ਉਹ ਫੇਰ ਉੱਠ ਕੇ ਸਾਡੇ ਨਾਲ ਲੜਨ ਲੱਗ ਪੈਂਦੇ। ਗੁਰੂ ਸਾਹਿਬ ਜੀ ਨੇ ਪੁੱਛਿਆ, ਜਿਵੇਂ ਸਾਨੂੰ ਦੱਸਦੇ ਨੇ ਢਾਡੀ ਜਥੇ ਜਾਂ ਪ੍ਰਚਾਰਕ ਸੱਜਣ, ਮੈਂ ਹੂਬਹੂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ, ਆਪਾਂ ਤੱਤ ਲੈਣਾ ਇਹਦੇ 'ਚੋਂ। ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਦੁਸ਼ਮਣ ਨੂੰ ਪਾਣੀ ਪਿਲਾਉਂਦੇ? ਉਹਨਾਂ ਦਾ ਜਵਾਬ ਕੀ ਸੀ ਅੱਗੋਂ ਭਲਾ? ਤੁਹਾਨੂੰ ਸਾਰਿਆਂ ਨੂੰ ਪਤਾ। ਉਹਨਾਂ ਦਾ ਜਵਾਬ ਸੀ, ਮਹਾਰਾਜ ਨਹੀਂ, ਮੈਂ ਤੇ ਜਿਹੜੇ ਪਾਸੇ ਦੇਖਦਾ ਤੁਹਾਡਾ ਨੂਰਾਨੀ ਮੁਖੜਾ ਹੀ ਮੈਨੂੰ ਉਹਦੇ ਵਿੱਚ ਦਿਖਾਈ ਦਿੰਦਾ ਹੈ। ਮੈਂ ਤੇ ਜਿਹੜੇ ਪਾਸੇ ਦੇਖਦਾ ਤੁਹਾਡਾ ਨੂਰਾਨੀ ਮੁਖੜਾ ਦਿਖਾਈ ਦਿੰਦਾ ਹੈ। ਹਰੇਕ ਦੇ ਵਿੱਚੋਂ ਆਪਣੇ ਗੁਰੂ ਨੂੰ ਮਹਿਸੂਸ ਕਰ ਰਹੇ ਆ, ਹਰੇਕ ਦੇ ਵਿੱਚੋਂ ਗੁਰੂ ਨੂੰ ਮਹਿਸੂਸ ਕਰ ਰਿਹਾ, ਹਰੇਕ ਵਿੱਚੋਂ ਪਰਮੇਸ਼ਰ ਨੂੰ ਮਹਿਸੂਸ ਕਰਨਾ। ਭਰਪੂਰ ਰਹਿਆ ਦਾ ਅਰਥ ਕੀ ਹੈ? ਹਰੇਕ ਥਾਂ 'ਤੇ ਉਹੀ ਰਮਿਆ ਹੋਇਆ ਹੈ, ਉਹੀ ਵਰਤ ਰਿਹਾ ਹੈ, ਉਹਨੂੰ ਮਹਿਸੂਸ ਕਰਨਾ। ਗੁਰੂ ਬਖਸ਼ਿਸ਼ ਕਰੇ ਨੁਕਤਾ ਸਮਝ ਆ ਜਾਏ। ਇੱਕ ਨਾ ਇਤਿਹਾਸ ਦੀ ਘਟਨਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇੱਕ ਭਾਈ ਲਾਲੋ ਜੀ ਹੋਇਆ। ਇੱਕ ਤੇ ਗੁਰੂ ਨਾਨਕ ਸਾਹਿਬ ਦੇ ਵਕਤ ਹੋਏ ਨਾ, ਇਹ ਭਾਈ ਲਾਲੋ ਜੀ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ। ਗੁਰੂ ਸਾਹਿਬ ਜੀ ਨੇ ਗੁਜਰਾਤ ਦੇ ਇਲਾਕੇ ਵਿੱਚ ਇਹਨਾਂ ਨੂੰ ਭੇਜਿਆ ਸਿੱਖੀ ਪ੍ਰਚਾਰ ਵਾਸਤੇ ਕਹਿ ਲਓ, ਤੇ ਨਾਲ ਬਚਨ ਕੀਤਾ, ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਇਹ ਹਮੇਸ਼ਾ ਯਾਦ ਰੱਖਿਓ। ਕਹਿਣ ਲੱਗੇ 7 ਵਚਨ। ਹੁਣ ਸਿੱਖ ਸੰਗਤਾਂ ਜਿਹੜੀਆਂ ਸੀ ਉਹ ਗੁਰੂ ਸਾਹਿਬ ਜੀ ਦੇ ਵਾਸਤੇ ਬਹੁਤ ਕੁਛ ਅਰਪਣ ਕਰਦੀਆਂ ਸੀ। ਸਿੱਖ ਸੰਗਤਾਂ ਨੇ ਅਰਪਣ ਕਰਨਾ। ਹੋਰ ਵੀ ਇਲਾਕਿਆਂ ਵਿੱਚ ਗਏ ਹੋਏ ਸੀ ਮਸੰਦ, ਜਿਵੇਂ ਪ੍ਰਚਾਰ ਕਰਦੇ ਸੀ ਜਾਂ ਜੋ ਭੇਟਾਵਾਂ ਆਉਂਦੀਆਂ ਸੀ ਆ ਕੇ ਜਮ੍ਹਾਂ ਕਰਾਉਂਦੇ ਸੀ ਗੁਰੂ ਘਰ। ਸਾਲ ਬਾਅਦ ਭਾਈ ਲਾਲੂ ਜੀ ਗੁਰੂ ਸਾਹਿਬ ਜੀ ਕੋਲ ਆਏ, ਨਾਲ ਹੋਰ ਸਿੱਖ ਸੰਗਤਾਂ, ਤੇ ਜਿਹੜੇ ਉੱਥੇ ਕਾਰੀ ਬਿਹਾਰੀ ਸੀ ਨਾ, ਗੁਰੂ ਦਰਬਾਰ ਵਿੱਚ ਰਹਿੰਦੇ ਸੀ, ਉਹਨਾਂ ਨੇ ਸ਼ਿਕਾਇਤ ਕੀਤੀ। ਕਹਿਣ ਲੱਗੇ ਮਹਾਰਾਜ, ਸਾਲ ਬਾਅਦ ਇਹ ਆਇਆ, ਸਾਨੂੰ ਰਿਪੋਰਟ ਮਿਲੀ ਹੈ ਸਿੱਖ ਸੰਗਤਾਂ ਨੇ ਬਹੁਤ ਕੁਛ ਇਹਨੂੰ ਦਿੱਤਾ ਗੁਰੂ ਸਾਹਿਬ ਵਾਸਤੇ ਜਾਂ ਗੁਰੂ ਕੇ ਲੰਗਰਾਂ ਵਾਸਤੇ, ਪਰ ਇਹਨੇ ਕੁਛ ਵੀ ਨਹੀਂ ਸਾਡੇ ਕੋਲ ਲਿਆ ਕੇ ਜਮ੍ਹਾਂ ਕਰਾਇਆ। ਗੁਰੂ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗਾ ਮਹਾਰਾਜ ਬਹੁਤ ਕੁਝ ਦਿੰਦੀਆਂ ਸੀ ਸੰਗਤਾਂ। ਗੁਰੂ ਸਾਹਿਬ ਕਹਿੰਦੇ ਵੀ ਕਿੱਥੇ ਜੋ ਕੁਛ ਦਿੱਤਾ? ਕਹਿਣ ਲੱਗੇ ਮਹਾਰਾਜ ਸਾਰਾ ਕੁਛ ਤੁਹਾਡੇ ਖਜ਼ਾਨੇ 'ਚ ਹੈ। ਉਹ ਕਹਿਣ ਲੱਗੇ ਮਹਾਰਾਜ ਝੂਠ ਬੋਲਦਾ ਹੈ, ਜੇ ਸਾਡੇ ਕੋਲ ਇਹਨੇ ਕੁਛ ਜਮ੍ਹਾਂ ਕਰਾਇਆ ਹੈ ਇਹਨੂੰ ਕਹੋ ਕਿ ਕੋਈ ਸਬੂਤ ਦੇਵੇ। ਇਹ ਤੇ ਆਏ ਸਾਲ ਬਾਅਦ, ਜਮ੍ਹਾਂ ਕਿਵੇਂ ਕਰਾਤਾ ਇਹਨੇ? ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਲਾਲੂ ਜਵਾਬ ਦੇ ਇਹਨਾਂ ਦੇ ਸਵਾਲਾਂ ਦਾ। ਕਹਿਣ ਲੱਗਾ ਮਹਾਰਾਜ ਤੁਹਾਡਾ ਬਚਨ ਸੀ, ਗੁਰੂ ਦੀ ਗੋਲਕ ਗਰੀਬ ਦਾ ਮੂੰਹ। ਜਿੰਨੇ ਮੈਂ ਲੋੜਵੰਦ ਵੇਂਦਾ ਸੀ ਮੈਨੂੰ ਇੰਝ ਲੱਗਦਾ ਸੀ ਇਹ ਗੁਰੂ ਦੀ ਗੋਲਕ ਨਹੀਂ, ਇਹ ਗੁਰੂ ਦੀ ਗੋਲਕ, ਇਹ ਗੁਰੂ ਦਾ ਖਜ਼ਾਨਾ। ਮੈਂ ਤਾਂ ਜਿਵੇਂ ਆਉਂਦਾ ਸੀ ਬਸ ਫਿਰ ਲੰਗਰ, ਜਿਹਨੂੰ ਕੋਈ ਕੱਪੜਾ ਚਾਹੀਦਾ, ਜਿਹਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ, ਜਿਹੜੀ ਚੀਜ਼ ਲੋੜ ਹੈ, ਉਹ ਉਹਨਾਂ ਦੀ ਉਸੇ ਵੇਲੇ ਗੁਰੂ ਦੇ ਨਿਮਿੱਤ ਮੰਨ ਕੇ ਹੈਲਪ ਕਰਦਾ ਰਿਹਾ। ਗੁਰਬਾਣੀ ਵਿੱਚ ਵੀ ਜਿਹਨੂੰ ਬਚਨ ਕਿਹਾ ਗਿਆ ਹੈ, ਵਿੱਚ ਦੁਨੀਆ ਸੇਵ ਕਿਤੇ ਨੁਕਤੇ ਸਮਝ ਵਿੱਚ ਆ ਜਾਣ। ਸਭ ਥਾਂ ਤੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਮਹਿਸੂਸ ਕਰਨਾ, ਉਹਨੂੰ ਹਾਜ਼ਰ ਨਾਜ਼ਰ ਮੰਨਣਾ, ਉਹਨੂੰ ਸਰਬ ਵਿਆਪਕ ਮੰਨਣਾ। ਕਹਿੰਦੇ ਜ਼ਰੂਰ ਹੈ ਆਪਾਂ, ਪਰ ਸਰਬ ਵਿਆਪਕ ਉਹਨੂੰ ਮੰਨਣਾ ਵੀ ਹੈ। ਪਰ ਸਾਡੀ ਤੇ ਉੱਥੇ ਸੋਚ ਖਤਮ ਹੋ ਜਾਂਦੀ ਹੈ, ਨੌਂ ਨੂੰ ਕੁਛ ਹੋਰ ਤੇ ਧੀ ਨੂੰ ਕੁਛ ਹੋਰ ਜਦੋਂ ਸਮਝਦੇ, ਪੁੱਤ ਨੂੰ ਕੁਛ ਹੋਰ ਤੇ ਗੁਆਂਢੀਆਂ ਦੇ ਬੱਚੇ ਨੂੰ ਕੁਛ ਹੋਰ ਸਮਝਦੇ। ਪੜੋਸ ਵਿੱਚ ਬੱਚੇ ਭੁੱਖ ਨਾਲ ਵਿਲਕਦੇ ਹੋਣ, ਕਦੀ ਨਹੀਂ ਸਾਡੇ ਮਨ 'ਚ ਆਇਆ ਵੀ ਚੱਲ ਅਸੀਂ ਉਸ ਤਰ੍ਹਾਂ ਅਸੀਂ ਜਾ ਕੇ ਦੂਜੇ ਥਾਵਾਂ ਦੇ ਉੱਤੇ ਪਤਾ ਨਹੀਂ ਕੀ ਕੁਛ ਜਾ ਕੇ ਚੜਾਉਂਦੇ ਆ, ਟਰਾਲੀਆਂ ਭਰ ਭਰ ਕੇ। ਗੁਰੂ ਕਿਰਪਾ ਕਰੇ। ਖੈਰ,
ਖਿੰਥਾ ਝੋਲੀ ਭਰਪੁਰ ਰਹਿਆ। ਕਿਹੜੀ ਯੋਗ ਜੁਗਤ ਹੈ ਗੁਰਮਤਿ ਦੀ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਹਰ ਥਾਂ ਤੇ ਆਪਣੇ ਅੰਗ ਸੰਗ ਮਹਿਸੂਸ ਕਰਨਾ, ਹਰ ਥਾਂ ਤੇ ਆਪਣੇ ਨਾਲ ਮਹਿਸੂਸ ਕਰਨਾ, ਆਪਣੇ ਹੱਥਾਂ 'ਚ ਉਹਨੂੰ ਮਹਿਸੂਸ ਕਰਨਾ, ਆਪਣੀ ਅੱਖਾਂ 'ਚ, ਆਪਣੇ ਲਫ਼ਜ਼ਾਂ ਵਿੱਚ, ਆਪਣੇ ਸਰੋਤ 'ਚ, ਆਪਣੀ ਸੋਚ ਵਿੱਚ ਉਹਨੂੰ ਮਹਿਸੂਸ ਕਰਨਾ, ਆਪਣੇ ਆਲੇ ਦੁਆਲੇ ਮਹਿਸੂਸ ਕਰਨਾ, ਦੂਜਿਆਂ ਦੇ ਵਿੱਚ ਉਹਨੂੰ ਮਹਿਸੂਸ ਕਰਨਾ। ਗੁਰੂ ਸਾਹਿਬ ਜੀ ਕਹਿੰਦੇ ਇਹ ਹੈ ਸਾਡੀ ਜਿਹੜਾ ਝੋਲੀ ਤੇ ਇਹ ਹੈ ਸਾਡੀ ਗੋਦੜੀ। ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ। ਜਿਨ੍ਹਾਂ ਨੂੰ ਗੁਰੂ ਦੀ ਗੱਲ ਸਮਝ ਵਿੱਚ ਆ ਗਈ ਨਾ, ਉਹਨਾਂ ਨੇ ਇਸ ਗੱਲ ਦਾ ਨਿਰਣਾ ਕਰ ਲਿਆ। ਪਰਖੈ ਦਾ ਅਰਥ ਕੀ ਹੁੰਦਾ? ਪਰਖ ਲਿਆ ਚੀਜ਼ ਨੂੰ, ਨਿਰਣਾ ਕਰ ਲਿਆ ਕਿ ਅਕਾਲ ਪੁਰਖ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ। ਸਾਚਾ ਸਾਹਿਬ, ਅੱਗੇ ਸਾਚੀ ਨਾਈ। ਨਾਈ ਦਾ ਅਰਥ ਉਹਦੀ ਸਿਫਤ, ਨਾਈ ਦਾ ਅਰਥ ਉਹਦਾ ਨਿਆਂ, ਉਹਦਾ ਫੈਸਲਾ, ਉਹਦਾ ਹੁਕਮ। ਸਦਾ ਥਿਰ ਰਹਿਣ ਵਾਲਾ, ਉਹ ਬਦਲਦਾ ਕਦੇ ਨਹੀਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਰੱਬ ਦਾ ਹੁਕਮ ਬਦਲ ਜਾਵੇ। ਮੈਂ ਤਾਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, 99% ਲੋਕ ਧਰਮ ਦਾ ਕਰਮ ਹੀ ਤਾਂ ਕਰਦੇ ਨੇ ਕਿ ਜੋ ਕੁਛ ਸਾਡੇ ਜੀਵਨ ਵਿੱਚ ਰੱਬੀ ਹੁਕਮ ਵਰਤ ਰਿਹਾ ਬਦਲ ਜੇ। ਜੇ ਰੱਬ ਧੀ ਦੀ ਦਾਤ ਦਿੰਦਾ, ਇਹ ਬਦਲ ਜਾਏ, ਸਾਨੂੰ ਨਹੀਂ ਚਾਹੀਦੀ। ਸਾਨੂੰ ਤਾਂ ਪੁੱਤ ਚਾਹੀਦਾ ਹੈ, ਆਹ ਚੀਜ਼ ਸਾਨੂੰ ਨਹੀਂ ਚਾਹੀਦੀ, ਸਾਨੂੰ ਤਾਂ ਆਹ ਚਾਹੀਦੀ ਹੈ। ਜੋ ਪਰਮੇਸ਼ਰ ਦਾ ਰੱਬੀ ਹੁਕਮ ਉਹ ਬਦਲ ਜਾਵੇ। ਗੁਰੂ ਸਾਹਿਬ ਜੀ ਕਹਿੰਦੇ ਉਹਦਾ ਹੁਕਮ ਅਟੱਲ ਹੈ, ਕਦੇ ਨਹੀਂ ਬਦਲਦਾ। ਰੱਬ ਦਾ ਹੁਕਮ ਕਦੇ ਨਹੀਂ ਬਦਲਦਾ, ਕਿਉਂਕਿ ਰੱਬ ਆਪ ਨਹੀਂ ਬਦਲਦਾ। ਉਹ ਇੱਕ ਰਸ ਹੈ ਤੇ ਉਹਦਾ ਹੁਕਮ ਵੀ ਇੱਕ ਰਸ ਵਰਤਦਾ ਹੈ। ਮੈਂ ਤਾਂ ਪਹਿਲਾਂ ਬੇਨਤੀ ਕੀਤੀ ਸੀ, ਪੂਰੇ ਕਾ ਕੀਆ ਸਭ ਕੁਛ ਪੂਰਾ। ਉਹ ਅਟੱਲ ਹੈ, ਉਹਦਾ ਬਚਨ, ਉਹਦਾ ਹੁਕਮ ਵੀ ਅਟੱਲ ਹੈ, ਉਹਨੇ ਨਹੀਂ ਬਦਲਦਾ। ਗੁਰੂ ਸਾਹਿਬ ਜੀ ਕਹਿੰਦੇ ਇਸ ਚੀਜ਼ ਦੀ ਫਿਰ ਸਮਝ ਆ ਜਾਂਦੀ ਹੈ। ਇਹ ਹੈ ਯੋਗ ਦੀ ਜੁਗਤ। ਹੁਣ ਉਹਨਾਂ ਕੋਲ ਖੱਪਰ ਹੁੰਦਾ ਮੰਗਣ ਵਾਸਤੇ, ਘਰ ਘਰ ਜਾ ਕੇ ਜਿਸ 'ਚ ਵਸਤੂਆਂ ਪਾਉਂਦੇ ਨੇ, ਲੰਗੋਟੀ ਪਹਿਨਦੇ ਨੇ ਸਰੀਰ ਦੇ ਉੱਤੇ, ਹੱਥ ਸੋਟੀ ਹੁੰਦੀ ਹੈ, ਉਹਨਾਂ ਦੇ ਜਿਹੜਾ ਪੇਖ ਹੈ। ਗੁਰੂ ਸਾਹਿਬ ਜੀ ਫਿਰ ਉਸ ਚੀਜ਼ ਨੂੰ ਖੋਲ੍ਹਦੇ ਨੇ। ਉਹ ਦੱਬ ਆਦਿਕ ਲੰਬੇ ਜਿਹੜੇ ਘਾਹ ਹੁੰਦੇ ਨੇ, ਇਹਨਾਂ ਨੂੰ ਕੱਟ ਕੇ, ਇਹਨਾਂ ਦੇ ਆਸਣ ਬਣਾ ਕੇ ਇਹਨਾਂ ਦੇ ਉੱਤੇ ਸੌਂਦੇ ਨੇ। ਉਹ ਕਹਿੰਦੇ ਸੀ ਬਿਸਤਰੇ 'ਤੇ ਨਹੀਂ ਸੌਣਾ। ਬਹੁਤ ਸਾਰੇ ਇਹੋ ਜਿਹੇ ਮੈਂ ਵੇਖੇ ਨੇ, ਕਈ ਬੰਦੇ ਅਸੀਂ ਭੁੰਜੇ ਸੌਂਦੇ, ਅਸੀਂ ਮੰਜੇ 'ਤੇ ਨਹੀਂ ਸੌਂਦੇ। ਮੈਂ ਫਿਰ ਬੇਨਤੀ ਕਰਾਂ, ਤਨ ਦੇ ਨਾਲ ਸੰਬੰਧ ਨਹੀਂ ਹੈ, ਮਨ ਨਾਲ ਸਾਡੇ ਸੰਬੰਧ ਹੈ। ਮਨ ਨੀਵਾਂ ਹੋਣਾ ਚਾਹੀਦਾ ਹੈ, ਮਨ ਨੀਵਾਂ। ਕਹਿ ਊਂਦੋ ਖੱਪਰ ਪੰਚ ਭੂ ਟੋਪੀ। ਉਹਨਾਂ ਦਾ ਲਿਬਾਸ ਟੋਪੀ ਪਾਉਂਦੇ ਨੇ, ਖੱਪਰ ਉਹਨਾਂ ਦੇ ਕੋਲ ਹੈ। ਊਂਦੋ ਦਾ ਅਰਥ ਹੁੰਦਾ ਉਲਟਿਆ ਹੋਇਆ। ਜਿਹੜੀ ਸੁਰਤ ਵਿਕਾਰਾਂ ਵੱਲੋਂ, ਖਾਹਿਸ਼ਾਂ ਵੱਲੋਂ, ਤ੍ਰਿਸ਼ਨਾ ਵੱਲੋਂ, ਇਹਨਾਂ ਚੀਜ਼ਾਂ ਵੱਲੋਂ ਉਲਟੀ ਹੋਈ ਹੈ, ਮੁੜੀ ਹੋਈ ਹੈ, ਉਹ ਸਾਡਾ ਖੱਪਰ ਹੈ। ਉਹਦੇ ਵਿੱਚ ਹੀ ਰੱਬੀ ਰਹਿਮਤ ਪੈਂਦੀ ਹੈ, ਰੱਬੀ ਬਖਸ਼ਿਸ਼ ਉਹਦੇ ਤੇ ਵਿੱਚ ਹੀ ਪੈਂਦੀ ਹੈ। ਫਿਰ ਬੇਨਤੀ ਕਰਾਂ, ਜਿਹੜੀ ਸੁਰਤ ਵਿੱਚ ਤ੍ਰਿਸ਼ਨਾ ਹੈ, ਲਾਲਚ ਹੈ, ਵਿਕਾਰ ਨੇ, ਇੱਕ ਗੰਦਗੀ ਭਰੀ ਹੋਈ ਹੈ, ਉਹਦੇ ਵਿੱਚ ਅੰਮ੍ਰਿਤ ਨਹੀਂ ਟਿਕੇਗਾ। ਇੱਕ ਨਾ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਮੈਂ ਸੁਣ ਰਿਹਾ ਸੀ ਕਥਾ ਇੱਕ ਦਿਨ, ਉਹਨਾਂ ਨੇ ਇੱਕ ਬੜਾ ਸੋਹਣਾ ਲਤੀਫਾ ਉਹਦੇ 'ਚ ਦੱਸਿਆ। ਲਤੀਫਾ ਹੁੰਦਾ ਇੱਕ ਕਹਾਣੀ, ਥੋੜ੍ਹਾ ਜਿਹਾ ਹਾਸ ਰਸ, ਪਰ ਸਿੱਖਿਆ ਬੜੀ ਜੀਵਨ ਦੀ ਕਮਾਲ ਦੀ ਮਿਲਦੀ ਹੈ। ਔਰ ਮੇਰੀ ਕੋਸ਼ਿਸ਼ ਹੁੰਦੀ, ਮੈਂ ਜੇ ਕਿਸੇ ਚੰਗੇ ਪੁਰਸ਼ ਦਾ ਜੀਵਨ ਪੜ੍ਹਨ ਨੂੰ ਮਿਲੇ, ਮੈਂ ਉਹ ਵੀ ਪੜ੍ਹਦਾ ਵਾਂ ਅਤੇ ਸੁਣਦਾ ਵੀ ਹਾਂ ਜ਼ਰੂਰ। ਮੈਨੂੰ ਹੁੰਦਾ ਕਿਤੇ ਨਾ ਕਿਤੇ ਕੋਈ ਐਸੀ ਕਿਰਨ, ਕੋਈ ਗੁਰਮਤਿ ਦੀ ਜਿਹੜੀ ਜੀਵਨ ਨੂੰ ਸਾਡੇ ਨੂੰ ਹੋਰ ਸ਼ਿੰਗਾਰਨ ਵਾਲੀ ਹੋਵੇ, ਮਿਲ ਜਾਵੇ ਤੇ ਉਹਨੂੰ ਵੀ ਗ੍ਰਹਿਣ ਕਰ ਲਈਏ। ਉਹਨਾਂ ਨੇ ਇੱਕ ਲਤੀਫਾ ਸੁਣਾਇਆ। ਕਹਿੰਦੇ ਇੱਕ ਵਾਰ ਕੋਈ ਜੋਗੀ ਪੁਰਸ਼ ਸੀ, ਉਹਨੇ ਕਿਸੇ ਘਰ ਦਾ ਦਰਵਾਜ਼ਾ ਖੜਕਾਇਆ। ਅੱਗੋਂ ਉਸ ਬੀਬੀ ਨੇ ਦਰਵਾਜ਼ਾ ਖੋਲ੍ਹਿਆ। ਉਹ ਕਹਿਣ ਲੱਗੇ ਕਿ ਮੈਨੂੰ ਆਟਾ ਪਾ ਦੇ, ਜਾ ਕੇ ਮੈਂ ਰੋਟੀ ਖਾਣੀ ਹੈ। ਉਹ ਕਹਿਣ ਲੱਗੀ ਵੀ ਜੋਗੀ ਜੀ ਇਸ ਤਰ੍ਹਾਂ ਹੈ, ਥੋੜ੍ਹਾ ਜਿਹਾ ਆਟਾ ਪਾ ਕੇ ਕਹਿਣ ਲੱਗੇ ਵੀ ਹੁਣ ਕੋਈ ਰੱਬ ਦੀ ਗੱਲ ਸੁਣਾ ਕੇ ਜਾਓ। ਉਹ ਕਹਿਣ ਲੱਗੇ ਪੁੱਤਰ, ਅਜੇ ਮੈਨੂੰ ਹੋਰ ਲੋੜ ਹੈ, ਇਹਦੇ ਨਾਲ ਮੇਰੀ
ਭੁੱਖ ਤੂੰ ਖਤਮ ਨਹੀਂ ਹੋਣੀ, ਸ਼ਾਂਤ ਨਹੀਂ ਹੋਣੀ। ਮੈਂ ਤੈਨੂੰ ਕੱਲ੍ਹ ਨੂੰ ਰੱਬ ਦੀ ਗੱਲ ਦੱਸ ਦਿਆਂਗਾ, ਅਜੇ ਮੈਨੂੰ ਜ਼ਰੂਰਤ ਹੈ। ਉਹ ਕਹਿਣ ਲੱਗੇ ਕਿ ਚੰਗਾ, ਇੰਜ ਕਰਿਓ ਕਿ ਕੱਲ੍ਹ ਨੂੰ ਫਿਰ ਤੁਸੀਂ ਮੰਗਣ ਨਾ ਜਾਇਓ ਕਿਤੇ, ਮੈਂ ਖੀਰ ਬਣਾਵਾਂਗੀ, ਨਾਲੇ ਤੁਸੀਂ ਖੀਰ ਖਾਏ, ਨਾਲੇ ਮੈਨੂੰ ਕੋਈ ਰੱਬ ਦੀ ਗੱਲ ਦੱਸਿਓ। ਕਹਿਣ ਲੱਗੇ ਠੀਕ ਹੈ। ਅਗਲੇ ਦਿਨ ਜਦੋਂ ਗਏ, ਦਰਵਾਜ਼ਾ ਖੜਕਾਇਆ, ਉਸ ਬੱਚੀ ਨੇ ਦਰਵਾਜ਼ਾ ਖੋਲ੍ਹਿਆ, ਬਿਠਾਇਆ, ਅੰਦਰੋਂ ਖੀਰ ਲੈ ਕੇ ਆਈ। ਕਹਿਣ ਲੱਗੇ ਜੋਗੀ ਜੀ ਆਪਣਾ ਬਰਤਨ ਅੱਗੇ ਕਰੋ, ਮੈਂ ਖੀਰ ਪਾ ਦਿਆਂ, ਨਾਲੇ ਖੀਰ ਖਾਓ ਅਤੇ ਨਾਲੇ ਰੱਬ ਦੀ ਗੱਲ ਦੱਸੋ। ਕਹਿਣ ਲੱਗੇ ਬਿਲਕੁਲ ਧੀਏ, ਭੁੱਖ ਬੜੀ ਲੱਗੀ ਹੈ, ਇਹ ਲੈ ਮੇਰੇ ਬਰਤਨ ਦੇ ਵਿੱਚ ਖੀਰ ਪਾ ਦੇ, ਜਿਹੜਾ ਖੱਪਰ ਸੀ ਹੱਥ 'ਚ। ਉਹ ਜਦੋਂ ਪਾਉਣ ਲੱਗੀ ਨਾ, ਉਹਨੇ ਭਾਂਡੇ ਵਿੱਚ ਝਾਤ ਮਾਰੀ, 2 ਕਦਮ ਪਿੱਛੇ ਹਟ ਗਈ। ਕਹਿਣ ਲੱਗੇ ਜੋਗੀ ਜੀ ਨਹੀਂ, ਮੈਂ ਹੋਰ ਭਾਂਡਾ ਲੈ ਕੇ ਆਵਾਂਗੀ, ਇਹਦੇ 'ਚ ਨਹੀਂ ਪਾ ਸਕਦੀ। ਕਹਿਣ ਲੱਗੇ ਨਹੀਂ, ਮੇਰਾ ਭਾਂਡਾ ਹੈ, ਮੈਂ ਹੀ ਖਾਣੀ ਹੈ, ਮੈਨੂੰ ਭੁੱਖ ਲੱਗੀ ਹੈ ਅਤੇ ਪਾ ਦੇ ਇਹਦੇ ਵਿੱਚ। ਕਹਿਣ ਲੱਗੀ ਬੇਸ਼ੱਕ ਭਾਂਡਾ ਤੁਹਾਡਾ ਹੈ, ਤੁਸਾਂ ਹੀ ਖਾਣੀ ਹੈ, ਤੁਹਾਡੇ ਲਈ ਬਣਾਈ ਹੈ, ਪਰ ਮੈਂ ਇਹਦੇ 'ਚ ਪਾਉਣੀ ਨਹੀਂ। ਕਹਿਣ ਲੱਗੇ ਧੀਏ ਕੀ ਗੱਲ, ਮੇਰੇ ਲਈ ਖੀਰ ਬਣਾਈ, ਮੈਂ ਹੀ ਖਾਣੀ ਹੈ, ਇਹਦੇ ਵਿੱਚ ਪਾਉਣੀ ਕਿਉਂ ਨਹੀਂ? ਕਹਿਣ ਲੱਗੀ ਵੇਖੋ ਸੀ, ਇਹ ਤੇ ਅੰਦਰੋਂ ਗੰਦਗੀ ਨਾਲ ਲਿਬੜਿਆ ਹੋਇਆ, ਮੈਂ ਭੋਜਨ ਤਿਆਰ ਕਰਦੀ, ਮੈਨੂੰ ਭੋਜਨ ਦੀ ਅਹਿਮੀਅਤ ਦਾ ਪਤਾ ਹੈ। ਇਹ ਗੰਦੇ ਬਰਤਨ ਵਿੱਚ ਪਾ ਕੇ ਨਹੀਂ ਖਾਈਦਾ, ਬਰਤਨ ਪਹਿਲਾਂ ਸਾਫ਼ ਕੀਤਾ ਜਾਂਦਾ ਹੈ, ਸਾਫ਼ ਬਰਤਨ 'ਚ ਪਾ ਕੇ ਦੇਵਾਂਗੀ। ਕਹਿਣ ਲੱਗੇ ਧੀਏ ਬਸ ਇਹੀ ਰੱਬ ਦੀ ਗੱਲ ਹੈ, ਕੱਲ੍ਹ ਪੁੱਛਿਆ ਸੀ ਨਾ ਰੱਬ ਦੀ ਗੱਲ ਦੱਸੋ, ਇਹੀ ਹੈ। ਜੋ ਕੁਝ ਸਾਡੇ ਅੰਦਰ ਪਹਿਲਾਂ ਭਰਿਆ ਹੈ, ਜਦੋਂ ਉਹਨੂੰ ਅਸੀਂ ਅੰਦਰੋਂ ਕੱਢਾਂਗੇ ਤੇ ਕੋਈ ਬਖਸ਼ਿਸ਼ ਰਹਿਮਤ ਵਾਲੀ ਗੱਲ ਸਾਡੇ ਅੰਦਰ ਟਿਕੇਗੀ ਨਾ। ਰੱਬ ਦੀਆਂ ਰਹਿਮਤਾਂ ਤੇ ਦੋਸ਼ ਨਹੀਂ ਹੈ, ਉਹਦੀਆਂ ਬਖਸ਼ਿਸ਼ਾਂ ਤੇ ਦੋਸ਼ ਨਹੀਂ ਹੈ। ਬਰਤਨ ਹੀ ਅਸੀਂ ਇੰਨਾ ਮਲੀਨ ਕੀਤਾ ਹੋਇਆ ਹੈ, ਕੋਈ ਕਿਸੇ ਤਰ੍ਹਾਂ ਦੀ, ਕੋਈ ਕਿਸੇ ਤਰ੍ਹਾਂ ਦੀ ਅੰਦਰ ਲੈ ਕੇ ਬੈਠਾ, ਕਿਸੇ ਅੰਦਰ ਈਗੋ ਹੈ, ਕਿਸੇ ਦੇ ਅੰਦਰ ਕੋਈ ਈਰਖਾ ਹੈ, ਕੋਈ ਨਫ਼ਰਤ ਹੈ, ਕੋਈ ਵਿਕਾਰ ਹੈ, ਕੋਈ ਕੁਛ ਹੈ, ਕੋਈ ਕੁਛ ਹੈ। ਮਨ ਰੂਪੀ ਬਰਤਨ ਕਿਤੇ ਇਕੱਲੇ ਬਹਿ ਕੇ ਮਹਿਸੂਸ ਕਰੀਏ, ਤੁਸੀਂ ਵੀ ਮਹਿਸੂਸ ਕਰੋਗੇ ਹਾਂ ਆਹ ਚੀਜ਼ਾਂ ਸਾਡੇ ਅੰਦਰ ਹੈਗੀਆਂ ਨੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਵੱਲੋਂ ਜਿਹੜੀ ਸੁਰਤ ਮੁੜ ਚੁੱਕੀ ਹੈ, ਹਟ ਚੁੱਕੀ ਹੈ, ਇਹਨਾਂ ਵਿੱਚ ਲਿਬੜੀ ਹੋਈ ਨਹੀਂ ਹੈ, ਉਹ ਖੱਪਰ ਹੈ, ਊਂਦੋ ਖੱਪਰ। ਪੰਚ ਭੂ ਟੋਪੀ। ਮੈਂ ਇਸ ਪੰਕਤੀ ਦੇ ਅਰਥ ਸਾਂਝੇ ਕਰਕੇ ਫਿਰ ਸਮਾਪਤੀ ਵੱਲ ਆਉਣਾ, ਕਿਉਂਕਿ ਇਹਦੇ ਅਰਥ ਸਾਨੂੰ ਥੋੜ੍ਹੇ ਜਿਹੇ ਸਮਝਣੇ ਪੈਣੇ। ਪੰਚ ਭੂ, 5 ਤੱਤ ਜਿਹਨਾਂ ਤੋਂ ਬਾਡੀ ਬਣੀ ਹੈ। 5 ਤੱਤ ਕਿਹੜੇ ਨੇ? ਧਰਤੀ, ਆਕਾਸ਼, ਹਵਾ, ਅਗਨ, ਪਾਣੀ। ਇਹਨਾਂ 5 ਤੱਤਾਂ ਨੂੰ ਟੋਪੀ ਜਿਹੜੀ ਸਿਰ ਨੂੰ ਉੱਤੇ ਪਾਉਂਦੇ ਨੇ, ਉਹ ਆਪਣਾ ਲਿਬਾਸ ਉਹਨਾਂ ਦਾ। ਇਹਨਾਂ 5 ਤੱਤਾਂ ਦਾ ਕੀ ਭਾਵ ਹੈ? ਇਹਨਾਂ 5 ਤੱਤਾਂ ਦੇ ਗੁਣ ਸਾਡੇ ਅੰਦਰ ਧਾਰਨ ਕਰਨੇ, ਹੋਰ ਸੌਖਿਆਂ ਕਰ ਲਵਾਂ। ਸੁਖਮਨੀ ਸਾਹਿਬ ਦੀ ਬਾਣੀ ਆਪਾਂ ਬਹੁਤ ਪੜ੍ਹਦੇ ਸੁਣਦੇ ਹਾਂ, ਉਹਦੇ 'ਚ ਇੱਕ ਅਸ਼ਟਪਦੀ ਆਉਂਦੀ ਬ੍ਰਹਮ ਗਿਆਨੀ ਵਾਲੀ। ਮੈਂ ਇੱਕ ਬੇਨਤੀ ਕਰਾਂ, ਇਹ ਜਿਹੜੇ ਸ਼ਬਦ ਨੇ ਨਾ, ਬ੍ਰਹਮ ਗਿਆਨੀ, ਭਗਤ, ਸਾਧ, ਸੰਤ, ਜਨ, ਸੇਵਕ, ਇਹ ਜਿਹੜੇ ਲਫ਼ਜ਼ ਹੁੰਦੇ ਨੇ, ਦਾਸ, ਇਹ ਸਰੀਰ ਦੇ ਨਹੀਂ ਹਨ, ਇਹ ਜੀਵਨ ਦੇ ਹੈ। ਜੀਵਨ ਤੇ ਸਰੀਰ 'ਚ ਫਰਕ ਕੀ ਹੈ, ਉਹ ਵੀ ਸਾਂਝਾ ਕਰ ਲੈਂਦਾ ਮੈਂ ਤੁਹਾਨੂੰ। ਹੁਣ ਕੋਈ ਵਿਅਕਤੀ ਇੱਥੋਂ ਬਾਹਰ ਜਾਵੇ ਤੇ ਬਾਹਰ ਕੋਈ ਉਹਨੂੰ ਪੁੱਛੇ ਵੀ ਅੰਦਰ ਵੀ ਕਿੰਨਾ ਕੁ ਇਕੱਠ ਹੈ, ਉਹ ਕਹੇਗਾ ਵੀ ਅੰਦਰ ਕੋਈ 35-40 ਗੁਰਮੁਖ ਬੈਠੇ ਹੋਏ ਨੇ, ਜਾਂ 35-40 ਗੁਰਸਿੱਖ ਬੈਠੇ ਹੋਏ ਆ, ਜਾਂ ਕਹਿ ਦੇਗਾ 35-40 ਕੋਈ ਸਾਧੂ ਜਨ ਬੈਠੇ ਹੋਏ ਆ। ਇਹ ਲਫ਼ਜ਼ ਵਰਤੇ ਜਾਣਗੇ। ਇਹ ਤਾਂ ਨਹੀਂ ਨਾ ਕਹੇਗਾ 35-40 ਸ਼ਵਤੇਗ ਸਿੰਘ ਬੈਠੇ ਹੋਏ ਆ। ਸ਼ਵਤੇਗ ਸਿੰਘ ਇੱਕ ਸਰੀਰ ਹੈ, ਉਹਦਾ ਨਾਂ ਹੈ। ਗੁਰਮੁਖ ਸਰੀਰ ਦਾ ਨਾਂ ਨਹੀਂ ਹੈ, ਸਾਧੂ ਸਰੀਰ ਦਾ ਨਾਂ ਨਹੀਂ ਹੈ। ਇਸੇ ਲਈ ਕਿਹਾ ਜਾਂਦਾ ਹੈ ਇਹ ਲਫ਼ਜ਼ ਸਰੀਰਾਂ ਨਾਲ ਨਾ ਜੋੜੋ, ਦੇਹਧਾਰੀ ਨਾ ਬਣਾਓ ਲਫ਼ਜ਼ਾਂ ਨੂੰ। ਦੇਹ ਨਾਸ਼ਵਾਨ ਹੈ, ਸਰੀਰ ਨਾਸ਼ਵਾਨ ਹੈ। ਜੋ ਉਪਜੋ ਸੋ ਬਿਨਸ ਹੈ, ਇਹਨੇ ਖਤਮ ਹੋ ਜਾਣਾ ਹੈ। ਦੇਹ ਜਿਹੜੀ ਹੈ ਇਹ ਸਦਾ ਰਹਿਣ ਵਾਲੀ ਨਹੀਂ ਹੈ। ਪਰ ਜਦੋਂ ਬ੍ਰਹਮ ਗਿਆਨੀ ਦੀ ਗੱਲ ਚੱਲਦੀ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਗੁਰਮੁਖ ਦੀ ਗੱਲ ਚੱਲਦੀ ਹੈ,
ਅਸੀਂ ਤੇ ਭਾਈ ਗੁਰਦਾਸ ਜੀ ਦਾ ਸ਼ਬਦ ਪਤਾ ਨਹੀਂ ਕਿੰਨੀ ਵਾਰ ਪੜ੍ਹ ਸੁਣ ਚੁੱਕੇ, ਗੁਰਮੁਖ ਜਨਮ ਸਵਾਰ ਦਰਗਾਹ। ਸਰੀਰ ਤੇ ਇੱਥੇ ਸੰਸਕਾਰ ਕਰ ਦਿੱਤਾ, ਸਰੀਰ ਤੇ ਨਹੀਂ ਚੱਲਿਆ। ਹੋਰ ਛੱਡੋ, ਗੁਰੂ ਜੀ ਨੂੰ ਪੁੱਛ ਲੈਂਦੇ ਆਪਾਂ। ਗੁਰੂ ਜੀ ਕਹਿੰਦੇ ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਇਹ ਜੀਵਨ ਦੇ, ਜੇ ਜੀਵਨ ਗੁਨਾਹਾਂ ਨਾਲ ਲਿਬੜਿਆ ਹੋਇਆ ਹੈ, ਪਾਪੀ ਕਿਹਾ ਜਾਂਦਾ ਹੈ। ਸਰੀਰ ਪਾਪੀ ਨਹੀਂ ਹੈ, ਕਰਨੀ ਪਾਪੀ ਹੈ, ਜੀਵਨ ਪਾਪੀ ਹੈ। ਇਸੇ ਤਰ੍ਹਾਂ ਜੇ ਜੀਵਨ ਗੁਰੂ ਦੀ ਸਿੱਖਿਆ ਤੇ ਚੱਲ ਰਿਹਾ ਹੈ, ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜੀਆ ਜਾ ਰਿਹਾ ਹੈ, ਗੁਰਮੁਖ ਕਿਹਾ ਜਾਂਦਾ ਹੈ। ਤੇ ਜੇ ਮਨ ਦੇ ਪਿੱਛੇ ਲੱਗਾ ਹੋਇਆ, ਮਨਮੁਖ ਕਿਹਾ ਜਾਂਦਾ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਸਰੀਰ ਦੋਨਾਂ ਦੇ ਸਰੀਰਾਂ 'ਚ ਕੋਈ ਫਰਕ ਨਹੀਂ ਹੈ, ਦੋਨਾਂ ਦੇ ਸਰੀਰ ਇੱਕੋ ਜਿਹੇ ਹੈ, ਕਰਨੀ ਵਿੱਚ ਫਰਕ ਹੈ। ਤੇ ਪ੍ਰਮਾਤਮਾ ਵੀ ਸਰੀਰ ਨਹੀਂ ਦੇਖਦਾ, ਤਨ ਨਹੀਂ ਦੇਖਦਾ, ਕਰਨੀ ਦੇਖਦਾ ਹੈ। ਆਸਾ ਦੀ ਵਾਰ 'ਚ ਪੜ੍ਹਦੇ ਹਨ, ਅੱਗੇ ਕਰਨੀ ਕੀਰਤ ਵਾਚੀ ਹੈ। ਰੱਬ ਨਾਲੋਂ ਦੂਰੀ ਤੇ ਨੇੜਤਾ ਵੀ ਸਰੀਰ ਕਰਕੇ ਨਹੀਂ ਹੈ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਇਹ ਬ੍ਰਹਮ ਗਿਆਨੀ ਜਦੋਂ ਅਸੀਂ ਅਸ਼ਟਪਦੀ ਪੜ੍ਹਦੇ ਹਾਂ ਨਾ, ਉਸ ਜੀਵਨ ਦੀ, ਉਸ ਜੀਵਨ ਵਿੱਚ 5 ਤੱਤਾਂ ਦਾ ਜ਼ਿਕਰ ਹੁੰਦਾ ਹੈ, ਜਿਨ੍ਹਾਂ ਤੇ ਬੋਡੀ ਬਣੀ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਕਿਉਂਕਿ ਜਲ ਜਿਹੜਾ ਮੈਲਾ ਨਹੀਂ ਹੁੰਦਾ, ਨਿਰਲੇਪ ਰਹਿੰਦਾ ਹੈ, ਨਿਰਮਲ ਰਹਿੰਦਾ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉ ਵਸੁਦਾ ਕੋ ਖੋਦੈ ਕੋ ਚੰਦਨ ਲੇਪ। ਕੋਈ ਧਰਤੀ ਨੂੰ ਖੁਦਾਈ ਕਰੇ ਤੇ ਕੋਈ ਉਹਦੇ ਤੇ ਚੰਦਨ ਦਾ ਲੇਪ ਦਿਓ, ਟਿਕੀ ਹੈ। ਧੀਰਜ ਦ੍ਰਿੜ ਹੈ। ਕੋਈ ਚੰਗਾ ਕਹਿ ਰਿਹਾ, ਮਾੜਾ ਕਹਿ ਰਿਹਾ, ਅਡੋਲ ਹੈ। ਇਹ ਗੁਣ ਹੈ। ਬ੍ਰਹਮ ਗਿਆਨੀ ਕਾ ਇਹ ਹੈ ਗੁੰਡਾਓ, ਜੋ ਪਾਵਕ ਕਾ ਸਹਿਜ ਸੁਭਾਓ। ਅੱਗ ਦਾ ਸੁਭਾਅ ਹੈ, ਉਹਨੇ ਸਾੜਨਾ ਹੈ। ਉਹਦਾ ਤਪ ਜਿਹੜਾ ਹੈ, ਉਹਦੀ ਤਪਸ਼ ਜਿਹੜੀ ਹੈ, ਵਿਕਾਰਾਂ ਦੀ ਮੈਲ ਨੂੰ ਸਾੜਦੀ ਹੈ। ਇਸੇ ਤਰੀਕੇ ਨਾਲ 5 ਤੱਤਾਂ ਦਾ ਜ਼ਿਕਰ ਹੁੰਦਾ ਹੈ। ਜੈਸੇ ਤਰ ऊपर आकाश, ब्रह्म ज्ञानी के मन प्रकाश। जैसे तर ऊपर आकाश, ब्रह्म ज्ञानी का दृष्ट समान। जैसे राज रंक को लागै तुल पवान हवा। राजा है, रंक है, हवा ਇੱਕੋ ਜਿਹੀ ਹੈ। ਇਹ 5 ਤੱਤ ਜਿਹੜੇ ਇਹਨਾਂ ਦੇ ਗੁਣ ਜੀਵਨ ਵਿੱਚ, ਇਹ ਹੈ ਟੋਪੀ। ਇਹ ਹੈ ਯੋਗ, ਅਸਲੀ ਯੋਗ ਜੁਗਤ ਜਿਹੜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰ ਰਿਹਾ। ਬਾਕੀ ਦੀ ਵਿਚਾਰ ਆਪਾਂ ਜਿਹੜੀ ਹੈ 20 ਤਰੀਕ ਨੂੰ ਅਗਲਾ, ਹਾਂਜੀ, ਜਿਹੜਾ ਆਉਣਾ ਹੈ ਆਪਣੇ ਬੁੱਧਵਾਰ, ਉਸ ਦਿਨ ਦੀਵਾਨ ਦੇ ਵਿੱਚ ਆਪਾਂ ਸਾਂਝੀ ਕਰਾਂਗੇ। ਇਹ ਸ਼ਬਦ ਵੀ ਉਹ ਅੱਖਰੀ ਅਰਥ ਮੈਂ ਹੁਣ ਕਰ ਦੇਣਾ ਸਾਂਝੇ, ਭਾਵ ਅਰਥ ਉਦੋਂ ਫਿਰ ਵਿਸਥਾਰ ਨਾਲ ਆਪਾਂ ਸਮਝ ਲਵਾਂਗੇ। ਇਹ ਸ਼ਬਦ ਹੈ ਊਂਦੋ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਣ ਮਨ ਜਾਗੋਟੀ। ਕੜਾਸਣ ਕਹਿੰਦੇ ਨੇ, ਜਿਸ ਤਰ੍ਹਾਂ ਕਹਿ ਲਓ ਕਿ ਕੱਖਾਂ ਦਾ ਆਸਣ ਬਣਾਇਆ ਹੋਇਆ, ਵਿਛਾਉਣਾ। ਇਹ ਸਰੀਰ ਜਿਹੜਾ ਹੈ, ਇਹਨੂੰ ਕਿਹਾ ਗਿਆ ਹੈ। ਲੰਗੋਟੀ ਦਾ ਅਰਥ ਹੈ ਲੰਗੋਟੀ, ਜਿਹੜੇ ਪਾਉਂਦੇ ਆਪਾਂ, ਮਨ। ਇਹ ਸਤ ਸੰਤੋਖ ਸੰਜਮ ਹੈ ਨਾਲ, ਇਹ ਕਹਿ ਲਓ ਤੁਸੀਂ ਜਿਹੜੇ ਨਾਲ ਦੇ ਸਾਥੀ। ਸਤ ਸੰਤੋਖ ਤੇ ਸੰਜਮ। ਨਾਨਕ ਗੁਰਮੁਖ ਨਾਮ ਸੰਭਾਲ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲੈਂਦੇ ਨੇ, ਪਰਮੇਸ਼ਰ ਦੇ ਨਾਮ ਨੂੰ ਜਿਹੜੇ ਜੀਵਨ ਦੇ ਵਿੱਚ ਸੰਭਾਲਦੇ ਨੇ, ਨਾਮ ਨਾਲ ਇਕਮਿਕ ਹੋ ਜਾਂਦੇ ਨੇ, ਉਹਨਾਂ ਦੀ ਸੁਰਤ ਵਿਕਾਰਾਂ ਵੱਲੋਂ ਮੁੜ ਜਾਂਦੀ ਹੈ, ਉਹ ਖੱਪਰ ਬਣ ਜਾਂਦੀ ਹੈ ਰੱਬੀ ਬਖਸ਼ਿਸ਼ ਰਹਿਮਤ ਵਾਸਤੇ, ਧਾਰਨ ਕਰਨ ਵਾਸਤੇ। ਬਾਕੀ ਸ਼ਬਦ ਆਪਾਂ ਵਿਸਥਾਰ ਨਾਲ ਜਿਹੜਾ ਹੈ ਉਸ ਦਿਨ ਸਾਂਝਾ ਕਰਾਂਗੇ। ਉਸ ਤੋਂ ਅੱਗੇ ਜਿਵੇਂ ਫਿਰ ਜੋ ਕਿ ਸਵਾਲ ਕਰਦੇ ਨੇ, ਗੁਰੂ ਸਾਹਿਬ ਉਹਨਾਂ ਦੇ ਜੋ ਜਵਾਬ ਦਿੰਦੇ ਨੇ, ਇਹ ਆਪਾਂ ਅਗਲੀ ਕਥਾ ਵਿੱਚ ਸਾਂਝੇ ਕਰਾਂਗੇ। ਅੱਜ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਪਿਆਰ ਦੇ ਨਾਲ ਭਿੱਜ ਕੇ ਰਸਨਾ ਦੀ ਸਾਂਝ ਪਾਉਂਦਿਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।